सिमरजीत मान सिंह जब बोलते हैं कि भगत सिंह आतंकवादी था, एक ऑर्गेनाइजेशन बताएं यहाँ खड़ी हो जिसने कहा हो कि इनकी गलत स्टेटमेंट थी। मतलब ये तो पता नहीं इतने फेक तुर के मुँह ਚੱਕ ਕੇ ਆ ਜਾਂਦੇ ਨੇ ਵੀ ਕੁਝ ਨਹੀਂ ਕੀਤਾ ਗਾ। ਭਗਤ ਸਿੰਘ ਦੀ ਵਿਚਾਰਧਾਰਾ ਹੈਗੀ ਹੈ ਲੁੱਟ ਰਹਿਤ ਤੇ ਸਮਾਜ ਹੋਵੇ। ਅਸੀਂ ਖੜੇ ਹਾਂ, ਸਾਡਾ ਤਾਂ ਆਰਗੇਨਾਈਜੇਸ਼ਨ ਵੀ ਉਹਨਾਂ ਦੇ ਜਨਮ ਦਿਵਸ ਤੇ ਬਣਿਆ ਸੀਗਾ, ਤਾਂ ਕਰਕੇ ਅਸੀਂ ਉਹਨਾਂ ਦੀ ਫੋਟੋ ਪੋਸਟਰ ਲਾਉਂਦੇ ਹਾਂ। ਅਸੀਂ ਹੱਕਦਾਰ ਹੈਗੇ ਹਾਂ। ਜਿੰਨੇ ਵੀ ਮੀਡੀਆ ਪੀਪਲ ਵੀ ਨੇ ਇੱਥੇ ਪੰਜਾਬ ਯੂਨੀਵਰਸਿਟੀ ਸਾਰੇ ਨੇ ਉਹ ਚੀਜ਼ ਕਵਰ ਕੀਤੀ ਤਾਂ ਸਾਰੇ ਜਾਣਦੇ ਆ ਕਿ ਪੰਜਾਬ PSU ਲਲਕਾਰ ਭਗਤ ਸਿੰਘ ਨੂੰ ਸਿਰਫ ਫੋਟੋ ਲਾਉਣ ਤੱਕ ਜਾਂ ਫਿਰ ਸਿਰਫ ਨਾਮ ਲੈਣ ਤੱਕ ਸੀਮਿਤ ਨਹੀਂ ਰੱਖਦੀ। ਅਸੀਂ 3 ਨੰਬਰ ਗੇਟ ਤੋਂ ਕੱਲ ਮੈਂ 10 ਮਿੰਟ ਦੇ ਅੰਦਰ 2 ਵਾਰ ਆਈ ਹਾਂ, ਦੋਨੇ ਵਾਰ ਮੇਰਾ ਆਈ ਕਾਰਡ ਚੈੱਕ ਹੋਇਆ। MLA MP ਆ ਕੇ ਗੈਸਟ ਹਾਊਸ 'ਚ ਕਿਵੇਂ ਬੈਠੇ ਨੇ, ਕੀ ਕਰ ਰਹੇ ਨੇ, ਹੋਰ ਇੱਥੇ ਫੰਡ ਦੇਣ ਆਏ ਨੇ, ਪੈਸੇ ਦੇਣ ਆਏ ਨੇ, ਤਾਂ ਮਨੀ ਮਸਲ ਪਾਵਰ ਤਾਂ ਹੈਗੀ ਹੋਈ ਹੈ। ਤੁਸੀਂ ਦੇਖਿਆ ਹੋਣਾ ਕਾਫਲਾ ਆਇਆ, ਥਾਰਾਂ, ਫੋਰਚੂਨਰ, ਲੈਂਬੋਰਗਿਨੀ, ਪਤਾ ਨਹੀਂ ਕੀ ਕੁਝ ਉਤਰ ਰਿਹਾ ਇੱਥੇ, ਉਹ ਸਟੂਡੈਂਟ ਤਾਂ ਨਹੀਂ ਅਫੋਰਡ ਕਰ ਸਕਦੇ। ਅਸੀਂ ਤਾਂ ਜੀ ਸਟicker ਤੇ ਵੀ ਲਿਖਾਇਆ ਆਪ ਸਟੂਡੈਂਟ ਵਿੰਗ। ਇੱਕ ਮਿੰਟ ਜੀ, ਇਹਨਾਂ ਨੂੰ ਤਾਂ ਦੇਖੋ ਜੀ, ਮੇਰੀ ਗੱਲ ਸੁਣੋ, ਇਹਨਾਂ ਨੂੰ ਸ਼ਰਮ ਆਉਂਦੀ ਹੈ ਸੋਈਏ ਨਾਲ ਅਕਾਲੀ ਦਲ ਨਹੀਂ ਲਿਖਾ ਸਕਦੇ, ਖਾਲੀ ਦਲ ਹੋਇਆ। ABVP ਉਹ BJP ਨਹੀਂ ਲਿਖਾ ਸਕਦੀ, ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਕਿਸਾਨਾਂ ਨਾਲ ਕੀ ਹਾਲਾਤ ਕੀਤੇ ਉਹਨਾਂ ਨੂੰ ਪਤਾ। ਇਹ ਪੂਰੇ ਦੇਸ਼ 'ਚੋਂ ਹੀ ਗਾਇਬ ਹੋ ਗਏ। ਇਹ NSO ਕਾਂग्रेस ਉੱਤੇ ਨਹੀਂ ਲਿਖਾ ਸਕਦੀ, ਅਸੀਂ ਲਿਖਾਇਆ ਆਪ ਸਟੂਡੈਂਟ ਵਿੰਗ। ਅਸੀਂ ਤਾਂ ਮੰਨਦੇ ਹਾਂ, ਖੁੱਲ੍ਹ ਕੇ ਮੰਨਦੇ ਹਾਂ। लगातार ये कह रहे हैं कि ये तो एक डमी कैंडिडेट है। इनको इस बात को समझना चाहिए कि जो स्टूडेंट अब UIT से इन्होंने एडमिशन लिया, UIT में जो स्टूडेंट लगातार 4 साल से 5 साल से लगातार काम कर रहा था, उसका तो हक मारा गया है। जो स्टूडेंट MA में इतने लोग NSUI में जो काम कर रहे थे, सबका हक मारने का काम इस भाई ने किया है। तो इनका जो ग्रुप है उसको शर्म आनी चाहिए। 4 प्रोटेस्ट गिनवाओ, 5 प्रोटेस्ट गिनवाओ जिसमें प्रोटेस्ट किया हो। आज तक बिना प्रोटेस्टों के, बिना स्टूडेंट संघर्ष के कौन इलेक्शन लड़ता है? संघर्ष की गल कर रहा सी, ਇੱਥੇ ਅਸੀਂ ਵਾਈਸ ਚਾਂਸਲਰ ਬਹਿ ਕੇ ਵੋਟਾਂ ਨਹੀਂ ਗਿਣਨੀਆਂ। ਉਹ ਸੰਘਰਸ਼ ਨਹੀਂ ਹੁੰਦੇ ਕਿ 16 ਡਿਮਾਂਡ ਰੱਖਤੀਆਂ ਇੱਕ ਦਿਨ 'ਚ ਹੀ ਚੱਕਤਾ। ਆਹ ਕਿਹੜੀ ਗੱਲ ਹੁੰਦੀ ਹੈ? ਸੰਘਰਸ਼ ਕਰੋ, ਚੰਗੀ ਤਰ੍ਹਾਂ ਤਾਂ ਕਰੋ, ਘੱਟੋ ਘੱਟ ਆਪਣੀ ਮਿਲੀ ਭਗਤਾਂ ਨਾ ਦਿਖਾਓ। ਆਪਾਂ ਇੱਥੇ ਦਿਨ ਰਾਤ ਬਹਿਣਾ ਪਵੇ, ਉਹ ਕੰਮ ਕਰਨੇ ਚਾਹੀਦੇ ਆ। ਇਹਨਾਂ ਨੂੰ ਮੈਂ ਇਹ ਕਹਿ ਦਿੰਦਾ, ਮੇਰੀਆਂ ਭੈਣਾਂ ਖੜੀਆਂ ਕੈਂਡੀਡੇਟਸ, ਬ੍ਰਦਰ ਖੜੇ ਮੇਰੇ, ਪੂਰਾ ਫੁੱਲ ਨੇਮ ਇੱਕ ਵਾਰ ਪੁੱਛ ਲਓ। ਅੱਧੇ ਨੂੰ ਨਾਮ ਨਹੀਂ ਪਤਾ ਹੋਣਾ, ਫੁੱਲ ਨੇਮ ਆ ਗਾਰੰਟੀ ਦੇ ਦੇਣਾ ਮੈਂ। NSUI ਦੇ ਕੈਂਡੀਡੇਟ ਦਾ ਨਾਮ ਹੀ ਨਹੀਂ ਪਤਾ ਹੋਣਾ, ਉਹਦੇ ਬੈਲਟ ਬਾਕਸ ਤੇ ਉਧਰ ਲਾਊਗਾ ਕੌਣ ਸਟੈਂਪ, ਇਹਦਾ ਦੱਸੋ ਤੁਸੀਂ ਮੈਨੂੰ ਇੱਕ ਮਿੰਟ। ਜਿਹੜੇ ਬੰਦੇ ਆਯੂਸ਼ ਨੂੰ ਕਿ ਦਿਨ ਰਾਤ ਬਹਿਣਾ ਤਾਂ ਪੈਂਦਾ, ਪਹਿਲਾਂ ਪੁੱਛ ਲਓ ਕਿਹੜੇ ਪਾਸਿਓਂ ਬਹਿਣਾ ਪੈਂਦਾ। ਦੂਸਰੀ ਗੱਲ, ਆਈ ਐਮ ਸੌਰੀ ਸਰ, ਮੈਨੂੰ ਕਿਹਾ ਗਿਆ ਸੀ ਕਿ ਇੱਥੇ PU ਕਾਉਂਸਲ ਦੀ ਇਲੈਕਸ਼ਨ ਦੇ ਰਿਗਾਰਡਿੰਗ ਇੱਕ ਡਿਬੇਟ ਹੋਣੀ ਹੈ। ਆਈ ਐਮ ਸੌਰੀ, ਪਲੀਜ਼ ਚਾਰੋਂ ਕਾਉਂਸਲਰਾਂ ਦੀ ਸੀਟ ਕੈਂਸਲ ਕਰਾ ਕੇ ਇੱਥੇ MLA MP ਦੀਆਂ 2 ਸੀਟਾਂ ਰਖਵਾ ਦਿਓ, ਕਿਉਂਕਿ ਜੋ ਇੱਥੇ ਡਿਬੇਟ ਹੋ ਰਹੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਇੱਕ ਵੀ ਮੁੱਦੇ ਦੀ ਡਿਬੇਟ ਨਹੀਂ ਹੋਈ, ਸਾਰੀ ਬਾਹਰਲੇ ਮੁੱਦਿਆਂ ਦੀ ਡਿਬੇਟ ਹੋ ਰਹੀ ਹੈ, ਬਾਹਰਲੀਆਂ ਸਰਕਾਰਾਂ ਦੀ ਗੱਲ ਹੋ ਰਹੀ ਹੈ। ਜੇ ਆਪਾਂ ਇੱਥੇ ਸਾਡੇ ਬਾਰੇ ਕੋਈ ਗੱਲ ਕਰਨੀ ਨਹੀਂ ਤਾਂ ਸਾਡਾ ਟਾਈਮ ਵੇਸਟ ਨਾ ਕਰੋ। ਪਰਸੋਂ ਨੂੰ ਵੋਟਾਂ ਨੇ, ਅਸੀਂ ਥੋੜੀ ਬਹੁਤੀ ਕੈਂਪੇਨਿੰਗ ਕਰ ਲਈਏ। ਇਸ ਦੇ ਨਾਲ ਕਿ ਵਾਇਲੈਂਸ ਨਾਲ ਰਿਲੇਟਡ ਹੈ ਤੇ ਤੁਹਾਨੂੰ ਇੱਕ ਟੈਗ ਦਿੱਤਾ ਜਾਂਦਾ ਹੈ ਕਿ ਪੱਥਰਬਾਜ਼ੀ। ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ? ਮਤਲਬ ਤੁਸੀਂ ਕੀ ਜਸਟੀਫਾਈ ਕਰ ਰਹੇ ਹੋ ਕਿ ਅਥਾਰਟੀਜ਼ ਤੇ ਅਟੈਕ ਕਰਨਾ ਤੁਹਾਡੇ ਵੱਲੋਂ ਜਸਟੀਫਾਈ? ਅਥਾਰਟੀਜ਼ ਨੇ ਅਟੈਕ ਕੀਤਾ ਸਟੂਡੈਂਟ ਤੇ ਫੀਸਾਂ ਵਧਾ ਕੇ, ਤੇ ਸਟੂਡੈਂਟ ਦੇ ਉੱਤੇ ਜਦੋਂ ਲਾਠੀ ਚਾਰਜ ਹੋਇਆ ਕੀ ਅਸੀਂ ਉੱਥੇ ਚੁੱਪ ਬੈਠੇ ਕੁੱਟ ਖਾਈ ਜਾਈਏ? ਤੁਸੀਂ ਇਹ ਚਾਹੁੰਦੇ ਵੀ ਕੁੱਟ ਚੁੱਪ ਬੈਠੇ ਜਸਟੀਫਾਈ ਕਰ ਰਹੇ ਹੋ ਕਿ ਤੁਸੀਂ ਆਪਦੇ ਡਿਫੈਂਸ ਦੇ ਵਿੱਚ ਕੀਤਾ, ਕਿਉਂਕਿ ਉਹ ਸਟਰਕਚਰਲ ਵਾਇਲੈਂਸ ਹੈਗੀ ਹੈ। ਅਥਾਰਟੀ ਆਪਦੀ ਪਹਿਲਾਂ ਅਥਾਰਟੀ ਸਟਰਕਚਰਲ ਵਾਇਲੈਂਸ ਕਰਦੇ, ਫੀਸਾਂ ਵਧਾ ਕੇ। 2015-2019 ਦੀ ਕਾਉਂਸਲ ਹੈ, 2 ਸਾਲ ਦੀ ਕਾਉਂਸਲ ਹੈ, ਇੱਕ ਪਾਸੇ ਕੇ ਰੱਖ ਲਓ ਤੇ ਬਾਕੀ ਸਾਰੀ ਕਾਉਂਸਲ ਇੱਕ ਸਾਈਡ ਕਰ ਲਓ, ਕੰਪੇਅਰ ਕਰਕੇ ਦੇਖਿਓ, ਗੂਗਲ ਸਾਰਿਆਂ ਕੋਲ ਹੈ। SOI ਤੋਂ ਵੱਧ ਕੰਮ ਕਿਸੇ ਨੇ ਨਹੀਂ ਕਰਾਇਆ। ਪਾਵਰ ਸੀ, ਕੰਮ ਕਰਾਏ, ਭਾਵੇਂ ਸੋਲਰ ਗੀਜ਼ਰ ਹੋਣ, ਭਾਵੇਂ ਵਾਸ਼ਿੰਗ ਮਸ਼ੀਨ ਹੋਵੇ, ਭਾਵੇਂ ਰਿਕਸ਼ਾਸ ਹੋਵੇ, ਕੰਮ ਕਰਾਏ ਸੀ, ਕੰਮ ਕਰਾ ਰਹੇ ਹਾਂ ਤੇ ਕੰਮ ਕਰਾਉਂਦੇ ਵੀ ਰਵਾਂਗੇ ਜੀ। ਪਾਵਰ ਹੈਗੀ ਤਾਂ ਹੀ ਉਹਦਾ ਪ੍ਰੋਪਰ ਯੂਟੀਲਾਈਜ਼ ਕੀਤਾ ਜਾਵੇ। ਤੁਸੀਂ ਇਹ ਕਹਿ ਰਹੇ ਹੋ ਕਿ ਬਾਕੀ 3 ਪੋਸਟ ਯੂਜ਼ਲੈਸ ਨੇ, ਸਿਰਫ ਪ੍ਰੈਜ਼ੀਡੈਂਟ ਕੋਲ ਪਾਵਰ ਜੀ। ਅਸੀਂ ਤਾਂ ਕਹਿ ਰਹੇ ਹਾਂ ਜੀ, ਪਾਵਰ ਹੈਗੀ ਆ, ਸਾਡੇ ਕੋਲ ਸੀਗੀ, ਬਾਕੀ 3 ਸੀਟ ਦੀ ਲੋੜ ਕੀ ਹੈ? ਫਿਰ ਆਪਾਂ ਅਸੀਂ ਤਾਂ ਲੜੀ ਪ੍ਰੈਜ਼ੀਡੈਂਟ ਕਰੇ, ਮੈਂ ਆਪ ਲੜ ਰਿਹਾ। ਬਾਕੀ 3 ਪੋਸਟ ਅਸੀਂ ਤਾਂ ਮੈਮ ਉਹੀ ਕਹਿ ਰਹੇ ਨਾ ਗੱਲ। ਫਿਰ ਸਿਰਫ ਪ੍ਰੈਜ਼ੀਡੈਂਟ ਪੋਸਟ ਇਜ਼ ਇੰਪੋਰਟੈਂਟ, ਅਦਰ ਪੋਸਟਸ ਆਰ ਕੰਪਲੀਟਲੀ ਯੂਜ਼ਲੈਸ। ਇਹਨਾਂ ਨੇ ਕੀਤੀ ਵੀ ਯੂਜ਼ਲੈਸ ਹੈ। ਤੇ ਸੀਟ ਦਾ ਜਿਹੜਾ ਬਾਕੀ 3 ਸੀਟਾਂ ਹੈਗੀਆਂ ਉਹਨਾਂ ਦਾ ਇੱਕ ਆਪਾਂ ਕਰੀਏ ਵੀ ਇੱਕ ਬੇਇੱਜ਼ਤੀ ਕਰ ਰਹੇ ਹਾਂ, ਕੈਂਡੀਡੇਟਾਂ ਦੀ ਵੀ ਬੇਇੱਜ਼ਤੀ ਕਰ ਰਹੇ ਹਾਂ। ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਅਸੀਂ ਪ੍ਰੈਜ਼ੀਡੈਂਟ ਲੜ ਰਹੇ ਹਾਂ ਤਾਂ ਉਹਨਾਂ ਕੋਲ ਹੀ ਪਾਵਰ ਹੈ, ਇਹਨਾਂ ਨੂੰ ਅਲਾਈਅੰਸ ਮਿਲਿਆ ਹੀ ਨਹੀਂ ਜੀ। ਦੇਖੋ ਜੀ, ਡਿਸੀਜਨ ਮੇਕਿੰਗ 'ਚ ਕਾਉਂਸਲ ਦੀ ਕੋਈ ਪਾਵਰ ਨਹੀਂ ਹੈ ਯੂਨੀਵਰਸਿਟੀ 'ਚ। ਜਿਹੜੀ ਸੈਨੇਟ ਡਿਸੀਜਨ ਮੇਕਿੰਗ ਬੋਡੀ ਹੈ ਯੂਨੀਵਰਸਿਟੀ ਦੀ, ਉਹਦੇ 'ਚ ਪ੍ਰੈਜ਼ੀਡੈਂਟ ਸਿਰਫ ਬਹਿ ਸਕਦਾ, ਸੁਣ ਸਕਦਾ, ਓਬਜ਼ਰਵ ਕਰ ਸਕਦਾ ਤੇ DSW ਦੇ ਥਰੂ ਇੱਕ ਚਿੱਟ ਪਾਸ ਕਰ ਸਕਦਾ, ਬਸ ਇੰਨੀ ਪਾਵਰ ਹੈ। ਪੰਜਾਬ ਯੂਨੀਵਰਸਿਟੀ ਦੇ DSW ਦਾ ਕੀ ਨਾਮ ਹੈ? ਵੂਮਨ ਤੇ ਮੈਨ ਦੋਨੋਂ। ਸੈਕਿੰਡ ਕੁਐਸਚਨ ਮੇਰਾ ਤੁਹਾਡਾ UIHTM ਡਿਪਾਰਟਮੈਂਟ ਕਿੱਥੇ ਹੈ? UIHTM ਹੋਟਲ ਮੈਨੇਜਮੈਂਟ ਡਿਪਾਰਟਮੈਂਟ ਆਪਣੇ ਨਾਰਥ ਕੈਂਪਸ ਤੇ ਕੋਲ ਆ ਜੀ, ਟੂਸੀ ਦੇ ਸਾਹਮਣੇ। ਟੂਸੀ ਦੇ ਸਾਹਮਣੇ ਮਤਲਬ ਨੇੜੇ ਹੈ ਜੀ। ਕਿਸੇ ਵੱਲੋਂ ਵੀ ਨੋ ਨਹੀਂ। ਆਪਾਂ ਡਿਪਾਰਟਮੈਂਟਸ 100+ ਨੇ। ਠੀਕ ਹੈ।
4 ਦੇ ਰਾਊਂਡ ਨੇ ਤੇ 62 ਦੇ ਵਿੱਚ VOTING ਹੁੰਦੀ ਹੈ ਜੀ। 73 ਟੀਚਿੰਗ ਡਿਪਾਰਟਮੈਂਟ ਨੇ ਤੇ 68 ਦੇ ਵਿੱਚ VOTING ਹੁੰਦੀ ਹੈ। ਤਾਂ ਹੁਣ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛੂੰਗੀ, ਸਭ ਤੋਂ ਕਾਮਨ ਕੁਐਸਚਨ, ਬਟ ਯੂ ਹੈਵ ਟੂ ਆਨਸਰ ਇਟ ਇਨ 30 ਸੈਕਿੰਡਸ ਓਨਲੀ। ਮਾਈਕ ਵਿਦਡਰਾ ਕਰ ਲਾਂਗੇ ਅਸੀਂ ਜੇ ਤੁਸੀਂ ਜ਼ਿਆਦਾ ਟਾਈਮ ਲਗਾਇਆ, ਟਾਈਮ ਦੀ ਸ਼ੌਰਟੇਜ। ਤਾਂ ਕੁਐਸਚਨ ਮੇਰਾ ਇਹ ਹੈ ਕਿ ਜੇ ਤੁਸੀਂ ਕਾਊਂਸਲ 'ਚ ਆਉਂਦੇ ਹੋ ਤਾਂ ਪ੍ਰਾਇੋਰਿਟੀ ਲਿਸਟ ਤੇ 3 ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਵਾਓਗੇ? ਪਲੀਜ਼ ਡਿਟੇਲਡ ਆਨਸਰ ਨਹੀਂ ਦੇਣਾ, ਬੀ ਪ੍ਰੀਸਾਈਜ਼। 30 ਸੈਕਿੰਡਸ। A vote is like a rifle. Its usefulness depends on its user. ਮੈਂ ਕਮਲਦੀਪ ਸਿੰਘ ਪੀਯੂ ਪਲਸ ਵੱਲੋਂ ਅੱਜ ਜੁੜਿਆ ਤੁਹਾਡੇ ਨਾਲ। ਜਿਵੇਂ ਵੀ ਆਪਾਂ ਜਾਣਦੇ ਹਾਂ ਕਿ ਪੀਯੂ ਵਿੱਚ ਵੋਟਾਂ ਦਾ ਮਾਹੌਲ ਪੂਰਾ ਭਖ ਚੁੱਕਿਆ ਹੈ ਤੇ 18 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਅੱਜ ਸਾਡੇ ਨਾਲ ਸਾਰੇ ਕੈਂਡੀਡੇਟਸ ਇੱਥੇ ਮੌਜੂਦ ਨੇ ਜਿੱਥੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਨਮਸਕਾਰ ਦੋਸਤੋ, ਆਈ ਐਮ ਕ੍ਰਿਤਿਕਾ ਫਰੋਮ ਪੀਯੂ ਪਲਸ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹਿਸਟੋਰੀਕਲ ਇਵੈਂਟ ਹੈ ਜਿਹਦੇ ਵਿੱਚ ਸਾਡੇ ਕੋਲ ਨੇ 8 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਤੇ ਵੀ ਪ੍ਰੈਜ਼ੈਂਟ ਯੂ ਦ ਫਾਈਨਲ ਚੈਪਟਰ ਔਨ ਵੋਟਾਂ ਪੀਯੂ ਦੀਆਂ, ਅ ਡਿਬੇਟ ਵਿਚ ਇਜ਼ ਕਾਲਡ ਨੋ ਯੋਰ ਪ੍ਰੈਜ਼ੀਡੈਂਟ। ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ 8 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਈਆਂ ਰੀਸੈਂਟ ਕੰਟਰੋਵਰਸੀਜ਼ ਤੇ ਇਨਸੀਡੈਂਟਸ ਦੇ ਬਾਰੇ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਲਈਏ ਉਹ ਹੈ ਵਿਚਾਰਧਾਰਾ ਦੀ। ਵਿਚਾਰਧਾਰਾ ਆਪਾਂ ਨੂੰ ਸੁਣਨ ਵਿੱਚ ਬਹੁਤ ਵੱਡਾ ਸ਼ਬਦ ਲੱਗਦਾ ਹੈ, ਪਰ ਕਿਤੇ ਨਾ ਕਿਤੇ ਦੇਖੀਏ ਕਿ ਪਾਰਟੀਜ਼ ਹਮੇਸ਼ਾ ਕਲੇਮ ਕਰਦੀਆਂ ਨੇ ਕਿ ਅਸੀਂ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਹਾਂ, ਪਰ ਆਪਾਂ ਪਿੱਛੇ ਦਿਨ ਹੀ ਦੇਖਿਆ ਕਿ ਇੱਕ ਜਿਹੜੀ ਫੋਟੋ ਹੈ ਭਗਤ ਸਿੰਘ ਦੀ ਫੋਟੋ, ਉਹ ਸਾਨੂੰ ਕਾਫੀ ਪਾਰਟੀਜ਼ ਦੇ ਪੋਸਟਰਸ 'ਤੇ ਦੇਖਣ ਨੂੰ ਮਿਲਦੀ ਹੈ। ਜਿੱਥੇ ਕਿ PSU ਦਾ ਪੈਸੀਫਿਸਟ ਦੀ ਗੱਲ ਕਰੀਏ, ਉਹਨਾਂ ਦੇ ਪੋਸਟਰਸ 'ਤੇ ਹਮੇਸ਼ਾ ਭਗਤ ਸਿੰਘ ਦੀ ਫੋਟੋ ਦੇਖਦੇ ਹਾਂ। ਉੱਥੇ ਆਪਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇਸ ਵਾਰ ABVP ਤੇ CYSS ਦੇ ਪੋਸਟਰਸ 'ਤੇ ਵੀ ਆਪਾਂ ਨੂੰ ਭਗਤ ਸਿੰਘ ਦੀ ਫੋਟੋ ਦੇਖਣ ਨੂੰ ਮਿਲਦੀ ਹੈ। ਤੇ ਸਭ ਤੋਂ ਪਹਿਲਾਂ ਆਪਾਂ ABVP ਕੋਲ ਹੀ ਚੱਲਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਜਿਵੇਂ ਤੁਹਾਡੀ ਵਿਚਾਰਧਾਰਾ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਨੈਸ਼ਨਲ ਪੋਲੀਟਿਕਸ ਦੇਖੀਏ ਤਾਂ ਉਹ ਕਿਤੇ ਨਾ ਕਿਤੇ ਆਪਾਂ ਦੇਖੀਏ ਕਿ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਥੋੜੀ ਕॉन्ट्राडिक्ट ਕਰਦੀ ਹੈ। ਤਾਂ ਤੁਸੀਂ ਇਸ ਚੀज़ ਨੂੰ ਕਿਸ ਤਰ੍ਹਾਂ ਦੇਖਦੇ ਹੋ? देखिए, भगत सिंह की विचारधारा, अगर आप भगत सिंह बोलते थे कि देश आज़ाद होना चाहिए, सब लोग इकट्ठे रहने चाहिए, सब स्टेट इकट्ठे रहने चाहिए, तो भगत सिंह की विचारधारा थी क्या कि जो देश समृद्ध हो, देश मजबूत हो, देश को जो टुकड़े टुकड़े करने की बात करते हैं वो अलग हो। अब दूसरी बात आपको क्लियर करना चाहता हूँ। आपने नाम लिया SFS का, आपने नाम लिया PSU का, आपने नाम लिया आम आदमी पार्टी की स्टूडेंट विंग का। ये सब बोलते हैं भगत सिंह की विचारधारा फॉलो करते हैं। जब ये सिमरजीत मान सिंह जब बोलते हैं कि भगत सिंह आतंकवादी था, एक ऑर्गेनाइजेशन बताए यहाँ खड़ी हो जिसने कहा हो कि इनकी गलत स्टेटमेंट थी। सिर्फ एक ऑर्गेनाइजेशन ABVP ने प्रोटेस्ट किया सिमरजीत मान के खिलाफ। हमने हिम्मत रखी क्योंकि ये लोग डरते हैं उन लोगों से, लेकिन हम लोगों ने अड़ के आए और सिमरजीत मान के खिलाफ प्रोटेस्ट किया। हम भगत सिंह की विचारधारा को फॉलो करते हैं। ये तो ढोंग करते हैं दिखाने का कि हम राष्ट्रवादी लोग हैं। ਤੋ ਮੈਂ ਕੈਂਡੀਡੇਟਸ ਨੂੰ ਇੱਕ ਹੋਰ ਅਪੀਲ ਕਰੂੰਗਾ, ਆਪਣੇ ਜਵਾਬ ਛੋਟੇ ਰੱਖੋ, 15 ਤੋਂ 30 ਸੈਕਿੰਡ ਦੇ ਵਿੱਚ ਕਵਰ ਕਰੋ। ਅਤੇ ਤੁਹਾਡੇ 'ਤੇ ਜਿਵੇਂ ਆਪਾਂ ਗੱਲ ਕਰ ਲਈ SFS 'ਤੇ ਜਾਂ ਬਾਕੀ ਪਾਰਟੀਆਂ ਕੋਲ ਵੀ ਆਪਾਂ ਆਉਂਦੇ ਹਾਂ, ਇਹ ਐਲੀਗੇਸ਼ਨ ਲੱਗੀ ਕਿ ਤੁਸੀਂ ਉਹ ਚੀਜ਼ ਦੇ ਅਗੇਂਸਟ ਨਹੀਂ ਬੋਲੇ, ਭਾਵੇਂ ਤੁਹਾਡੇ ਪੋਸਟਰਾਂ 'ਤੇ ਭਗਤ ਸਿੰਘ ਦੀ ਫੋਟੋ ਲੱਗਦੀ ਹੈ, ਪਰ ਤੁਸੀਂ ਉਹਦੀ ਵਿਚਾਰਧਾਰਾ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰੋਟੈਕਟ ਨਹੀਂ ਕਰਦੇ। ਮਤਲਬ ਭਗਤ ਸਿੰਘ ਦੀ ਜਿੰਨੇ ਵੀ ਪਿਛਲੇ ਟਾਈਮ ਦੇ ਵਿੱਚ ਕਿਰਦਾਰਕੁਸ਼ੀ ਹੋਈ ਹੈ ਉਹਦੇ ਅਗੇਂਸਟ ਆਪਾਂ ਪੋਸਟਾਂ ਵੀ ਪਾਈਆਂ ਨੇ, ਚਾਹੇ ਉਹ ਸਟੂਡੈਂਟ ਫॉर ਸੁਸਾਇਟੀ ਦੇ ਪੇਜ 'ਤੇ ਹੋਣ। ਮਤਲਬ ਇਹ ਤਾਂ ਪਤਾ ਨਹੀਂ ਇੱਥੇ ਫੇਕ ਤੁਰ ਕੇ ਮੂੰਹ ਚੱਕ ਕੇ ਆ ਜਾਂਦੇ ਨੇ ਵੀ ਕੁਛ ਨਹੀਂ ਕੀਤਾ ਗਾ। ਭਗਤ ਸਿੰਘ ਦੀ ਵਿਚਾਰਧਾਰਾ ਹੈਗੀ ਹੈ ਲੁੱਟ ਰਹਿਤ ਸਮਾਜ ਹੋਵੇ, ਅਤੇ ਇਹਨਾਂ ਦੀ ਆਪਦੀ ਸਰਕਾਰ ਹੈ ਜਿਹੜੀ, ਉਹਨਾਂ ਨੇ ਸਾਡੇ ਕਿਸਾਨਾਂ ਨੂੰ 1 ਸਾਲ ਧਰਨੇ 'ਤੇ ਬਿਠਾਈ ਰੱਖਿਆ। ਸਿੰਘੂ ਬਾਰਡਰ ਕਾਲੇ ਕਾਨੂੰਨ ਲੈ ਕੇ ਆਉਂਦੇ, ਠੀਕ ਹੈ, ਉੱਥੇ 800 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ। ਲਗਾਤਾਰ ਲੱਖਾਂ ਕਿਸਾਨਾਂ ਸੁਸਾਈਡ ਕਰ ਰਹੇ ਨੇ। ਮਤਲਬ ਇਹ ਤਾਂ ਮਤਲਬ ਇਹਨਾਂ ਦਾ ਤਾਂ ਕੋਈ ਹੱਕ ਹੀ ਨਹੀਂ ਬਣਦਾ ਵੀ ਇਹ ਭਗਤ ਸਿੰਘ ਦੇ ਅਸਲੀ ਜਿਹੜੇ ਉਹ ਲੈਗੇਸੀ ਫੋਲੋ ਕਰਨ ਵਾਲੇ ਬਣਦੇ ਨੇ। ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਹੈਗਾ ਇਹ ਸਵਾਲ ਪੁੱਛਣ ਦਾ। ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਅਸੀਂ ਇਸ ਕੈਂਪਸ ਦੇ ਵਿੱਚ ਪਿਛਲੇ 12 ਸਾਲ ਤੋਂ ਲਾਗੂ ਕਰ ਰਹੇ ਹਾਂ। ਲੁੱਟ ਰਹਿਤ ਸਮਾਜ ਦੀ ਅਸੀਂ ਗੱਲ ਕਰਦੇ ਹਾਂ। ਇਹ ਤਾਂ ਇਹ ਚਮਚੇ ਨੇ ਇੱਥੇ ਜਿਹੜੇ ਉੱਥੇ ਬੋਲਣ ਨੂੰ ਆ ਜਾਂਦੇ ਨੇ। ਚਲੋ ਇਹ ਕਾਫੀ ਵੱਡੇ ਦਲੀਲਾਂ ਪੇਸ਼ ਕੀਤੀਆਂ ਗਈਆਂ ਉਹਨਾਂ ਵੱਲੋਂ। ਮੈਂ CYSS ਦੇ ਕੈਂਡੀਡੇਟ ਕੋਲ ਆਊਂਗਾ। ਤੁਹਾਡਾ ਇਸ 'ਤੇ ਕੀ ਟੇਕ ਹੈ ਕਿ ਤੁਸੀਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਕਿੰਨਾ ਕੁ ਪ੍ਰੋਟੈਕਟ ਕਰਦੇ ਹੋ, ਜਾਂ ਜਿਵੇਂ ਕਿ ਐਲੀਗੇਸ਼ਨਸ ਲੱਗੇ ਤੁਸੀਂ ਉਹਨਾਂ ਦੇ ਅਗੇਂਸਟ ਨਹੀਂ ਬੋਲਦੇ, ਤੁਹਾਡਾ ਇਸ 'ਤੇ ਕੀ ਸਟੈਂਡ ਹੈ? ਦੇਖੋ ਜੀ, ਅਸੀਂ ਤਾਂ ਸਾਡਾ ਆਰਗੇਨਾਈਜੇਸ਼ਨ ਹੀ CYSS ਬਣਿਆ ਹੀ ਭਗਤ ਸਿੰਘ ਦੇ ਜਨਮ ਦਿਵਸ 'ਤੇ 2014 'ਚ 28 ਸਤੰਬਰ ਨੂੰ, ਅਤੇ ਅਸੀਂ ਉਹਨਾਂ ਦੀ ਲੈਗੇਸੀ ਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਫੋਲੋ ਕਰਦੇ ਹਾਂ। ਅਤੇ ਗੱਲ ਇਹਨਾਂ ਨੇ ਕੀਤੀ ਸਿਮਰਨਜੀਤ ਸਿੰਘ ਮਾਨ ਜੀ, ਉਹਨਾਂ ਦੀ ਤਾਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਸਾਡੀ ਜਿਹੜੇ ਹੈਗੇ ਆ ਆਗੂ ਹੈਗੇ ਸਾਡੇ ਪੋਲੀਟੀਕਲ, ਉਹਨਾਂ ਨੇ ਵੀ ਗੱਲ ਇੱਕ ਪ੍ਰੋਪਰ ਤਰੀਕੇ ਨਾਲ ਢੰਗ ਦੇ ਨਾਲ ਰੱਖੀ, ਅਤੇ ਉਹਨਾਂ ਦੀ ਲੈਗੇਸੀ ਨੂੰ ਕੋਈ ਇੱਥੇ ਠੇਸ ਪਹੁੰਚਾ ਨਹੀਂ ਸਕਦਾ। ਅਸੀਂ ਖੜ੍ਹੇ ਹਾਂ, ਸਾਡਾ ਤਾਂ ਆਰਗੇਨਾਈਜੇਸ਼ਨ ਵੀ ਉਹਨਾਂ ਦੇ ਜਨਮ ਦਿਵਸ 'ਤੇ ਬਣਿਆ ਸੀਗਾ, ਤਾਂ ਕਰਕੇ ਅਸੀਂ ਉਹਨਾਂ ਦੀ ਫੋਟੋ ਪੋਸਟਰ ਲਾਉਂਦੇ ਹਾਂ। ਅਸੀਂ ਹੱਕਦਾਰ ਹੈਗੇ ਹਾਂ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਇਸ ਚੀਜ਼ ਤੋਂ।
ਤੇ ਅਸੀਂ ਪੂਰੇ ਵਧੀਆ ਤਰੀਕੇ ਨਾਲ ਉਹਨਾਂ ਦੇ ਵਿਚਾਰਾਂ ਨੂੰ ਪੂਰੇ ਫੋਲੋ ਕਰਦੇ ਹਾਂ। ਠੀਕ ਹੈ ਇਹਨਾਂ ਵੱਲੋਂ ਦਾਅਵਾ ਕੀਤਾ ਕਿ ਇਹ ਭਗਤ ਸਿੰਘ ਦੀ ਫੋਟੋ ਲਾਉਣ ਦੇ ਹੱਕਦਾਰ ਨੇ, ਤੁਹਾਡਾ ਇਸ ਤੇ ਕੀ ਸਟੈਂਡ ਹੈ? ਦੇਖੋ ਜੀ, ਭਗਤ ਸਿੰਘ ਨੂੰ ਜਿਹੜਾ ਸੀਮਿਤ ਕੀਤਾ ਜਾ ਰਿਹਾ ਵੀ ਪੀੜੀਆਂ ਪੱਗਾਂ ਤੱਕ, ਖਟਕਰ ਖਲਾਂ 'ਚ ਆਪਣੀ ਸਹੁੰ ਚੁੱਕ ਸਮਾਰੋਹ ਕਰਨ ਤੱਕ, ਭਗਤ ਸਿੰਘ ਇੱਥੇ ਤੱਕ ਲਿਮਿਟਡ ਨਹੀਂ ਸੀਗਾ ਵੀ ਆਪਾਂ ਭਗਤ ਸਿੰਘ ਦਾ ਜਨਮ ਦਿਨ ਇੱਥੇ ਮਨਾਇਆ। ਵੀ PSU ਲਲਕਾਰ ਨੇ ਵੱਧ ਚੜ੍ਹ ਕੇ ਅੱਗੇ ਹੋ ਕੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ, ਭਗਤ ਸਿੰਘ ਦੇ ਜਨਮ ਦਿਵਸ 'ਤੇ ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੇ ਲੇਖ ਅਸੀਂ ਸਟੂਡੈਂਟਸ 'ਤੇ ਲੈ ਕੇ ਗਏ। ਅੱਜ ਸਾਰੀ ਯੂਨੀਵਰਸਿਟੀ 'ਚ ਅਗਰ ਭਗਤ ਸਿੰਘ ਦੇ ਲੇਖ ਸਟੂਡੈਂਟ ਪੜ੍ਹ ਰਹੇ ਆ ਤਾਂ PSU ਲਲਕਾਰ ਦੀ ਉਸ ਚੀਜ਼ 'ਚ ਇੱਕ ਅਹਿਮ ਭੂਮਿਕਾ ਹੈ। ਅਸੀਂ ਹਮੇਸ਼ਾ ਬੁੱਕ ਐਗਜ਼ੀਬਿਸ਼ਨ ਲਾਉਂਦੇ ਹਾਂ, ਸਟੂਡੈਂਟ ਸੈਂਟਰ 'ਤੇ ਲਾਇਆ, ਇੱਥੇ ਈਵਨਿੰਗ ਡਿਪਾਰਟਮੈਂਟ ਦੇ ਬਾਹਰ ਲਾਇਆ। ਉੱਥੇ ਤੁਹਾਡੀ ਮਤਲਬ ਸਾਰੀ ਜਿੰਨੇ ਵੀ ਮੀਡੀਆ ਪੀਪਲ ਵੀ ਨੇ ਇੱਥੇ ਪੰਜਾਬ ਯੂਨੀਵਰਸਿਟੀ, ਸਾਰਿਆਂ ਨੇ ਉਹ ਚੀਜ਼ ਕਵਰ ਕੀਤੀ। ਤਾਂ ਸਾਰੇ ਜਾਣਦੇ ਆ ਕਿ ਪੰਜਾਬ PSU ਲਲਕਾਰ ਭਗਤ ਸਿੰਘ ਨੂੰ ਸਿਰਫ ਫੋਟੋ ਲਾਉਣ ਤੱਕ ਜਾਂ ਫਿਰ ਸਿਰਫ ਨਾਮ ਲੈਣ ਤੱਕ ਸੀਮਿਤ ਨਹੀਂ ਰੱਖਦੀ। ਭਗਤ ਸਿੰਘ ਦੇ ਵਿਚਾਰਾਂ 'ਤੇ ਗੱਲ ਕਰਦੀ ਆ, ਚਰਚਾ ਕਰਦੀ ਆ। ਅਤੇ ਜਿੱਥੇ ਤੱਕ ਜਿਨ੍ਹਾਂ ਨੇ ਐਲੀਗੇਸ਼ਨਸ ਲਾਏ ਨੇ ਕਿ ਸਿਮਰਨਜੀਤ ਸਿੰਘ ਮਾਨ ਵਾਲੇ ਬਿਆਨ ਤੇ ਕੁਛ ਜਵਾਬ ਨਹੀਂ ਦਿੱਤਾ ਗਿਆ, ਉਹ ਆਪਣੀ ਇੱਥੇ ਰਿਸਰਚ ਕਰਕੇ ਆਉਣ, ਜਾਂਚ ਪੜਤਾਲ ਕਰਕੇ ਆਉਣ, ਬਾਕੀ ਪਾਰਟੀਆਂ ਦੀ ਜੋ ਵੀ ਉਹਨਾਂ 'ਤੇ ਐਕਟੀਵਿਟੀ ਰਹੀ ਹੈ ਉਹ ਦੇਖ ਕੇ ਆਉਣ। PSU ਲਲਕਾਰ ਨੇ ਇਹਦਾ ਇੱਕ ਡਟਵਾਂ ਵਿਰੋਧ ਕੀਤਾ ਸੀ ਅਤੇ ਆਪਣੀ ਸਟੇਟਮੈਂਟ ਵੀ ਜਾਰੀ ਕੀਤੀ ਸੀ, ਇਹਦੇ ਖਿਲਾਫ ਬੋਲੇ ਵੀ ਸੀਗੇ। ਠੀਕ ਹੈ, ਗੁਰਜੀਤ ਦਾ ਕਹਿਣਾ ਹੈ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੇਖਾਂ ਅਤੇ ਕਿਤਾਬਾਂ ਨਾਲ ਅੱਗੇ ਲੈ ਕੇ ਜਾਂਦੇ ਨੇ। ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ ਸਟੂਡੈਂਟ ਪਾਰਟੀਆਂ ਨੇ ਉਹ ਕਲੇਮ ਕਰਦੀਆਂ ਕਿ PU ਦੇ ਵਿੱਚ ਮਨੀ ਤੇ ਮਸਲ ਪਾਵਰ ਹਜੇ ਵੀ ਰੂਲ ਕਰ ਰਹੀ ਹੈ ਤੇ ਉਹ ਪ੍ਰਚਾਰ ਵੀ ਇਹ ਕਰਕੇ ਕਰ ਰਹੇ ਨੇ ਕਿ ਤੁਸੀਂ ਇਸ ਵਾਰੀ PU ਦੇ ਵਿੱਚ ਸਟੂਡੈਂਟ ਪਾਰਟੀ ਲੈ ਕੇ ਆਓ। ਤਾਂ ਜਾਣਦੇ ਹਾਂ ਇਹਨਾਂ ਦਾ ਕੀ ਕਹਿਣਾ ਇਸ ਗੱਲ 'ਤੇ, ਤੁਹਾਡਾ ਕੀ ਕਹਿਣਾ? ਹਾਂਜੀ ਮੈਮ, ਮੈਂ ਸ਼ਿਵਾਲੀ, ਪੁੱਸੂ ਪਾਰਟੀ ਤੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ। ਇਹ ਜਿਹੜਾ ਕਲੇਮ ਹੈ ਇਹ ਕੋਈ ਵੀ ਝੁਠਲਾ ਨਹੀਂ ਸਕਦਾ ਕਿਉਂਕਿ ਇਹ ਸ਼ਰੇਆਮ ਹੋ ਰਿਹਾ ਹੈ। ਕੋਈ ਇਹ ਤੋਂ ਲੁਕਾਈ ਨਹੀਂ ਹੈਗੀ ਕਿ ਬॉयज़ ਹੌਸਟਲ ਦੇ ਵਿੱਚ ਸ਼ਰਾਬ ਵੰਡੀ ਜਾ ਰਹੀ ਹੈ, ਨਸ਼ੇ ਵੰਡੇ ਜਾ ਰਹੇ ਨੇ, ਫ੍ਰੀ ਪਾਰਟੀਆਂ ਕਰਵਾਈਆਂ ਜਾ ਰਹੀਆਂ ਨੇ, ਬਿਊਟੀ ਪਾਰਲਰ ਦੇ ਪਾਸਿਸ ਵੰਡੇ ਜਾ ਰਹੇ ਨੇ। ਇਹ 'ਚ ਕੋਈ ਵੀ ਡਿਨਾਈ ਨਹੀਂ ਕਰ ਸਕਦਾ। ਤਾਂ ਇਹ ਕਲੇਮ ਹੈ ਜਿਹੜਾ ਕਿ ਮਨੀ ਤੇ ਮਸਲ ਪਾਵਰ, ਉਹ ਤਾਂ ਤੁਸੀਂ ਵੈਸੇ ਵੀ ਦੇਖ ਲਿਆ ਹੋਣਾ ਕਿ ਕਿਵੇਂ ਗੈਸਟ ਹਾਊਸ ਦੇ ਵਿੱਚ MLA MP ਆਏ ਬੈਠੇ ਨੇ। ਸਟੂਡੈਂਟਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ। ਸਾਡੇ ਆਈ ਕਾਰਡ ਦੇਖ ਕੇ ਅੰਦਰ ਵੜ ਜਾਂਦੇ ਨੇ। ਅਸੀਂ 3 ਨੰਬਰ ਗੇਟ ਤੋਂ ਕੱਲ੍ਹ ਮੈਂ 10 ਮਿੰਟ ਦੇ ਅੰਦਰ 2 ਵਾਰ ਆਈ ਹਾਂ, ਦੋਨੇ ਵਾਰ ਮੇਰਾ ਆਈ ਕਾਰਡ ਚੈੱਕ ਹੋਇਆ। MLA MP ਆ ਕੇ ਗੈਸਟ ਹਾਊਸ 'ਚ ਕਿਵੇਂ ਬੈਠੇ ਨੇ, ਕੀ ਕਰ ਰਹੇ ਨੇ? ਉਹ ਇੱਥੇ ਫੰਡ ਦੇਣ ਆਏ ਨੇ, ਪੈਸੇ ਦੇਣ ਆਏ ਨੇ। ਤਾਂ ਮਨੀ ਮਸਲ ਪਾਵਰ ਤਾਂ ਹੈਗੀ ਹੋਈ ਹੈ। ਤੁਸੀਂ ਦੇਖਿਆ ਹੋਣਾ ਕਾਫਲਾ ਆਇਆ, ਥਾਰਾਂ, ਫੋਰਚੂਨਰ, ਲੈਂਬੋਰਗਿਨੀ, ਪਤਾ ਨਹੀਂ ਕੀ ਕੁਛ ਉੱਤਰ ਰਿਹਾ ਇੱਥੇ। ਉਹ ਸਟੂਡੈਂਟ ਤਾਂ ਨਹੀਂ ਅਫੋਰਡ ਕਰ ਸਕਦੇ, ਉਹ ਸਭ MLA MP ਹੀ ਲੈ ਕੇ ਆ ਰਹੇ ਨੇ। ਜਿਹੜੇ ਫਰੈਸ਼ਰ ਬੱਚੇ ਨੇ ਖਾਸ ਕਰ ਉਹਨਾਂ ਨੂੰ ਇੰਪਰੈਸ ਕੀਤਾ ਜਾ ਰਿਹਾ। ਅੱਜ ਮੈਂ ਇੱਕ ਗਰਲਸ ਹੌਸਟਲ 2 'ਚ ਗਈ ਸੀ, ਉੱਥੇ ਇੱਕ ਕੁੜੀ ਨੇ ਮੈਨੂੰ ਕਿਹਾ ਕਿ NSU ਇੱਕ ਬਹੁਤ ਵੱਡੀ ਪਾਰਟੀ ਹੈ, ਸੌਰੀ ਮੈਂ ਕਿਸੇ ਪਰਟੀਕੂਲਰ ਪਾਰਟੀ ਦਾ ਨਾਮ ਲਿੱਤਾ, ਕਿ ਇਹ ਬਹੁਤ ਵੱਡੀਆਂ ਪਾਰਟੀਆਂ ਨੇ। ਤਾਂ ਉਹ ਫਸਟ ਈਅਰ ਦੀ ਕੁੜੀ ਸੀ, ਉਹ ਸਿਰਫ ਇਸ ਗੱਲ ਤੋਂ ਇੰਪਰੈਸ ਸੀਗੀ ਕਿ ਹਾਂ ਇਹ ਬਹੁਤ ਵੱਡੀ ਪਾਰਟੀ ਹੈ, ਇਹਨਾਂ ਦੇ ਪਿੱਛੇ ਬਹੁਤ ਇਕੱਠ ਹੈ। ਉਹਨਾਂ ਨੂੰ ਆਈ ਨਹੀਂ ਪਤਾ ਉਹ ਭੋਲੇ ਨੇ ਕਿ ਉਹ ਆਊਟਸਾਈਡਰ ਨੇ, ਉਹ ਮਨੀ ਮਸਲ ਪਾਵਰ ਨਾਲ ਲਿਆਤੇ ਹੋਏ ਲੋਕ ਨੇ। ਤਾਂ ਇਹ ਚੀਜ਼ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਅਤੇ ਅਸੀਂ ਕਰਾਂਗੇ। ਮੈਂ ਕੈਂਡੀਡੇਟਸ ਨੂੰ ਫੇਰ ਕਹੂੰਗਾ ਕਿ ਆਪਣੇ ਜਿਹੜੇ ਆਨਸਰ ਨੇ ਉਹ ਸੀਮਿਤ ਰੱਖਣ 15 ਤੋਂ 30 ਸੈਕਿੰਡ ਤੱਕ। ਤੁਹਾਡਾ ਕੀ ਕਹਿਣਾ ਇਸ ਗੱਲ 'ਤੇ? ਦੇਖੋ, ਮਨੀ ਮਸਲ ਪਾਵਰ ਦੀ ਪੋਲਿਟਿਕਸ ਬਸ ਇੱਥੇ ਤੱਕ ਲਿਮਿਟਡ ਨਹੀਂ ਹੈ। ਜਿਹੜੀਆਂ ਪੋਲੀਟੀਕਲ ਪਾਰਟੀ ਦੀ ਸਟੂਡੈਂਟ ਵਿੰਗਸ ਨੇ, ਜਿਹੜੇ ਇੱਥੇ ਦਾਅਵਾ ਕਰਦੇ ਆ ਸਟੂਡੈਂਟ ਪਾਰਟੀ ਹੋਣ ਦਾ, ਉਹਨਾਂ ਦੇ ਵੀ ਸਟicker ਇੱਥੇ ਹਵਾ ਵਿੱਚ ਉਛਾਲੇ ਜਾ ਰਹੇ ਨੇ। ਕੱਲ੍ਹ ਰੈਲੀਆਂ ਕੱਢੀਆਂ ਗਈਆਂ, ਆਪਾਂ ਇੱਥੇ ਬॉयज़ ਹੋਸਟਲ 2 ਵਾਲੀ ਰੋਡ 'ਤੇ ਦੇਖ ਸਕਦੇ ਹਾਂ ਕਿ ਕਿੰਨੇ ਉੱਥੇ ਪੋਸਟਰ ਪਏ ਨੇ, ਬੈਨਰ ਪਏ ਨੇ, ਸਟicker ਪਏ ਨੇ। ਤਾਂ ਇੱਥੇ ਜਿਹੜੇ ਇਸ ਤਰੀਕੇ ਦੀ ਪੋਲਿਟਿਕਸ ਕਰ ਰਹੇ ਆ ਉਹ ਬਸ ਪੋਲੀਟੀਕਲ ਪਾਰਟੀ ਤੱਕ ਸੀਮਿਤ ਨਹੀਂ ਹੈਗੇ, ਉਹ ਵੀ ਨੇ ਜਿਹੜੇ ਸਟੂਡੈਂਟ ਪਾਰਟੀ ਹੋਣ ਦਾ ਦਾਅਵਾ ਕਰਦੇ ਆ। ਤੁਸੀਂ ਪਾਰਟੀ ਦਾ ਨਾਮ ਦੱਸ ਸਕਦੇ ਹੋ ਜਿਹਦੀ ਤੁਸੀਂ ਗੱਲ ਕਰ ਰਹੇ ਹੋ? ਜੀ, ਇੱਥੇ ਪੂਸੂ ਨੇ ਕੱਲ੍ਹ ਉੱਥੇ ਪਾਰਟੀ ਕਰਦੀ ਹੈ। ਕਿਸੇ ਵੀ ਬॉयज़ ਹੋਸਟਲ, ਗਰਲਸ ਹੋਸਟਲ ਚਲ ਜਾਈਏ, ਇਹਨਾਂ ਦੇ ਇੱਥੇ ਪੋਸਟਰ, ਮੇਰੀ ਗੱਲ ਪੂਰੀ ਹੋਣ ਦਿਓ ਪਲੀਜ਼। ਉੱਥੇ ਉਹਨਾਂ ਦੇ ਪੋਸਟਰ, ਪੈਨਲ ਕੋਡ ਵਾਲੇ ਸਟicker ਸਾਰੇ ਉੱਥੇ ਐ ਖਿਲਰੇ ਪਏ ਆ। ਉਹ ਫ੍ਰੀ 'ਚ ਤਾਂ ਨਹੀਂ ਆਉਂਦੇ, ਪੈਸਾ ਦੇ ਤਾਂ ਉੱਥੇ ਵੀ ਇਸਤੇਮਾਲ ਹੁੰਦਾ। ਨਾਲੇ ਲੈਂਬੋਰਗਿਨੀ ਤੇ ਆਡੀ ਮਰਸਰੀ ਜਿਹੜੀ ਗੱਡੀਆਂ ਦੇ ਨਾਲ ਪਜੈਰੋ ਵੀ ਸਸਤੀ ਨਹੀਂ ਹੈਗੀ। ਕੀ ਕਹਿਣਾ ਤੁਹਾਡਾ ਇਸ ਗੱਲ 'ਤੇ? ਤੁਹਾਡੀ ਐਲੀਗੇਸ਼ਨ ਲਗਾਈ ਗਈ ਹੈ ਕਿ ਤੁਸੀਂ ਵੀ ਪਹਿਲਾਂ ਤਾਂ ਤੁਸੀਂ ਮੈਨੂੰ ਪਲੀਜ਼ ਉਹ ਹੋਸਟਲ ਦਾ ਨਾਮ ਦੱਸ ਦਿਓ ਜਿਹਦੇ ਬਾਹਰ ਤੁਸੀਂ ਪੁੱਸੂ ਦੇ ਪੈਨਲ ਕੋਡ ਡਿੱਗੇ ਦੇਖੇ ਨੇ। ਹਾਂ, ਹੋ ਸਕਦਾ ਹੈ ਕਿ 1-2 ਆਪਣੇ ਪੈਨਲ ਕੋਡ ਜਿਹੜੇ ਲੱਗੇ ਹੋਏ ਹੈਗੇ ਨੇ ਜਾਂ 3-4 ਮਿਨੀਮਲ ਕਿਸ ਤੋਂ ਡਿੱਗ ਗਏ ਹੋਣ ਜਾਂ ਉੱਤਰ ਕੇ ਡਿੱਗ ਗਏ ਹੋਣ। ਅਸੀਂ ਕਿਸੇ ਵੀ ਪਾਰਟੀ ਵਾਂਗੂ ਹਵਾ 'ਚ ਨਹੀਂ ਉਡਾਏ। ਸਾਡੇ ਕੋਲ ਇੰਨਾ ਫੰਡ ਹੈ ਨਹੀਂ। ਜਿਹੜੀ ਤੁਸੀਂ ਪਜੈਰੋ ਮਰਸੀਡੀਜ਼ ਦੀ ਗੱਲ ਕੀਤੀ ਹੈ, 1-2 ਤਾਂ ਹਰ ਲੀਡਰ ਕੋਲ ਇੰਨਾ ਕੁ ਤਾਂ ਅਫੋਰਡ ਕੋਈ ਕਰ ਹੀ ਸਕਦਾ, ਪਰ ਐਵੇਂ ਨਹੀਂ ਕਿ ਕਾਫਿਲਾ ਉਤਾਰਿਆ ਹੋਇਆ ਸੀ ਕੋਈ। ਚਲੋ ਠੀਕ ਹੈ, ਆਪਾਂ ਮੰਨ ਲੈਂਦੇ ਹਾਂ ਕਿ ਅਫੋਰਡ ਕਰ ਸਕਦੇ ਹਾਂ। ਆਪਾਂ ਇੱਧਰ ਆਉਂਦੇ ਹਾਂ NSU ਕੋਲ। ਸ਼ਿਵਾਨੀ ਨੇ ਕਿਹਾ ਕਿ ਕੱਲ੍ਹ ਅਸੀਂ ਰੈਲੀ ਕੱਢੀ ਆ NSY ਦੀ, ਉੱਥੇ ਬਹੁਤ ਸਾਰੇ ਆਊਟਸਾਈਡਰ ਸੀਗੇ ਅਤੇ ਜੇ ਇੱਕ ਪ੍ਰੈਜ਼ੀਡੈਂਟ ਨੂੰ 4 ਵਾਰੀ ਆਪਦਾ ਆਈ ਕਾਰਡ ਦਿਖਾ ਕੇ ਐਂਟਰੀ ਮਿਲ ਰਹੀ ਆ ਅਤੇ ਅਸੀਂ ਆਊਟਸਾਈਡਰ ਇਹਨੇ ਕਿੱਥੋਂ ਲਿਆਵਾਂਗੇ? ਉਹਨਾਂ ਦਾ ਕਹਿਣਾ ਕਿ ਤੁਹਾਡੇ MPs ਤੇ MLAs ਇੱਥੇ ਤੇ ਮੇਰੀ ਗੱਲ ਮੈਂ ਇੱਕ ਗੱਲ ਇਹ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਦੇਖੋ, ਮੈਂ ਇੱਕ ਆਮ ਜਿਹੇ ਘਰਾਂ ਦਾ ਮੁੰਡਾ, ਮੇਰੇ ਫਾਦਰ ਸਾਹਿਬ ਖੇਤੀ ਕਰਦੇ ਨੇ, 3 ਕਿੱਲੇ ਜ਼ਮੀਨ ਆ, ਅਤੇ ਨਾ ਤਾਂ ਮੈਂ ਕਿਸੇ ਮਿਨਿਸਟਰ ਦਾ ਮੁੰਡਾ ਅਤੇ ਨਾ ਮੈਂ ਇੱਥੇ MLA MP ਦਾ ਹੱਥ ਆ ਸਿਰ 'ਤੇ। ਅਤੇ ਮੈਂ ਇਹੀ ਗੱਲ ਕਹੂੰਗਾ ਕਿ ਉਹਨਾਂ ਨੇ ਕਿਹਾ ਕਿ ਪੈਸਾ ਚੱਲ ਰਿਹਾ ਕੁਛ ਵੀ, ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ, ਕੋਈ ਵੀ ਇੱਦਾਂ ਦੀ ਗੱਲ ਨਹੀਂ ਹੈਗੀ।
ਤੇ ਜੇ ਇੱਕ ਪ੍ਰੈਜ਼ੀਡੈਂਟ ਕੈਂਡੀਡੇਟ 4 ਵਾਰੀ ਆਪਦਾ ਆਈ ਕਾਰਡ ਦਿਖਾ ਕੇ ਆ ਰਿਹਾ ਨਾ ਤੇ ਇੱਕ ਆਊਟਸਾਈਡਰ ਨਹੀਂ ਐਂਟਰ ਹੋ ਸਕਦਾ ਜੀ ਇਹ। ਚਲੋ ਠੀਕ ਆ, ਆਪਾਂ ਮੰਨ ਲੈਂਦੇ ਜਿਵੇਂ ਕਿਹਾ ਕਿ ਸਾਡੀ ਪਾਰਟੀ ਵੱਡੀ ਆ, ਇੱਕ ਬਹੁਤ ਵੱਡੀ ਪਾਰਟੀ ਆ, ਉਹ ਵੱਡੀ ਪਾਰਟੀ ਤਾਂ ਅਸੀਂ ਕੰਮ ਕੀਤੇ ਨੇ, ਤਾਂ ਸਾਡੇ ਨਾਲ ਬੱਚੇ ਜੁੜੇ ਨੇ, ਐਵੇਂ ਕੋਈ ਹਵਾ 'ਚ ਤੀਰ ਨਹੀਂ ਮਾਰਦੇ ਹੈਗੇ ਅਸੀਂ। ਚਲੋ ਆਪਾਂ ਮੰਨ ਲੈਂਦੇ ਕਿ NSUI ਆਊਟਸਾਈਡਰ ਲੈ ਕੇ ਨਹੀਂ ਆ ਰਹੀ, ਬਾਕੀ ਤਾਂ ਫੈਕਚੁਅਲ ਗੱਲਾਂ ਆਪਾਂ ਦੇਖਾਂਗੇ। ਮਾਧਵ ਤੁਹਾਡਾ ਕੀ ਟੇਕ ਹੈ? ਦੇਖੋ ਜੀ, ਮੈਂ ਇਹ ਗੱਲ ਕਰਨਾ ਚਾਹੂੰਗਾ, ਜੇ ਮਨੀ ਮਸਲ ਪਾਵਰ ਦੀ ਗੱਲ ਕਰਦੇ ਪਏ ਹੈ, ਸਾਡੀ ਯੂਨੀਵਰਸਿਟੀ ਦੇ ਵਿੱਚ ਇੰਨੇ MLA ਆ ਰਹੇ, ਇੰਨੇ MP ਆ ਰਹੇ ਹੈ, ਇਹ ਗੱਲਾਂ ਕਿੱਥੇ ਜਾ ਰਹੀਆਂ? ਦੇਖੋ ਜੀ, ਕਈਆਂ ਦੇ ਤਾਂ MLA ਉਹ ਵੀ ਆ ਰਹੇ ਹੈ ਜਿਹੜੇ ਪਹਿਲਾਂ ਜਿਨ੍ਹਾਂ ਤੇ ਕਾਰ ਚੋਰੀ ਦੇ ਪਰਚੇ ਪਏ ਹੋਏ ਹੈ, ਉਹ ਵੀ MLA ਇੱਥੇ ਆ ਕੇ ਬੱਚਿਆਂ ਨੂੰ ਕਹਿੰਦੇ ਪਏ ਹੈ, ਇਨਫਲੂਐਂਸ ਕਰਦੇ ਪਏ ਹੈ ਕਿ ਸਾਡੇ ਨਾਲ ਜੁੜੋ। ਅਸੀਂ ਕਿਹੜੀ ਰਾਜਨੀਤੀ ਕਰ ਰਹੇ ਹਾਂ? ਅਸੀਂ ਸਟੂਡੈਂਟ ਦੇ ਮੁੱਦਿਆਂ ਦੀ ਗੱਲ ਕਰੀਏ ਇੱਥੇ ਆ ਕੇ, ਕੁਝ ਹੋਰ ਭਟਕਾਈਏ ਨਾ ਉਹਨਾਂ ਨੂੰ। ਅਸੀਂ ਇੱਕ ਪਾਸੇ ਨਹੀਂ ਜਾ ਰਹੇ, ਅਸੀਂ ਆਪਣੀ ਹੀ ਵਿਚਾਰਧਾਰਾ ਲੈ ਕੇ ਜਾ ਰਹੇ ਹੈ, ਇੱਥੇ ਧਰਮਾਂ ਦੀ ਰਾਜਨੀਤੀ ਕਰਦੇ ਪਏ ਹੈ। ਅਸੀਂ ਸਟੂਡੈਂਟਸ ਦੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ? ਇਹ ਪੰਜਾਬ ਯੂਨੀਵਰਸਿਟੀ ਬੱਚਿਆਂ ਦੀ ਹੈ, ਸਟੂਡੈਂਟਸ ਦੀ ਹੈ, ਤੇ ਸਟੂਡੈਂਟਸ ਦੀ ਗੱਲ ਕਰੋ ਨਾ। ਤੁਸੀਂ ਹੋਰ ਹੀ ਕਿਤੇ ਪਾਸੇ ਲੈ ਕੇ ਜਾਈ ਜਾ ਰਹੇ ਹੋ, ਫਿਰ ਕਹਿੰਦੇ ਪੋਲਿੰਗ ਘੱਟ ਹੁੰਦੀ ਹੈ। ਚਲੋ ਮਾਧਵ ਦਾ ਕਹਿਣਾ ਕਿ ਮੁੱਦਿਆਂ ਤੇ ਗੱਲ ਕਰੋ। ਇੱਕ ਮਿੰਟ ਆਪਾਂ ਜੋ ਤੋਂ ਵੀ ਓਪੀਨੀਅਨ ਲੈ ਲਈਏ, ਤੁਹਾਡਾ ਕੀ ਓਪੀਨੀਅਨ ਹੈ? ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਕਿ ਜਾਂ ਮਨੀ ਮਸਲ ਜਿਹੜੀ ਪੋਲੀਟਿਕਸ ਹੁੰਦੀ ਹੈ ਉਸ ਤੇ ਕਿਵੇਂ ਦੇਖਦੇ ਹੋ ਕਿ ਉਹ ਮੁੱਦਿਆਂ ਤੋਂ ਭਟਕਾ ਦਿੰਦੀ ਹੈ? ਬਿਲਕੁਲ ਜੀ, ਮਸਲਿਆਂ ਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ। ਜਿਹੜੇ ਇੱਥੋਂ ਦੇ ਇਸ਼ੂਜ਼ ਨੇ, ਕਾਫੀ ਸਾਲਾਂ ਤੋਂ ਇੱਥੇ ਧਿਰਾਂ ਜਿਹੜੀਆਂ ਪੋਲੀਟੀਕਲ ਨੇ, ਦੂਜੀਆਂ ਨੇ ਇੱਥੇ ਸੱਤਾ ਦੇ ਕਾਬਜ਼ ਵੀ ਰਹੀਆਂ ਨੇ, ਉਹਨਾਂ ਕੋਲ ਪਿੱਛੇ ਏਡੇ ਏਡੇ ਵੱਡੇ ਕੈਡਰ ਵੀ ਸਨ। ਤੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਇੱਕ ਬੜੇ ਝਾੜੂ ਵਾਲੇ ਹੋ ਜਾਂ ਬੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਫ਼ ਸਫਾਈ ਦੀਆਂ ਗੱਲਾਂ ਕਰਨੇ ਆ। ਸਭ ਤੋਂ ਜ਼ਿਆਦਾ ਕੈਂਪਸ ਦੇ ਵਿੱਚ ਤੁਸੀਂ ਗੰਦ ਪਾਇਆ ਹੋਇਆ ਹੈ। ਤੁਹਾਡੇ MLA 5-5 MLA ਆ ਕੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਬੈਠੇ ਹੋਏ ਨੇ। ਮੀਤ ਹੇਅਰ ਆ ਕੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਬੈਠਾ ਹੋਇਆ ਹੈ। ਲੋਕੀ ਟੀਚਰ ਉਹਦੇ ਘਰਾਂ ਦੇ ਬਾਹਰ ਬੈਠੇ ਨੇ ਵੀ ਸਾਡੀ ਗੱਲ ਸੁਣ। ਉਹਦਾ ਕੰਮ ਹੈ ਪਾਲਿਸੀ ਬਣਾਉਣਾ। ਉਹ ਆ ਕੇ ਇੱਥੇ ਬੱਚਿਆਂ ਨੂੰ ਖਰੀਦਦਾ ਫਿਰਦਾ ਹੈ। ਹੋਸਟਲਾਂ ਦੇ ਵਿੱਚ ਬੱਚਿਆਂ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਉਹਨਾਂ ਨਾਲ ਫੋਟੋਆਂ ਖਿਚਾਈਆਂ ਜਾ ਰਹੀਆਂ ਨੇ। ਉਹ ਕਲਚਰ ਇੱਥੇ ਪ੍ਰਮੋਟ ਹੋ ਰਿਹਾ। ਪੰਜਾਬ ਦੀ ਗੌਰਨਮੈਂਟ ਦਾ ਸਾਰਾ ਜਿੰਨਾ ਇਨਫਰਾਸਟਰਕਚਰ ਹੈ, ਜਿੰਨੀਆਂ ਗੱਡੀਆਂ ਨੇ ਇੱਥੇ ਲਿਆ ਕਮਾਈਆਂ ਜਾ ਰਹੀਆਂ ਨੇ। ਤੁਸੀਂ ਦੇਖੋ ਕਿ ਜਿਹੜੇ ਬੱਚਿਆਂ ਨੂੰ ਸਾਰੇ ਗੱਲ ਕਰਦੇ ਆ ਵੀ ਇੱਥੇ ਐਂਟਰੀਆਂ ਦੀ ਗੱਲ ਏ, ਉਹਨਾਂ ਦੀਆਂ ਐਂਟਰੀਆਂ ਵੀ ਸਭ ਕੁਝ ਹੁੰਦੀਆਂ ਨੇ। ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੰਦਾ ਪਿੰਡ 'ਚ ਨਹੀਂ ਵੜਨ ਦਿੰਦਾ, ਉਹ ਹਲਕਾ ਇੰਚਾਰਜ ਲਿਆ ਕੇ ਇਹਨਾਂ ਕੁੜੀਆਂ ਦੇ ਕੈਂਪਸਾਂ ਦੇ ਵਿੱਚ ਲਿਆ ਕੇ ਆਪਣੀਆਂ ਹਵਾ ਬਣਾਉਣ ਲਈ ਸਿਰਫ ਉਹ ਬੰਦਿਆਂ ਨੂੰ ਇੱਥੇ ਲਿਆ ਕੇ ਵਿਖਾਇਆ ਜਾ ਰਿਹਾ। ਗਰਾਊਂਡ 'ਤੇ ਨਾ ਬਿਲਕੁਲ ਕਿਸੇ ਧਿਰ ਨੇ ਕੰਮ ਨਹੀਂ ਕੀਤਾ ਹੈ। ਜੇ ਕੰਮ ਕੀਤਾ ਹੁੰਦਾ ਤੇ ਇੱਥੇ ਉਹਨਾਂ ਨੂੰ ਲਿਆਉਣ ਦੀ ਨਿਰਾ ਹਵਾਵਾਂ ਦੇ ਵਿੱਚ ਫਿਰਨ ਦੀ ਲੋੜ ਨਹੀਂ ਸੀ। ਤੇ ਬਾਕੀ ਮੰਨ ਲੈਣਾ, ਠੀਕ ਹੈ। ਇੱਕ ਮਿੰਟ, ਮੈਂ ਇਹਨਾਂ ਦੇ ਕੁਐਸਚਨ ਦਾ ਇੱਕ ਫੋਲੋ ਅਪ ਕੁਐਸਚਨ ਲੈ ਲੈਣਾ ਚਾਹੂੰਗਾ। ਇੱਕ ਮਿੰਟ ਮੈਨੂੰ ਮੇਰੇ ਵੀਰੇ ਮਾਧਵ ਸ਼ਰਮਾ ਜੀ ਨੇ ਕਿਹਾ ਕਿ MLA MP ਆਏ ਨੇ, ਉਹ ਸਟੂਡੈਂਟਸ ਦੇ ਹੱਕਾਂ ਦੀ ਗੱਲ ਕਰ ਰਹੇ ਨੇ, ਤੇ ਉਹ ਹੱਕਾਂ ਦੀ ਗੱਲ ਸਟੂਡੈਂਟ ਸੈਂਟਰ 'ਤੇ ਜਾ ਕੇ ਕਰਨ, ਨਾ ਕਿ ਕਮਰਿਆਂ ਦੇ ਅੰਦਰ ਬੈਠ ਕੇ। ਕਿਉਂਕਿ ਕਮਰਿਆਂ ਦੇ ਅੰਦਰ ਬੈਠ ਕੇ ਕਿਹੜੀ ਸਟੂਡੈਂਟ ਦੇ ਹੱਕਾਂ ਦੀ ਗੱਲ ਹੁੰਦੀ ਆ? ਉਹ ਸਟੂਡੈਂਟ ਸੈਂਟਰ 'ਤੇ ਆਉਣ, ਸੈਂਟਰ 'ਤੇ ਆ ਕੇ ਦੱਸਣ ਵੀ ਅਸੀਂ ਤੁਹਾਨੂੰ ਇੰਨਾ ਫੰਡ ਦੇ ਰਹੇ ਹਾਂ, ਤੁਹਾਡੇ ਭਲਾਈ ਲਈ ਇਹ ਕੰਮ ਕਰਾਂਗੇ। ਉਹ ਸੈਂਟਰ 'ਤੇ ਆ ਕੇ ਕਹਿਣ, ਕਮਰਿਆਂ ਦੇ ਅੰਦਰ ਵੜ ਕੇ ਨਾ ਕਹਿਣ। ਚਲੋ ਠੀਕ ਹੈ। ਇੱਕ ਮਿੰਟ ਮੈਂ ਤੁਹਾਡੇ ਜਵਾਬ ਦਾ ਸਵਾਲ ਵੀ ਕਰ ਲਾਂ ਕਿ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵੈਸੇ ਤਾਂ ਝਾੜੂ ਵਾਲੀ ਪਾਰਟੀ ਹੈ, ਪਰ ਸਭ ਤੋਂ ਵੱਧ ਗੰਦ ਇਹਨਾਂ ਨੇ ਕੈਂਪਸ 'ਚ ਪਾਇਆ। ਇਹਦੇ ਕਿਵੇਂ ਦੇਖਦੇ? ਪਹਿਲਾਂ ਤਾਂ ਮੈਂ ਮਾਧਵ ਜੀ ਦਾ ਜਵਾਬ ਦਊਂਗਾ, ਜਿਨ੍ਹਾਂ ਦਾ ਪੈਨਲ ਦੀ ਅਨਾਊਂਸਮੈਂਟ ਹੀ 28 ਸੈਕਟਰ ਅਕਾਲੀ ਦਲ ਆਫਿਸ ਹੋਈ ਹੋਵੇ, ਉਹ ਇਹ ਗੱਲ ਕਹਿੰਦੇ ਚੰਗੇ ਨਹੀਂ ਲੱਗਦੇ ਜੀ। ਠੀਕ ਹੈ, ਸਾਰੇ ਕਾਲਜਾਂ ਦੀ ਪੂਰੇ ਇੱਥੇ ਆਪ ਦੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇਹਨਾਂ ਦਾ ਅਨਾਊਂਸ ਬਾਹਰ ਹੋਇਆ ਹੋਵੇ। ਸਾਡਾ ਤਾਂ ਚਲੋ ਆਉਂਦੇ ਆ ਲੀਡਰ, ਅਸੀਂ ਤਾਂ ਕਹਿੰਦੇ ਹਾਂ, ਮੰਨਦੇ ਹਾਂ ਅਸੀਂ ਇਹ ਚੀਜ਼, ਤੇ ਪਰ ਯੂਨੀਵਰਸਿਟੀ ਦੇ ਵਿੱਚ ਅਨਾਊਂਸਮੈਂਟ ਹੋਈ ਸਾਡੀ, ਇਹ 'ਚ ਕੋਈ ਗੱਲ ਨਹੀਂ ਜੀ। ਅਗਲੇ ਆਉਂਦੇ ਇੱਥੇ ਦੇ ਹਾਲਾਤ ਦੇਖਦੇ ਯੂਨੀਵਰਸਿਟੀ ਕਿ ਇੱਥੇ ਇੱਕ ਮਿੰਟ ਰੁਕੋ, ਮੈਂ ਤੁਹਾਡੇ ਤੋਂ ਕੁਐਸਚਨ ਪੁੱਛੂੰਗਾ ਕਿ ਜਦੋਂ ਤੁਹਾਡੀ ਪੈਨਲ ਅਨਾਊਂਸਮੈਂਟ ਹੋਈ, ਕਹਿੰਦੇ ਉੱਥੇ 5 MLA ਆਏ ਹੋਏ। ਹਾਂਜੀ, ਫਿਰ ਇਹ 'ਚ ਕੀ ਅਸੀਂ ਤਾਂ ਜੀ ਸਟicker ਤੇ ਵੀ ਲਿਖਾਇਆ ਆਪ ਸਟੂਡੈਂਟ ਵਿੰਗ। ਇੱਕ ਮਿੰਟ ਜੀ, ਇਹਨਾਂ ਨੂੰ ਤਾਂ ਦੇਖੋ ਜੀ, ਮੇਰੀ ਗੱਲ ਸੁਣੋ, ਇਹਨਾਂ ਨੂੰ ਸ਼ਰਮ ਆਉਂਦੀ ਹੈ ਸੋਈਏ ਨਾਲ ਅਕਾਲੀ ਦਲ ਨਹੀਂ ਲਿਖਾ ਸਕਦੇ, ਖਾਲੀ ਦਲ ਹੋਇਆ। ABVP ਉਹ BJP ਨਹੀਂ ਲਿਖਾ ਸਕਦੀ, ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਕਿਸਾਨਾਂ ਨਾਲ ਕੀ ਹਾਲਾਤ ਕੀਤੇ ਉਹਨਾਂ ਨੂੰ ਪਤਾ। ਇਹ ਪੂਰੇ ਦੇਸ਼ 'ਚੋਂ ਹੀ ਗਾਇਬ ਹੋ ਗਏ। ਇਹ NSUI ਕਾਂਗਰਸ ਉੱਤੇ ਨਹੀਂ ਲਿਖਾ ਸਕਦੀ, ਅਸੀਂ ਲਿਖਾਇਆ ਆਪ ਸਟੂਡੈਂਟ ਵਿੰਗ। ਅਸੀਂ ਤਾਂ ਮੰਨਦੇ ਹਾਂ ਜੀ, ਖੁੱਲ੍ਹ ਕੇ ਮੰਨਦੇ ਹਾਂ। एक मिनट मेरी बात सुनिए। ये बताइए कि जिसने काम किया होता है, मेहनत की होती है, उसको किसी के सहारे की जरूरत नहीं पड़ती। तो इन्होंने क्यों अलायंस किया किसी के साथ? NSUI पार्टी ने किसी के साथ अलायंस नहीं किया क्योंकि उनको पता है कि हमने काम किया है, बच्चे हमें वोट देंगे। इन्होंने क्यों अलायंस किया किसी के साथ? क्योंकि उनको पता। ਚਲੋ ਆਪਾਂ ਇੱਕ ਮਿੰਟ ਜੀ ਰੁਕੋ। ਇੱਕ ਮਿੰਟ ਆਪਾਂ ਗੱਲ ਕਰ ਲਈਏ। ਜਿਵੇਂ ਇਹਨਾਂ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਤਾਂ ਖਤਮ ਹੋ ਗਈਆਂ, ਆਪਾਂ ABVP ਤੋਂ ਜਵਾਬ ਲੈ ਲੈਣਾ ਕਿ ਤੁਸੀਂ ਕਿਹਾ ਐਲੀਗੇਸ਼ਨ ਲੱਗੀ ਕਿ ਤੁਹਾਡੇ ਕਿਸਾਨਾਂ ਵਾਲੇ ਮੁੱਦੇ 'ਤੇ ਤੁਸੀਂ ਕਿਸਾਨਾਂ ਨੂੰ ਤੰਗ ਕੀਤਾ
ਤੇ ਇਹਨੂੰ ਇਸ ਤਰ੍ਹਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? पहली बात तो मैं बीजेपी का कोई स्पोक पर्सन नहीं हूँ। बीजेपी बनी है 1980 में, हम मैं 1949 से, तो बीजेपी से हमारा कोई लेना देना नहीं है, स्पष्टीकरण हमारा। दूसरा भी इन्होंने कहा कि इनको ABVP वालों को शर्म आती है स्टिकर लगाते हैं। उनसे एक बार पूछ के देखिए 6 महीने पहले कौन सी ऑर्गेनाइजेशन में थे, उससे 6 महीने पहले कौन सी ऑर्गेनाइजेशन में थे, और उससे 6 महीने पहले कौन सी ऑर्गेनाइजेशन में थे। आज तक एक सेकंड आज तक ऐसी कोई ऑर्गेनाइजेशन नहीं है जो इन्होंने छोड़ी नहीं है। एक कुलदीप पंघाल हमारे सीनियर है, उन्होंने बोला था इनके लिए ऐसा कोई सगा नहीं जिन्होंने इनको ठगा नहीं, सब इन्होंने सब ठग लिया इन्होंने, सब के सब। इन्होंने घेरा पा लिया, इन्होंने 22 दिन में 3 बार ਚਲੋ ਠੀਕ ਹੈ, ਠੀਕ ਹੈ। ਆਪਾਂ ਇਹ ਮਨੀ ਮਸਲ ਵਾਲੇ ਮੁੱਦੇ ਨੂੰ ਆਪਾਂ ਇੱਥੇ ਹੀ ਬ੍ਰੇਕ ਲਾਉਂਦੇ ਹਾਂ। ਆਪਾਂ ਸਾਰਿਆਂ ਦੇ ਓਪੀਨੀਅਨ ਸੁਣੇ, ਆਪਾਂ ਅਗਲੇ ਸੈਗਮੈਂਟ ਵੱਲ ਵੱਧਦੇ ਹਾਂ ਆਪਣੇ। ਨਹੀਂ ਗੱਲ ਤੇ ਇਹ ਵੀ ਉਹਨਾਂ ਜਿਹੜਾ ਨੇ ਕਿਹਾ, ਉਹਨਾਂ ਨੇ ਕਿਹਾ ABVP ਦਾ ਮੈਂ ਸਪੋਕਸਪਰਸਨ ਨਹੀਂ ਹੈਗਾ, ਅਸਲ 'ਚ ਉਹ RSS ਦੀ ਸਟੂਡੈਂਟ ਵਿੰਗ ਹੈ, ਭਾਜਪਾ ਉਹਦੀ ਪੋਲੀਟੀਕਲ ਵਿੰਗ ਹੈ। ਮਤਲਬ RSS ਦੀ ਇਹ ਵਿਚਾਰਧਾਰਾ ਤੇ ਇੱਥੇ ਕੰਮ ਕਰਦੇ ਨੇ। ਹੁਣ ਵੀ ਇਹਨਾਂ ਨੇ ਐਲਾਨ ਕੀਤਾ ਵੀ ਚਲੋ ਠੀਕ ਬਾਈ ਜੀ ਇਹਦੇ ਵਿੱਚ ਗੱਲ ਦੇ ਠੀਕ ਆਪਾਂ ਸਮੇਂ ਦੀ ਕਮੀ, ਇਹਨਾਂ ਦੀ ਰਾਜਨੀਤੀ ਅੱਜ ਤੱਕ ਇੱਥੇ ਵੇ ਸਾਰੇ ਦੇਸ਼ ਦੇ ਵਿੱਚ ਇਹਨਾਂ ਖੇਡੀ, ਇੱਥੇ ਵੀ ਉਹ ਸ਼ੁਰੂ ਕਰ ਦਿੱਤੀ ਹੈ ਪੋਲਰਾਈਜੇਸ਼ਨ ਕਰਨ ਦੀ। ਕੌਮਨਲ ਆਧਾਰ ਤੇ ਇਹਨਾਂ ਨੇ ਉਹ ਧਿਰਾਂ ਨਾਲ ਸਮਝੌਤੇ ਕੀਤੇ, ਉਹ ਰਾਜਨੀਤੀ ਇਹਨਾਂ ਨੇ ਸ਼ੁਰੂ ਕੀਤੀ। ਚਲੋ ਆਪਾਂ ਯੂਨੀਵਰਸਿਟੀ ਆਪਾਂ ਇੱਕ ਮਿੰਟ ਰੁਕ ਜਾਓ। ਆਪਾਂ ਯੂਨੀਵਰਸਿਟੀ ਦੇ ਮੁੱਦਿਆਂ ਤੇ ਗੱਲ ਕਰੀਏ। ਆਪਾਂ ਪਿੱਛੋਂ ਕਿਵੇਂ ਕੀ ਰਾਜਨੀਤੀ ਆ ਉਹ ਮੁੱਦਿਆਂ ਤੇ ਨਾ ਆਈਏ। ਆਪਾਂ ਇੱਥੇ ਪ੍ਰੈਜ਼ੀਡੈਂਟ ਬਣਾਂਗੇ, ਸਟੂਡੈਂਟਸ ਦੇ ਬਣਾਂਗੇ, ਸਟੂਡੈਂਟਸ ਦੇ ਮੁੱਦਿਆਂ ਦੀ ਗੱਲ ਕਰੀਏ। ਤੇ ਅਗਲਾ ਆਪਾਂ ਇੱਕ ਇਸ਼ੂ ਦੇਖਦੇ ਹਾਂ ਕਿ ਐਲੀਗੇਸ਼ਨਸ ਲੱਗਦੀਆਂ ਨੇ ਸਾਰੇ ਲੀਡਰਸ ਤੇ। ਤੇ ਸਭ ਤੋਂ ਪਹਿਲਾਂ ਪਾਵਾਂਗੇ NSUI ਕੋਡ। ਤੁਹਾਡੇ ਤੇ ਐਲੀਗੇਸ਼ਨ ਹੈ ਕਿ ਤੁਹਾਡੀ ਇੱਕ ਦਿਨ ਪਹਿਲਾਂ ਐਡਮਿਸ਼ਨ ਹੋਈ, ਅਗਲੇ दिन प्रधान ਦੀ ਟਿਕਟ ਮਿਲ ਗਈ ਤੇ ਕਿੰਨਾ ਕੁ ਜਸਟੀ ਕਿਵੇਂ? मैं आपको ये बात क्लियर करता हूँ। आप ये बताओ कि कोई पार्टी इलेक्शन में कंटेस्ट करती है तो वो हारने के लिए तो नहीं करती, ठीक है ना। इतनी बड़ी पार्टी है, कुछ समझ सोच के जिम्मेवारी दी है, ऐसी तो नहीं दे दी कि हाँ चलो आप दे दोगे ऐसे किसी को। मान लो मेरी बात सुनो, आपकी पार्टी है, आप इलेक्शन में कंटेस्ट कर रहे हो, हारने के लिए तो नहीं करोगे ना। ऐसी थोड़ी किसी को भी उठा के ले दो कि ये वही तो कह रहे हैं किसी को एक मिनट कई पार्टीज क्लेम कर दी ने CCC इलेक्शन सिर्फ रिवाइवल ही आए हैं। मेरी बात सुनो, आप चेक कर सकते हो जो गर्ल्स के लिए प्रोटेस्ट हुआ था टूसी पे, उसमें भी मैं था। उससे पहले जितने भी प्रोटेस्ट हुए उनमें सब में इन्वॉल्व था। जितने कहीं पे तो दिखे होंगे शायद। एक मिनट मैं ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਇੱਕ ਇੱਕ ਕਰਕੇ ਜਵਾਬ ਦਿਓ। ਸਟੂਡੈਂਟਸ ਦੇਖ ਰਹੇ ਨੇ, ਸਟੂਡੈਂਟਸ ਨੇ ਮੁੱਦੇ ਸਮਝਣੇ ਨੇ। ਤੇ ਆਪਾਂ ਆਪਸ ਚ ਦੰਗਲ ਖੇਡੀ ਉਹਦਾ ਕੋਈ ਫਾਇਦਾ ਨਹੀਂ। ਹਾਂਜੀ ਤਾਂ ਇੱਕ ਚਲੋ ਤੁਸੀਂ ਮੰਨ ਲਿਆ ਇੱਕ ਮਿੰਟ ਜੀ ਕਿ ਯੂਨੀਵਰਸਿਟੀ ਚ ਤੁਸੀਂ ਆਏ ਹੋਏ, ਪਰ ਤੁਹਾਡੀ ਤਾਂ BTech ਵੀ ਕਹਿੰਦੇ CGC ਤੋਂ ਹੈ। ਤਾਂ 1 ਸਾਲ ਦਾ ਮੇਰਾ ਗੈਪ ਆ ਜੀ। 3 ਮਹੀਨੇ ਪਹਿਲਾਂ ਮੇਰੀ ਐਡਮਿਸ਼ਨ ਹੋਈ, ਕਾਉਂਸਲਿੰਗ ਚੱਲ ਰਹੀ ਹੈ, ਉਦੋਂ ਤੋਂ ਮੈਂ ਪਾਰਟੀ ਦੇ ਨਾਲ ਆ ਤੇ ਕੰਮ ਕਰ ਰਿਹਾ। ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ, ਕੋਈ ਸੋਚ ਸਮਝ ਕੇ ਹੀ ਦਿੱਤੀ ਹੈ, ਐਵੇਂ ਨਹੀਂ ਚੱਕ ਕੇ ਦਿੱਤੀ ਕਿ ਹਵਾ 'ਚ ਫੈਰ ਮਾਰਤਾ ਇਹਨੂੰ ਲਾ ਦੋ ਚੱਕ ਕੇ ਜਾਓ ਕਰ ਦੋ। ਤੁਸੀਂ ਕੀ ਕਹਿਣਾ? लगातार ये कह रहे हैं कि ये तो एक डमी कैंडिडेट है। इनको इस बात को समझना चाहिए कि जो स्टूडेंट अब UIT से इन्होंने एडमिशन लिया, UIT में जो स्टूडेंट लगातार 4 साल से 5 साल से लगातार काम कर रहा था, उसका तो हक मारा गया है। जो स्टूडेंट MA में इतने लोग NSUI में जो काम कर रहे थे, सबका हक मारने का काम इस भाई ने किया है। तो इनका जो ग्रुप है उसको शर्म आनी चाहिए। 4 प्रोटेस्ट गिनवाओ, 5 प्रोटेस्ट गिनवाओ जिसमें प्रोटेस्ट किया हो। आज तक बिना प्रोटेस्टों के, बिना स्टूडेंट संघर्ष के कौन इलेक्शन लड़ता है? ये तो डमी कैंडिडेट तभी इनको बोला जा रहा है, एक डमी कैंडिडेट है। और इनका जो ग्रुप है, इसी वजह से NSUI इतने दड़ों में बट गई। आज 7 से 8 दड़े हो गए सिर्फ एक व्यक्ति की वजह से, क्योंकि एक डमी कैंडिडेट फेवरेट कैंडिडेट। ਇੱਕ ਮਿੰਟ ਆਪਾਂ ਉਧਰੋਂ ਵੀ ਬੰਦਾ ਵੀ ਇੱਕ ਮਿੰਟ ਜੀ ਮੈਂ ਵਾਪਸ ਆ ਰਿਹਾ ਤੁਹਾਡੇ ਕੋਲ। ਇਹਨਾਂ ਨੇ ਵੂਮਨ ਸਿਕਿਉਰਿਟੀ ਪ੍ਰੋਟੈਸਟ ਦੀ ਗੱਲ ਕੀਤੀ ਸੀ। ਗਰਲਸ ਹੌਸਟਲ 24/7 ਦਾ ਸੰਘਰਸ਼ ਜਦੋਂ SFS ਨੇ ਲੀਡ ਕੀਤਾ ਹੈ ਇੱਥੇ 2018 ਦੇ ਵਿੱਚ, ਇਹ ਸਾਰੀਆਂ ਪੋਲੀਟੀਕਲ ਵਿੰਗਸ ਉਹਦੇ ਉਲਟ ਸੀਗੀਆਂ ਵੀ ਕੁੜੀਆਂ ਦਾ ਹੌਸਟਲ 24 ਘੰਟੇ ਨਹੀਂ ਹੋਣਾ ਚਾਹੀਦਾ। ਮੇਰੇ ਕੋਲ ਬਕਾਇਦਾ ਪ੍ਰੂਫ ਹੈ ਜਿਹਦੇ ਵਿੱਚ ਕਿਹਾ ਗਿਆ ਵੀ ਕੁੜੀਆਂ ਦਾ ਹੌਸਟਲ 24 ਘੰਟੇ ਨਹੀਂ ਹੋਣਾ ਚਾਹੀਦਾ। NSUI ਦੇ ਬੰਦੇ ਦੀ ਸਟੇਟਮੈਂਟ ਹੈ, ਉਸ ਦੀ ਵੀ ਸਟੇਟਮੈਂਟ ਐਗਜ਼ੀਕਿਊਟਿਵ DR ਦੀ ਜਿਹੜੀ ਹੁਣ CYSS 'ਚ ਹੈ ਵੀ ਕੁੜੀਆਂ ਦਾ ਹੌਸਟਲ 24 ਘੰਟੇ ਨਹੀਂ ਹੋਣਾ ਚਾਹੀਦਾ। ਉਸ ਤੋਂ ਬਿਨਾਂ ਇਹ ਸਾਥੀ ਗੱਲ ਕਰ ਰਹੇ ਵੀ ਐਕਟਿਵਿਸਟ ਉਹ ਹੋਣਾ ਚਾਹੀਦਾ ਜਾਂ ਕੈਂਡੀਡੇਟ ਉਹ ਹੋਣਾ ਚਾਹੀਦਾ। ਮਤਲਬ ABP ਵਾਲੇ ਗੱਲ ਕਰ ਰਹੇ ਵੀ ਕੈਂਡੀਡੇਟ ਹੋਣਾ ਚਾਹੀਦਾ ਜਿਹਨੇ ਸੰਘਰਸ਼ ਲੜੇ ਹੋਣ। ਉਹਨਾਂ ਨੇ ਕਿਹੜੇ ਸੰਘਰਸ਼ ਲੜੇ ਨੇ? ਇੱਥੇ ਫੀ ਹਾਈਕ ਦਾ ਮੁੱਦਾ ਹੋਇਆ ਸੀ, ਉਹਨਾਂ ਨੇ ਉੱਥੇ ਕੀ ਉਖਾੜ ਲਿਆ? ਇੱਕ ਦਿਨ ਨਹੀਂ ਆਏ ਹੈਗੇ। ਚਲੋ ਇੱਕ ਮਿੰਟ ਜੀ। ਇਹਨਾਂ ਨੇ ਫੀ ਹਾਈਕ ਦਾ ਪ੍ਰੋਟੈਸਟ ਕੀਤਾ ਸਟੂਸੀ ਤੇ, ਇੱਕ ਦਿਨ ਦੀ ਭੁੱਖ ਹੜਤਾਲ ਸਮਝੌਤਾ ਕਰਕੇ ਉੱਠ ਗਏ ਵੀ 2 ਸਾਲ ਬਾਅਦ ਫੀਸਾਂ ਵਧੀਆਂ ਨੇ, ਜਸਟੀਫਾਈਡ ਨੇ। ਮਤਲਬ ਇਹ ਇੱਕ ਦੂਜੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਇਹ ਇੱਕ ਦੂਜੇ ਨੂੰ ਐਲੀਗੇਸ਼ਨਸ ਲਾਉਂਦੇ ਨੇ। ਸਾਰੇ ਆਪਦੇ MP ML ਇੱਥੇ ਬੁਲਾਉਂਦੇ ਨੇ ਇਲੈਕਸ਼ਨ ਲੜਨ ਵਾਸਤੇ। ਚਲੋ ਠੀਕ ਆਪਾਂ ਇੱਕ ਮਿੰਟ ਸੰਘ ਦਾ ਜ਼ੋਰ ਲੱਗਾ ਪਿਆ, ਸਾਰਾ ਇੱਥੇ ਪਹੁੰਚਿਆ ਆਪਾਂ
NSUI ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਕੈਂਡੀਡੇਚਰ ਤੇ ਗੱਲ ਕਰ ਰਹੇ ਹਾਂ ਆਪਾਂ, ABVP ਤੇ ਬਾਅਦ ਚ ਆਉਂਦੇ ਹਾਂ। ਬਿਲਕੁਲ ਉਹਨਾਂ ਦੇ ਬਾਈ ਜੀ ਉਹ ਤੇ ਕਿਸੇ ਲਾਈਨ 'ਚ ਹੀ ਨਹੀਂ ਆ, ਉਹਨਾਂ ਦੇ ਕੰਮ ਕੀਤਾ ਨਹੀਂ, ਪੈਰਾਸ਼ੂਟ ਨਾਲ ਬੰਦੇ ਲਿਆਏ ਜਾਂਦੇ ਨੇ ਬਾਹਰੋਂ, ਇੱਥੇ ਲਿਆ ਕੇ ਤਾਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਯੂਨੀਵਰਸਿਟੀ ਦਾ ਪਤਾ ਹੀ ਨਹੀਂ ਵੀ ਕੰਮ ਕਿਵੇਂ ਹੁੰਦੇ ਨੇ, ਕਿਵੇਂ ਕਰਾਈਦੇ ਨੇ, ਉਹ ਬੰਦਿਆਂ ਨੂੰ ਲਿਆ ਕੇ ਅੱਗੇ ਖੜਾ ਦਿੱਤਾ ਗਿਆ। ਉਹ ਤੇ ਲਾਈਨ 'ਚ ਨਹੀਂ, ਉਹਨਾਂ ਦੀ ਤੇ ਗੱਲ ਛੱਡੋ। ਪਰ ਮੇਰੇ ਵੀਰ ਗੱਲ ਕਹਿੰਦੇ ਨੇ ਕਿ ਅਸੀਂ ਕੰਮ ਕੀਤੇ ਨੇ, ਪ੍ਰੋਟੈਸਟ ਕੀਤੇ ਨੇ ਭਰਾ ਜੀ ABVP ਵਾਲੇ, ਪਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਇੱਥੇ ਕੀ ABVP ਤੇ ਆਪਾਂ ਜਦ ਬਾਅਦ ਆਨੇ, ਆਪਾਂ NSUI ਦੀ ਗੱਲ ਕਰ ਰਹੇ ਹਾਂ, ਆਪਾਂ ABVP ਤੇ ਬਾਅਦ ਚ ਆਨੇ, ਤੁਹਾਡਾ ਕੀ ਕਹਿਣਾ? ਦੇਖੋ ਜੀ, ਮੈਂ ਤਾਂ ਉਹੀ ਗੱਲ ਕਹਿ ਰਿਹਾ ਸੀ ਸਰ ਨੂੰ ਕਿ ਸਰ ਇੱਕੋ ਦਮ ਆਏ ਹੋ, ਪਹਿਲਾਂ ਇਹ ਤਾਂ ਪਤਾ ਕਰ ਲਓ, ਸ਼ਾਇਦ ਪਤਾ ਹੋਊਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ PON ਨਹੀਂ ਆਉਂਦਾ, PAN ਹੁੰਦਾ। ਇੱਕੋ ਦਮ ਆਓਗੇ ਪੈਰਾਸ਼ੂਟ ਦੀ ਤਰ੍ਹਾਂ, ਪਹਿਲਾਂ ਗਰਾਊਂਡ ਦੇ ਵਿੱਚ ਵੜੋ, ਬੱਚਿਆਂ ਨਾਲ ਮਿਲੋ, ਇੱਕ ਅੱਧੇ ਪ੍ਰੋਟੈਸਟ ਤੇ ਸ਼ਕਲ ਦਿਖਾ ਕੇ ਗੱਲ ਨਹੀਂ ਬਣਦੀ। ਸਾਰੇ ਇੱਥੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੁੰਦੇ ਆ। ਨਾਲੇ ਜਿਹੜੇ ਪ੍ਰੋਟੈਸਟ ਦੀਆਂ ਗੱਲਾਂ ਕਰਦੇ ਨੇ ਉਹਦੇ ਚ 6 ਇੱਕ ਮਿੰਟ ਮੈਂ ਕਰ ਲਾਂ ਕਲੀਅਰ। ਤੇ ਅੱਜ ਇੱਕ ਮੈਂ ਹੋਰ ਸੰਘਰਸ਼ ਦੀ ਗੱਲ ਕਰ ਰਿਹਾ ਸੀ। ਇੱਥੇ ਅਸੀਂ ਵਾਈਸ ਚਾਂਸਲਰ ਬਹਿ ਕੇ ਵੋਟਾਂ ਨਹੀਂ ਗਿਣਨੀਆਂ, ਉਹ ਸੰਘਰਸ਼ ਨਹੀਂ ਹੁੰਦੇ ਕਿ 16 ਡਿਮਾਂਡ ਰੱਖਤੀਆਂ ਇੱਕ ਦਿਨ 'ਚ ਹੀ ਚੱਕਤਾ। ਆਹ ਕਿਹੜੀ ਗੱਲ ਹੁੰਦੀ ਹੈ? ਸੰਘਰਸ਼ ਕਰੋ, ਚੰਗੀ ਤਰ੍ਹਾਂ ਤਾਂ ਕਰੋ, ਘੱਟੋ ਘੱਟ ਆਪਣੀ ਮਿਲੀ ਭਗਤ ਨਾ ਦਿਖਾਓ। ਆਪਾਂ ABVP ਤੇ ਬਾਅਦ ਚ ਆਨੇ, ਤੁਸੀਂ NSUI ਦੇ ਕੈਂਡੀਡੇਟ। ਦੇਖੋ ਜੀ, ਇਹਨਾਂ ਨੇ ਕਿਹਾ 3 ਮਹੀਨੇ ਹੋ ਗਏ ਵੀ ਫੋਟੋਆਂ ਦੇਖ ਲਓ। ਇਹੀ ਤਾਂ ਗੱਲ ਹੈ ਜੀ, ਰਾਜਨੀਤੀ ਇੱਥੇ ਫੋਟੋਆਂ ਦੀ ਰਾਜਨੀਤੀ ਹੁੰਦੀ ਹੈ। ਅਸਲੀ ਮੁੱਦੇ ਉੱਥੇ ਗਾਇਬ ਹੋ ਜਾਂਦੇ ਆ ਸਾਰੇ ਦੇ ਸਾਰੇ। ਬਾਹਰ ਉਧਰ ਅਥਾਰਟੀ ਨਾਲ ਸੈਟਿੰਗ ਹੋ ਜਾਂਦੀ ਹੈ, ਬਾਹਰ ਆ ਕੇ ਮੈਮੋਰੈਂਡਮ ਵੀ ਨਹੀਂ ਜੀ ਇੱਦਾਂ ਨਾ ਕਰੋ। ਇਹ ਗੱਲ ਨਹੀਂ ਗੀ, ਜਿੱਥੇ ਦਿਨ ਰਾਤ ਬਹਿਣਾ ਪਵੇ ਉਹ ਕੰਮ ਕਰਨੇ ਚਾਹੀਦੇ ਆ। ਇਹਨਾਂ ਨੂੰ ਮੈਂ ਇਹ ਕਹਿ ਦਿੰਦਾ, ਮੇਰੀਆਂ ਭੈਣਾਂ ਖੜੀਆਂ ਕੈਂਡੀਡੇਟਸ, ਬ੍ਰਦਰ ਖੜੇ ਮੇਰੇ, ਪੂਰਾ ਫੁੱਲ ਨੇਮ ਇੱਕ ਵਾਰ ਪੁੱਛ ਲਓ, ਅੱਧੇ ਨੂੰ ਨਾਮ ਨਹੀਂ ਪਤਾ ਹੋਣਾ। ਫੁੱਲ ਨੇਮ ਆ ਗਾਰੰਟੀ ਦੇ ਦੇਣਾ ਮੈਂ, NSUI ਦੇ ਕੈਂਡੀਡੇਟ ਦਾ ਨਾਮ ਹੀ ਨਹੀਂ ਪਤਾ ਹੋਣਾ, ਉਹਦੇ ਬੈਲਟ ਬਾਕਸ ਤੇ ਉਧਰ ਲਾਊਗਾ ਕੌਣ ਸਟੈਂਪ, ਇਹਦਾ ਦੱਸੋ ਤੁਸੀਂ ਮੈਨੂੰ ਇੱਕ ਮਿੰਟ। ਜਿਹੜੇ ਬੰਦੇ ਨਾਲ ਗੱਲ ਕਰਦੇ ਆਯੂਸ਼ ਨੂੰ ਕਿ ਦਿਨ ਰਾਤ ਬਹਿਣਾ ਤਾਂ ਪੈਂਦਾ, ਪਹਿਲਾਂ ਪੁੱਛ ਤਲੋ ਕਿਹੜੇ ਪਾਸਿਓਂ ਬਹਿਣਾ ਪੈਂਦਾ ਹੈ। ਹਰ ਪਾਸੇ ਤੁਸੀਂ ਜਾ ਰਹੇ ਹੋ, ਹਰ ਪਾਰਟੀ ਦੇ ਵੱਲ ਜਾ ਰਹੇ ਹੋ। ਉਹ ਮੁੱਦੇ ਤੇ ਬਾਅਦ ਚ ਆਨੇ ਆ, ਆਪਾਂ ਬਾਅਦ ਚ ਆਨੇ ਆ। ਆਪਾਂ ਅਗਰ ਨੈਕਸਟ ਕੁਐਸਚਨ ਤੇ ਮੂਵ ਕਰਦੇ ਆ, ਆਪਣੇ ਕੋਲ ਟਾਈਮ ਦੀ ਵੀ ਕਮੀ ਹੈ। ਮੈਂ ਕ੍ਰਿਤਿਕਾ ਨੂੰ ਕਹੂੰਗਾ ਕਿ ਨੈਕਸਟ ਕੁਐਸਚਨ ਤੇ ਆਣ। ਨੈਕਸਟ ਕੁਐਸਚਨ ਮੇਰਾ ਆਯੂਸ਼ ਤੁਹਾਡੇ ਤੋਂ ਹੈ ਕਿ ਤੁਹਾਡੇ ਤੇ ਐਲੀਗੇਸ਼ਨ ਹੈ ਕਿ ਤੁਸੀਂ 3-4 ਪਾਰਟੀਆਂ ਬਦਲ ਕੇ ਤੇ ਹੁਣ CYSS ਚ ਆਏ ਹੋ। ਇਸ ਤੋਂ ਪਹਿਲਾਂ ਤੁਸੀਂ ਇੱਕ ਫਰੰਟ ਵੀ ਬਣਾਇਆ ਸੀ PUSF, ਜਿੰਦੇ ਸਟਿਕਰਾਂ ਦਾ ਸਟਾਕ ਮੈਨੂੰ ਲੱਗਦਾ 1 ਮਹੀਨੇ 'ਚ ਹੀ ਸ਼ਾਇਦ ਖਤਮ ਹੋ ਗਿਆ, ਤੇ ਹੁਣ ਤੁਸੀਂ CYSS ਚ ਆਏ ਹੋ। ਕਿ ਸਿਰਫ ਟਿਕਟ ਲੈਣ ਦਾ ਤੇ ਕੁਰਸੀ ਦੀ ਭੁੱਖ ਕਰਕੇ, ਤੇ ਤੁਹਾਡੀ ਆਈਡੀਓਲੋਜੀ ਨਹੀਂ ਮੈਟਰ ਕਰਦੀ, ਸਿਰਫ ਟਿਕਟ ਮੈਟਰ ਕਰਦੀ ਹੈ? ਦੇਖੋ ਜੀ, ਮੇਰੀ ਗੱਲ ਸੁਣੋ, ਗੱਲ ਇਹ ਹੈ, ਆਈਡੀਓਲੋਜੀ ਮੇਰੀ ਹੈ ਸਟੂਡੈਂਟ ਵੈਲਫੇਅਰ। ਜਿੱਥੇ ਸਟੂਡੈਂਟ ਵੈਲਫੇਅਰ, ਹਾਂਜੀ ਉਹੀ ਮੈਂ ਇੱਕ ਮਿੰਟ ਜਵਾਬ ਦੇ ਰਿਹਾ ਮੈਮ। ਜਿੱਧਰ ਵੀ ਜੇ ਕਿਤੇ ਕੋਈ ਵੀ ਆਰਗੇਨਾਈਜੇਸ਼ਨ ਸੀ, ਗੱਲ ਸੀ ਵੀ ਸਟੂਡੈਂਟ ਦੇ ਮੁੱਦੇ ਕਿੱਧਰ ਚੱਕੇ ਜਾਂਦੇ ਆ। ਤੇ ਖੁਦ ਆਵਾਜ਼ 2017 ਤੋਂ ਮੈਂ ਯੂਨੀਵਰਸਿਟੀ ਦੇ ਵਿੱਚ 5 ਸਾਲ ਹੋ ਗਏ। ਆ ਯੂਨੀਵਰਸਿਟੀ ਮੇਰਾ ਦੂਜਾ ਘਰ ਹੈ ਤੇ ਆ ਸਾਰੇ ਸਟੂਡੈਂਟਸ ਸਾਰੇ ਮੇਰੀ ਫੈਮਿਲੀ ਹੈ। ਇਹ ਕੋਈ ਵੀ ਯੂਨੀਵਰਸਿਟੀ ਦਾ ਮੁੱਦਾ ਹੁੰਦਾ, ਹਰ ਜਿੱਧਰ ਵੀ ਜਿਹੜੀ ਗੱਲ ਕੀਤੀ ਹੈ ਵੀ ਇਹ ਪਾਰਟੀ ਔਰ ਇਹ ਆਰਗੇਨਾਈਜੇਸ਼ਨ, ਗੱਲ ਉੱਥੇ ਸਟੂਡੈਂਟ ਵੈਲਫੇਅਰ ਲਈ ਗਏ ਸੀਗੇ। ਜੇ ਉਧਰ ਅੰਦਰ ਵਰਕਿੰਗ ਉਹਨਾਂ ਦੀ ਵਧੀਆ ਨਹੀਂ ਲੱਗੀ, ਕਿਸਾਨ ਅੰਦੋਲਨ ਹੋਇਆ ਵਧੀਆ ਨਹੀਂ, ਉਹ 'ਚ ਹੁਣ ABVP ਦੀ ਗੱਲ ਕੀਤੀ ਉਹਨਾਂ ਨੇ ਕਿ ਪਹਿਲਾਂ ਸਾਡੇ ਨਾਲ ਸੀਗੇ, ਮੈਂ ਮੰਨਦਾ ਕੋਈ ਇਹ 'ਚ ਦੁਰਾਈ ਨਹੀਂ। ਪਰ ਕਿਸਾਨ ਅੰਦੋਲਨ 'ਚ ਜਿੱਧਰ 700 ਕਿਸਾਨ ਮਰੇ, ਉਹ ਕ੍ਰਿਟੀਸਾਈਜ਼ ਕਰਨ ਦੀ ਬਜਾਏ ਇਹਨਾਂ ਨੇ ਉਹ ਸਾਰੇ ਚੀਜ਼ ਨੂੰ, ਇੱਕ ਸਰਕਾਰ ਨੂੰ ਕ੍ਰਿਟੀਸਾਈਜ਼ ਇਹਨਾਂ ਨੇ ਨਹੀਂ ਕੀਤਾ, ਬਲਕਿ ਸਪੋਰਟ ਕੀਤਾ ਕਿ ਜੋ ਹੋ ਰਿਹਾ ਠੀਕ ਹੋ ਰਿਹਾ। ਤਾਂ ਕਰਕੇ ਅਸੀਂ ਉਹ ਛੱਡੀ। PUSF ਦੀ ਗੱਲ ਕਰੀਏ, CYSS ਸਾਡੀ ਆਈਡੀਓਲੋਜੀ ਜਿਹੜੀ ਹੈ, ਇੱਕ ਸਾਡੇ ਸਰਦਾਰ ਭਗਵੰਤ ਮਾਨ ਜੀ ਦੀ, ਅਰਵਿੰਦ ਕੇਜਰੀਵਾਲ ਜੀ ਦੀ। ਤੁਸੀਂ ਦੇਖੋ ਆਮ ਆਦਮੀ ਪਾਰਟੀ ਐਜੂਕੇਸ਼ਨ ਸੈਕਟਰ ਨੂੰ ਫਸਟ ਪ੍ਰਾਇੋਰਟੀ ਹੈ, ਤਾਂ ਕਰਕੇ ਅਸੀਂ ਇਹ ਜੁਆਇਨ ਕੀਤੀ ਹੈ। ਤਦ ਤੱਕ ਇੱਧਰ ਲਾਂਚ ਹੀ ਨਹੀਂ ਹੋਈ ਜੀ, ਅਸੀਂ ਕੀ ਕਰੀਏ? ਦੇਖੋ ਗੱਲ ਸੁਣੋ, ਇਹ ਕਈ ਪਾਰਟੀਆਂ ਦੇ ਵਿੱਚ ਰਹਿ ਕੇ ਆਏ ਨੇ। ਇਹਨਾਂ PUSF ਬਣਾਈ, ਜਿਹੜੀ ਇਹਨਾਂ ਪਹਿਲਾਂ ਪਾਰਟੀ ਬਣਾਈ, ਨੋਨ ਪੋਲੀਟੀਕਲ ਕਹਿ ਕੇ ਬੱਚਿਆਂ ਨੂੰ ਇਹਨਾਂ ਨਾਲ ਜੋੜਿਆ। ਉਸ ਤੋਂ ਬਾਅਦ ਇਹਨਾਂ ਜਾ ਕੇ ਪੋਲੀਟੀਕਲ ਉਹ ਧਿਰਾਂ ਨਾਲ, ਜਿਹੜੇ ਅੱਜ ਕਹਿੰਦੇ ਨੇ ਵੀ ਅਸੀਂ ਉਹਨਾਂ ਦੇ ਕੈਂਡੀਡੇਟ ਆਉਂਦੇ ਨੇ ਫੋਟੋਆਂ ਖਿਚਾਉਣ 'ਚ ਕੀ ਮਾੜਾ ਹੈ, ਉਹਨਾਂ ਨੂੰ ਪੁੱਛੋ ਮੀਤ ਹੇਰ ਸਾਹਿਬ ਦਾ ਕੰਮ ਪਾਲਿਸੀਆਂ ਬਣਾਉਣ ਦਾ ਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਰਾਤ ਨੂੰ ਗੇੜੇ ਦੇਣ ਦਾ? ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਉਹ ਐਕਸ ਆਫੀਸ਼ੋ ਮੈਂਬਰ ਨੇ, ਉਹਨਾਂ ਨਾਲ ਆਖੋ ਯੂਨੀਵਰਸਿਟੀ ਕ੍ਰਾਈਸਿਸ 'ਚ ਜਾ ਰਹੀ ਹੈ, ਤੁਸੀਂ ਕੀ ਕਰ ਰਹੇ ਹੋ? ਉਹਦੇ ਵਿੱਚ ਤੁਹਾਡੀ ਰਿਪਰੈਜ਼ੈਂਟੇਸ਼ਨ ਕੀ ਹੈ? ਤੁਸੀਂ ਉਹਦੇ ਕਿਹੜਾ ਮਸਲਾ ਚੱਕ ਕੇ ਲਿਆਏ ਜੇ? ਤੁਸੀਂ ਕਰਦੇ ਕੀ ਫਿਰਦੇ ਜੇ? ਤੁਹਾਡੀ ਯੂਨੀਵਰਸਿਟੀ ਤੋਂ ਤੁਸੀਂ ਕਿਹੜਾ ਗ੍ਰਾਂਟ ਲੈ ਕੇ ਆਏ? ਇੱਕ ਮਿੰਟ ਆਪਾਂ ਉਧਰ ਉਹ ਵੀ ਲੈ ਲਈਏ, ਜਵਾਬ ਲੈ ਲਈਏ। 1100 ਪ੍ਰੋਫੈਸਰਾਂ ਦੀ ਭਰਤੀ ਹੋਈ ਸੀ, ਮੀਤ ਹੇਅਰ ਦੇ ਘਰ ਦਾ ਘਿਰਾਓ ਹੋਇਆ ਸੀ, ਉੱਥੇ ਲਾਠੀ ਚਾਰਜ ਕਰਕੇ ਉਂਗਲਾਂ ਤੋੜੀਆਂ ਗਈਆਂ, ਤੇ ਬਹੁਤ ਮਾਣਨਾ ਕਹਿੰਦੇ ਵੀ ਸੀ ਉਹਦਾ ਆਮ ਆਦਮੀ ਪਾਰਟੀ ਦਾ ਸਟicker ਉੱਤੇ ਨਾ ਛਪਾਇਆ। ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਤੇ ਇਹ ਡਮੀ ਕੈਂਡੀਡੇਟ ਤੇ ਕਮੈਂਟ ਕਰਦੇ, ਨੋ ਡਾਊਟ ਡਮੀ ਕੈਂਡੀਡੇਟ ਹੈਗਾ, ਆਈ ਵਾਰੀ ਇਹਨਾਂ ਦਾ ਹੀ ਕਲੇਸ਼ ਹੁੰਦਾ, ਡਮੀ ਕੈਂਡੀਡੇਟ ਹੀ ਹੁੰਦਾ, ਪਰ ਇਹਨਾਂ ਦਾ ਆਪਦਾ ਭਗਵੰਤ ਮਾਨ ਡਮੀ ਕੈਂਡੀਡੇਟ ਹੈ, ਸਰਕਾਰ ਤਾਂ ਸੈਂਟਰ 'ਚ ਚੱਲ ਰਹੀ ਹੈ। ਠੀਕ ਹੈ ਜੀ, ਠੀਕ ਹੈ। ਇੱਕ ਮਿੰਟ, ਜਿਹੜੇ 1100
ਜਿਹੜੇ 1158 ਭਰਤੀਆਂ ਦੀ ਇਹ ਗੱਲ ਕਰ ਰਹੇ ਆ, PSU ਲਲਕਾਰ ਨੇ ਲੀਡ ਕਰਕੇ ਸਟਰਗਲ ਲੜਿਆ, ਚੰਨੀ ਸਰਕਾਰ ਨੂੰ ਝੁਕਾ ਕੇ ਉਹ ਭਰਤੀਆਂ ਕਢਵਾਈਆਂ, ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਦੇ ਕੈਂਡੀਡੇਟ ਇੱਥੇ ਦਾਅਵਾ ਕਰ ਰਹੇ ਕਿ ਸਟੂਡੈਂਟ ਵੈਲਫੇਅਰ ਉਹਨਾਂ ਦੀ ਪ੍ਰਾਇੋਰਟੀ ਹੈ, ਉਹਨਾਂ ਨੂੰ PSU ਲਲਕਾਰ ਜਿਹੜੀ ਲੀਡ ਕਰ ਰਹੀ ਹੈ ਮੂਵਮੈਂਟ, ਉੱਤੇ ਹੈਂਡੀਕੈਪ ਸਟੂਡੈਂਟਸ ਨੂੰ ਕੁੱਟਿਆ ਗਿਆ। ਇੱਕ ਮਿੰਟ ਆਪਾਂ ਜਵਾਬ ਲੈ ਲਈਏ ਪਹਿਲਾਂ, ਜਵਾਬ ਲੈ ਲਈਏ, 1 ਮਿੰਟ ਪਹਿਲਾਂ ਜਵਾਬ ਲੈ ਲਈਏ। ਕੈਨ PSU ਨੇ ਲੀਡ ਕਰਕੇ ਉਹ ਮੁੱਦਾ ਮੇਰੀ ਗੱਲ ਸੁਣੋ ਜੀ, ਇੰਨੀ ਪੁਰਾਣੀ ਸਰਕਾਰ ਆ, ਜਿਹੜੇ ਸਾਡੇ ਟੀਚਰ ਇੱਥੇ ਵੀ ਯੂਨੀਵਰਸਿਟੀ ਦੇ ਵਿੱਚ ਵੀ ਤੇ ਬਾਹਰ ਜਿਹੜੇ ਸਾਡੇ ਐਗਜ਼ਾਮ ਹੁੰਦੇ ਸੀ, ਜਦੋਂ ਨੇੜੇ ਆਉਂਦੇ ਸੀ ਟੀਚਰ ਪ੍ਰੋਟੈਸਟ ਤੇ ਚੱਲ ਜਾਂਦਾ ਸੀਗਾ। 7th ਪੇ ਸਕੇਲ ਕਿਹਨੇ ਲਾਗੂ ਕੀਤਾ ਹੈ, ਇਹਨਾਂ ਤੋਂ ਪੁੱਛੋ। ਤੇ ਮੈਂ ਕਹਿੰਦਾ ਬਾਹਰਲੇ ਮੁੱਦੇ ਨਾ ਚੱਕੋ, ਇੱਧਰ ਦੀ ਗੱਲ ਕਰੋ। ਇੱਥੇ ਕੀ ਕਰੋਗੇ? ਚਲੋ ਆਪਾਂ ਇੱਥੇ ਟੀਚਰਸ ਦੇ ਮੁੱਦੇ ਨੂੰ ਇੱਥੇ ਖਤਮ ਕਰਾਂਗੇ। ਯੂਨੀਵਰਸਿਟੀ ਦੇ ਮੁੱਦਿਆਂ ਤੇ ਰਹੀਏ, ਆਪਾਂ ਯੂਨੀਵਰਸਿਟੀ ਦੇ ਮੁੱਦਿਆਂ ਤੇ ਮੇਰੇ ਭਾਈ ਵਾਰੀ ਜੇ ਗੱਲ ਕਰੀਏ ਆਪਾਂ ਇੱਥੇ ਖੜ ਜਾਓ ਸਾਹ ਲੈ ਲਓ, ਥੋੜਾ ਸਾਹ ਲੈ ਲਓ। ਜੇ ਆਪਾਂ ਗੱਲ ਕਰੀਏ, ਆਪਾਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਦੀ ਗੱਲ ਕਰੀਏ, ਪਾਰਟੀਆਂ ਦੀ ਗੱਲ ਕਰੀਏ, ਜਿਹੜੀ ਬਦਲੀਆਂ ਜਾ ਰਹੀਆਂ, ਮੇਰਾ ਵੀਰ ਸਾਈਕਲ ਦਾ ਵੀ ਸਟੈਂਡ ਹੁੰਦਾ, ਇੱਕ ਤਾਂ ਰੱਖ ਲਿਆ ਕਰੋ। ਸਟੂਡੈਂਟ ਵੈਲਫੇਅਰ ਤਾਂ ਹੀ ਕਰੋਗੇ। ਗੱਲ ਆਪਾਂ ਉਹੀ ਕਹਿ ਰਹੇ ਹਾਂ, ਸਟੂਡੈਂਟ ਦੱਸੂਗਾ ਕਿਹਦਾ ਸਟੈਂਡ ਹੈ। ਠੀਕ ਆਪਾਂ ਇਹ ਮੁੱਦੇ ਨੂੰ ਇੱਥੇ ਆਪਾਂ ਇੱਥੇ ਖਤਮ ਕਰਾਂਗੇ। मेरे भाई बोल रहे हैं, ਆਪਾਂ ਇਹ ਮੁੱਦੇ ਨੂੰ एक मिनट मेरी बात तो सुनिए। मेरे भाई बोल रहे हैं कि इनको पहले ABVP नहीं पसंद आई, फिर PUSFN आई, फिर इनको अगर COS नहीं तो और ये भी छोड़ देंगे। तो अगर इनको इतना ही ध्यान ख्याल है स्टूडेंट वेलफेयर का, ਠੀਕ ਹੈ ਉਹ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਕੁਐਸਚਨ ਹੈ। ਆਪਾਂ ਇਹ ਮੁੱਦੇ ਨੂੰ ਇੱਥੇ ਖਤਮ ਕਰਾਂਗੇ। ਆਪਾਂ ਨੈਕਸਟ ਇਸ਼ੂ ਤੇ ਚੱਲਦੇ ਹਾਂ। ਕ੍ਰਿਤਿਕਾ, ਓਵਰ ਟੂ ਯੂ। ਮੇਰਾ ਕੁਐਸਚਨ ਤੁਹਾਡੇ ਤੋਂ ਰਹੇਗਾ ਕਿ ਤੁਹਾਨੂੰ ਅਸੀਂ ਪੋਲਿਟਿਕਸ ਜਾਂ ਪਾਰਟੀ ਲਈ ਕੰਮ ਕਰਦੇ ਹੋਏ ਬਹੁਤ ਘੱਟ ਵੇਖਿਆ। ਤੁਸੀਂ ਇੱਕ ਨਵਾਂ ਫੇਸ ਹੋ ਪਾਰਟੀ ਲਈ, ਤਾਂ ਕੀ ਸਿਰਫ ਪਾਰਟੀ ਨੇ ਤੁਹਾਨੂੰ, ਕਿਉਂਕਿ ਪਾਰਟੀ ਰਿਵਾਈਵ ਕਰ ਰਹੀ ਹੈ, ਸਿਰਫ ਫॉर द ਸੇਕ ਆਫ ਇਟ ਇੱਕ ਪ੍ਰੈਜ਼ੀਡੈਂਟ ਦੀ ਸੀਟ ਤੇ ਇਲੈਕਸ਼ਨ ਲੜਵਾਈ ਹੈ? ਹਾਂਜੀ, ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨਾ ਚਾਹੂੰਗੀ ਕਿ ਸਟਰਗਲ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਧਰਨਿਆਂ 'ਚ ਬਹਿ ਕੇ ਹੀ ਸਟਰਗਲ ਕਰ ਸਕਦੇ ਹੋ। ਅਗਰ ਤੁਹਾਨੂੰ ਵੈਸੇ ਇਸ਼ੂਜ਼ ਦੀ ਕਲੈਰਿਟੀ ਹੈ, ਤੁਹਾਡੇ ਕੋਲ ਵਿਜ਼ਨ ਹੈ, ਤੁਹਾਡੇ ਕੋਲ ਵਿਲ ਹੈ, ਤਾਂ ਸਟੂਡੈਂਟ ਵੈਲਫੇਅਰ ਤੁਸੀਂ ਤਾਂ ਵੀ ਕਰ ਸਕਦੇ ਹੋ। ਕਿਉਂਕਿ ਹਰ ਚੀਜ਼ ਦਾ ਕਿਸੇ ਦਾ ਫਸਟ ਟਾਈਮ ਹੁੰਦਾ ਹੈ। ਤੁਸੀਂ ਕਿਸੇ ਨੂੰ ਵੀ ਇਹ ਚੀਜ਼ ਤੇ ਉਹ ਨਹੀਂ ਕਰ ਸਕਦੇ ਕਿ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਜਾਂ ਤੁਸੀਂ ਧਰਨਿਆਂ 'ਚ ਬੈਠ ਕੇ ਸਟਰਗਲ ਨਹੀਂ ਕੀਤਾ। ਦੂਸਰੀ ਗੱਲ, ਆਈ ਐਮ ਸੌਰੀ ਸਰ, ਮੈਨੂੰ ਕਿਹਾ ਗਿਆ ਸੀ ਕਿ ਇੱਥੇ PU ਕਾਊਂਸਿਲ ਦੀ ਇਲੈਕਸ਼ਨਸ ਦੇ ਰਿਗਾਰਡਿੰਗ ਇੱਕ ਡਿਬੇਟ ਹੋਣੀ ਹੈ। ਆਈ ਐਮ ਸੌਰੀ, ਪਲੀਜ਼ ਚਾਰੋਂ ਕਾਊਂਸਲਰਾਂ ਦੀ ਸੀਟ ਕੈਂਸਲ ਕਰਾ ਕੇ ਇੱਥੇ MLA MP ਦੀਆਂ 2 ਸੀਟਾਂ ਰਖਵਾ ਦਿਓ। ਕਿਉਂਕਿ ਜੋ ਇੱਥੇ ਡਿਬੇਟ ਹੋ ਰਹੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਇੱਕ ਵੀ ਮੁੱਦੇ ਦੀ ਡਿਬੇਟ ਨਹੀਂ ਹੋਈ, ਸਾਰੀ ਬਾਹਰਲੇ ਮੁੱਦਿਆਂ ਦੀ ਡਿਬੇਟ ਹੋ ਰਹੀ ਹੈ, ਬਾਹਰਲੀਆਂ ਸਰਕਾਰਾਂ ਦੀ ਗੱਲ ਹੋ ਰਹੀ ਹੈ। ਜੇ ਆਪਾਂ ਇੱਥੇ ਸਾਡੇ ਬਾਰੇ ਕੋਈ ਗੱਲ ਕਰਨੀ ਨਹੀਂ ਤਾਂ ਸਾਡਾ ਟਾਈਮ ਵੇਸਟ ਨਾ ਕਰੋ। ਪਰਸੋਂ ਨੂੰ ਵੋਟਾਂ ਨੇ, ਅਸੀਂ ਥੋੜੀ ਬਹੁਤੀ ਕੈਂਪੇਨਿੰਗ ਕਰ ਲਈਏ। ਠੀਕ ਹੈ। ਮੈਂ ਸਾਰਿਆਂ ਨੂੰ ਇਹ ਕਹੂੰਗਾ, ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਤੇ ਗੱਲ ਕਰੋ। ਮੇਰਾ ਅਗਲਾ ਕੁਐਸਚਨ ਹੈ ABVP ਤੋਂ। ਏਜ ਰਿਲੈਕਸੇਸ਼ਨ ਦੀ ਗੱਲ ਹੋਈ, ਹਮੇਸ਼ਾ ਕਿਹਾ ਜਾਂਦਾ ਕਿ ABVP ਅਥਾਰਟੀ ਨਾਲ ਮਿਲ ਜੁਲ ਕੇ ਚੱਲਦੀ ਹੈ, ਭਾਵੇਂ 16 ਡਿਮਾਂਡਸ ਵਾਲਾ ਇਸ਼ੂ ਹੋਵੇ। ਤੇ ਏਜ ਰਿਲੈਕਸੇਸ਼ਨ ਦਾ ਜਿਹੜਾ फ़ायदा ਉਹ ਤੁਹਾਨੂੰ ਹੋਇਆ, इस चीज़ ਨੂੰ ABVP ਕਿਵੇਂ जस्टिफाई करती है? अब हमें पहले कोर्ट में केस किया। सबसे पहले मैं आपको बताऊंगा, उत्तराखंड हाई कोर्ट ने डिसीजन दिया है कि जो एज रिलैक्सेशन है वो 25 से 27 की जाए। पहले वहाँ डिसीजन आया है, उसके बाद हमने केस कोर्ट में केस फाइल किया और उसके बाद यूनिवर्सिटी ने जब डिसीजन लिया उसके बाद इलेक्शन लड़ पा रहे हैं। और मैंने अकेले ने मेमोरेंडम दिए, जो CYSS के लीडर हैं आज, जो अलग अलग कॉलेजेस के लीडर हैं, उन्होंने इतने लोगों ने मेमोरेंडम दिया सिर्फ एक ही चीज़ के लिए कि एज रिलैक्सेशन होनी चाहिए। लेकिन ये जो पार्टियां हैं एक प्रोपोगेंडा क्रिएट करना चाहती है, क्योंकि इनको दिख गया कि ABVP जीत रही है और ABVP को किसी भी तरीके से दबाने की कोशिश करे, पर ABVP दबेगी थोड़ी, ABVP जीत के आएगी। ਚਲੋ ਠੀਕ, ABVP ਤਾਂ ਹੀ ਜਿੱਤ ਕੇ ਆਉਗੀ ਨਾ, ਕਿਉਂਕਿ ਇਹਨੇ ਵਾਈਸ ਚਾਂਸਲਰ ਬਹਿ ਕੇ ਤਾਂ ਵੋਟਾਂ ਗਿਣਨੀਆਂ, ਤਾਂ ਹੀ ਤਾਂ ਚਲੋ ਠੀਕ ਹੈ। ਲੱਗਦਾ ਵੀ ਅਸੀਂ ਜਿੱਤ ਜਾਾਂਗੇ ਕਿਉਂਕਿ ਇਹ ਆਪਦੇ VC ਵੱਲੋਂ ਨੋਮੀਨੇਟਡ ਕੈਂਡੀਡੇਟ ਹੈ, ਉਹਦੀ ਰਹਿਨੁਮਾਈ ਨਾਲ ਇਹ ਕੰਟੈਸਟ ਕਰ ਰਿਹਾ। ਕੀ ਕਦੇ ਸਟੂਡੈਂਟ ਦੇ ਮਸਲੇ ਐਡਰੈਸ ਕਰ ਪਾਉਣਗੇ? ਮੇਰਾ ਦਾਅਵਾ ਨਹੀਂ ਕਰ ਪਾਉਣਗੇ। ਜਿਹੜੇ VC ਤੋਂ ਫੇਵਰ ਲੈ ਕੇ ਇਹ ਠੀਕ ਹੈ। ਆਪਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ABVP VC ਫੇਵਰ ਕਰਦਾ ਹੈ। ਸਾਡਾ ਤੁਹਾਨੂੰ ਮੈਂ ਇਹਦਾ ਐਗਜ਼ਾਮਪਲ ਦੇ ਸਕਣਾ, ਯੂਨੀਵਰਸਿਟੀ ਅਥਾਰਟੀਆਂ ਇੰਨਾ ਜ਼ਿਆਦਾ ਡਰੀਆਂ ਪਈਆਂ ਨੇ। ਕੱਲ ਸਾਡਾ ਸਾਰਿਆਂ ਨੂੰ ਮੌਕਾ ਮਾਰਚ ਦਾ ਦਿੱਤਾ ਗਿਆ, ਸਾਡਾ ਕਿਸੇ ਅਥਾਰਟੀ ਨੇ ਵਿੱਚ ਮਾਰਚ ਦਾ ਨਾਮ ਨਹੀਂ ਲਿਆ, ਸਿਰਫ ਅਥਾਰਟੀਆਂ ਨੇ ਸਾਥ ਦਿੰਦੇ। ਕੱਲ ਸਾਨੂੰ 8 ਵਜੇ ਦਿੱਤਾ ਮੌਕਾ। ਠੀਕ ਹੈ, ਇਹ ਮੁੱਦੇ ਤੇ ਆਪਾਂ ਇਸ ਟਾਈਮ ABVP ਤੇ ਗੱਲ ਕਰੀਏ। ABVP ਤੇ ਗੱਲ ਕਰੀਏ। इन्हों का कहना है कि थोड़ी तो वाइस चांसलर के ऑफिस नाल सेटिंग है। अगर हमारी इतनी सेटिंग होती, जब कोरोना टाइम था, जब ये लोग सभी घरों में सोए हुए थे, उस टाइम लगातार मैं प्रेसिडेंट ABVP का प्रेसिडेंट था, लगातार 28 दिन लगातार प्रोटेस्ट पे बैठा। NSUI वाले भी वहाँ बैठे। NSUI वाले क्या करते, सुबह 10 बजे आए
और 8 बजे या 5 बजे चले गए, लेकिन हम लोग 24 घंटे बैठते थे। आप लोग जितनी भी आपके पीयू पल्स ने, पीयू मिरर ने चीज़ें कवर की है, तो आज से ABVP अगर इतना ही फेवरेटिज्म होता तो सारे के सारे हमारे मुद्दे सोल्व होते। और जो आज से पहले इलेक्शन हुए तो सारों के सारे में काउंसिल में ABVP क्यों ना बैठती? ABVP आज तक इसी ABVP तक जीतती तो है नहीं। अगर ABVP तब अभी ABVP अभी तक नहीं जीतती, अगर चांसलर के साथ हमारी सेटिंग होती तो 100% जीतते। ਬਸ ਜੀ ਆਪਾਂ ਇੱਥੇ ਹੀ ਕਿਉਂਕਿ ਸਟੂਡੈਂਟਸ ਬਹੁਤ ਸਮਝਦਾਰ ਨੇ, ਉਹਨਾਂ ਨੂੰ ਪਤਾ ਇਸ ਕੈਂਪਸ ਦੇ ਵਿੱਚ ਰਿਲੀਜਨ ਦੇ ਨਾਂ ਤੇ ਪੋਲਰਾਈਜੇਸ਼ਨ। ਠੀਕ ਹੈ, ਆਪਾਂ ਇਹ ਮੁੱਦੇ ਤੇ ਆਪਾਂ ਇਹ ਚੀਜ਼ਾਂ ਤੇ ਨਾ ਆਈਏ। ਉਹਨਾਂ ਨੇ ਆਪਣੀ ਗੱਲ ਜਸਟੀਫਾਈ ਕਰਤੀ, ਆਪਾਂ ਬਾਕੀ ਨੈਕਸਟ ਇਸ਼ੂ ਤੇ ਮੂਵ ਕਰਾਂਗੇ। ਤੁਹਾਡੇ ਤੋਂ ਮੇਰਾ ਕੁਐਸਚਨ ਹੈ ਕਿ ਤੁਹਾਡੀ ਪਾਰਟੀ ਦੇ ਵਿੱਚ ਹੋਰ ਵੀ ਕਈ ਪ੍ਰੋਮੀਨੈਂਟ ਫੇਸਿਸ ਨੇ ਜਿਹੜੇ ਸਾਨੂੰ ਕੰਮ ਕਰਦੇ ਦਿਖਾਈ ਦਿੱਤੇ ਨੇ, ਲਗਾਤਾਰ ਕੰਮ ਕਰਦੇ, ਪਰ ਤੁਹਾਨੂੰ ਹੀ ਕਿਉਂ ਚੂਜ਼ ਕੀਤਾ ਗਿਆ ਸਭ ਤੋਂ? ਦੇਖੋ, ਕੋਈ ਵੀ ਆਰਗੇਨਾਈਜੇਸ਼ਨ ਹੈ, ਕੋਈ ਵੀ ਪਾਰਟੀ ਹੈ, ਉਹਨਾਂ ਵਿੱਚ ਇੱਕ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ, ਸਮਝ ਹੁੰਦੀ ਹੈ ਵੀ ਕੈਂਡੀਡੇਟ ਦਾ ਨਾਮ ਚੁਣਨਾ। ਇਸ ਚੀਜ਼ ਤੇ PSU ਲਲਕਾਰ ਇੱਕ ਬਹੁਤ ਹੀ ਡੈਮੋਕ੍ਰੈਟਿਕ ਆਰਗੇਨਾਈਜੇਸ਼ਨ ਹੈ। ਸਾਰੇ ਮੈਂਬਰਸ ਨੇ ਬਹਿ ਕੇ ਇਹਦੇ 'ਤੇ ਗੱਲਬਾਤ ਕੀਤੀ। ਜੋ ਪਾਰਟੀ ਦਾ, ਜੋ ਆਰਗੇਨਾਈਜੇਸ਼ਨ ਦਾ ਡਿਸੀਜਨ ਹੋਇਆ ਉਹ ਸਾਰੇ ਦੇ ਸਿਰ ਮੱਥੇ ਸੀ। ਸਾਰਿਆਂ ਨੇ ਡਿਸਾਈਡ ਕੀਤਾ ਕਿ ਐਤਕੀ ਮੈਂ ਕੈਂਡੀਡੇਟ ਦੀ ਪੋਸਟ ਵਾਸਤੇ ਇੱਥੇ ਕੰਟੈਸਟ ਕਰਨ ਜਾ ਰਹੇ ਹਾਂ ਇਲੈਕਸ਼ਨ, ਅਤੇ ਉਹ ਉਸੇ ਚੀਜ਼ ਨੂੰ ਅਸੀਂ ਅੱਗੇ ਲੈ ਕੇ ਮੇਰਾ ਨਾਮ ਅਨਾਊਂਸ ਹੋਇਆ। ਅਤੇ ਜਿੱਥੇ ਤੱਕ ਤੁਸੀਂ ਗੱਲ ਕੀਤੀ ਪ੍ਰੋਮੀਨੈਂਟ ਫੇਸਿਸ ਦੀ, ਤਾਂ PSU ਲਲਕਾਰ ਨੇ ਨਾ ਕਿਸੇ ਚਿਹਰਿਆਂ ਦੇ ਦਮ 'ਤੇ, ਨਾ ਹੋਰ ਕਿਸੇ ਚੀਜ਼ 'ਤੇ ਆਪਣੀ ਤਾਕਤ ਇੱਥੇ ਬਣਾਈ ਹੈ। ਅਗਰ PSU ਲਲਕਾਰ ਦਾ ਅਗਰ ਨਾਮ ਹੈ ਯੂਨੀਵਰਸਿਟੀ 'ਚ, ਉਹ ਨਾਮ ਸਿਰਫ ਪੰਜਾਬ ਯੂਨੀਵਰਸਿਟੀ 'ਚ ਨਹੀਂ, ਸਾਰੇ ਪੰਜਾਬ 'ਚ ਹੈ, ਹਰਿਆਣਾ 'ਚ ਹੈ। ਦੂਰ ਦੂਰ ਤੱਕ ਲੋਕ PSU ਲਲਕਾਰ ਨੂੰ ਤਾਂ ਜਾਣਦੇ ਆ ਕਿਉਂਕਿ ਇੱਥੇ ਜਦੋਂ ਸੈਨੇਟ ਦਾ ਇਸ਼ੂ ਆਇਆ ਉਦੋਂ PSU ਲਲਕਾਰ ਨੇ ਕੰਮ ਕੀਤਾ। ਜਿਹੜੇ ਆ ਦਾਅਵੇ ਕਰ ਰਹੇ ਆ ਕਿ 28 ਦਿਨ ਇਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ, ਜਦ ਸੈਨੇਟ 'ਤੇ ਐਡਾ ਵੱਡਾ ਹਮਲਾ ਹੋ ਰਿਹਾ ਸੀ, ਉਸ ਪ੍ਰੋਟੈਸਟ ਨੂੰ PSU ਲਲਕਾਰ ਨੇ ਲੀਡ ਕੀਤਾ। ਠੀਕ ਹੈ, ਉਹੀ ਕੁਐਸਚਨ ਸੀ ਕਿ ਉਹ ਉੱਥੇ ਚਿਹਰੇ ਹੋਰ ਦਿਖਦੇ ਸੀ, ਪਰ ਤੁਹਾਡੇ ਕੈਂਡੀਡੇਟ 'ਤੇ ਕਿਵੇਂ ਸਹਿਮਤੀ ਹੋਈ, ਆਪਾਂ ਉਹ 'ਤੇ ਗੱਲ। ਚਲੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰ ਰਹੇ ਹਾਂ। ਨੈਕਸਟ ਕੁਐਸਚਨ ਮਾਦਾ ਮੇਰਾ ਤੁਹਾਡੇ ਤੋਂ ਹੈ। ਤੁਹਾਡੇ 'ਤੇ ਇੱਕ ਨੈਰੇਟਿਵ ਚੱਲ ਰਿਹਾ ਹੈ ਕਿ ਤੁਸੀਂ UIT 'ਚ ਐਡਮਿਸ਼ਨ ਲੈਣਾ ਚਾਹੁੰਦੇ ਸੀ, UICT ਤੋਂ ਪਾਸ ਆਊਟ ਹੋ। ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਕਿ UIT ਦਾ ਵੋਟ ਬੈਂਕ ਜ਼ਿਆਦਾ ਹੈ, ਤਾਂ ਇਹ ਕੀ ਤੁਸੀਂ ਆਪਣਾ ਕਰੀਅਰ ਵਾਈਜ਼ ਦੇਖ ਰਹੇ ਸੀ ਕਿ ਵੋਟ ਬੈਂਕ ਦੀ ਰਾਜਨੀਤੀ ਲਈ ਉਹ ਚੀਜ਼ ਨੂੰ ਦੇਖੋ ਜੀ, ਮੈਂ ਤਾਂ ਕਿਹਾ ਹੀ ਨਹੀਂ ਕਿ ਜੀ ਆਪਾਂ ਇੱਦਾਂ ਕੋਈ UIT 'ਚ ਐਡਮਿਸ਼ਨ ਲੈਣਾ ਚਾਹੁੰਦੇ ਸੀ। ਨੈਰੇਟਿਵ ਚੱਲ ਰਿਹਾ, ਉਹੀ ਕਹਿ ਰਿਹਾ, ਬਾਕੀਆਂ ਨੂੰ ਚੱਲ ਰਿਹਾ ਨਾ, ਡਰਦੇ ਪਏ ਪਹਿਲਾਂ ਹੀ। ਉਹਨੂੰ ਪਤਾ ਹੈ ਕਿ ਇਹਨਾਂ ਨੂੰ ਧਮਕਾ ਦਿਓ, ਥੋੜ੍ਹਾ ਜਿਹਾ ਉਹ ਕਰ ਦਿਓ, ਸ਼ਾਇਦ ਦੱਬ ਜਾਣਗੇ। ਮੈਂ ਅੱਜ ਵੀ ਕਹਿੰਦਾ, ਮੇਰਾ ਡਿਪਾਰਟਮੈਂਟ ਹੈ UICT ਹੈ, ਮੈਂ ਇੱਥੇ BTech ਵੀ ਮੈਂ ਇੱਥੋਂ ਕੀਤੀ ਹੈ, ਮੈਂ MTech ਵੀ ਇੱਥੋਂ ਹੀ ਕਰ ਰਿਹਾ, ਅਤੇ ਹੋਪਫੁਲੀ ਜਿੱਤ ਕੇ ਵੀ ਇੱਥੋਂ ਹੀ ਜਾਵਾਂਗਾ। ਠੀਕ, ਅਗਲਾ ਕੁਐਸਚਨ ਕ੍ਰਿਤਿਕਾ ਤੁਸੀਂ। ਅਗਲਾ ਕੁਐਸਚਨ ਮੇਰਾ ਤੁਹਾਡੇ ਤੋਂ ਰਹੇਗਾ ਕਿ ਤੁਹਾਡੀ ਪਾਰਟੀ ਨੂੰ ਅਸੀਂ ਆਫਨ ਲਿੰਕ ਕੀਤਾ ਜਾਂਦਾ ਹੈ, ਸਟੂਡੈਂਟਸ ਲਿੰਕ ਕਰਦੇ ਨੇ ਇੱਕ ਵਾਇਲੈਂਸ ਦੇ ਨਾਲ, ਕਿ ਵਾਇਲੈਂਸ ਨਾਲ ਰਿਲੇਟਡ ਹੈ, ਅਤੇ ਤੁਹਾਨੂੰ ਇੱਕ ਟੈਗ ਦਿੱਤਾ ਜਾਂਦਾ ਹੈ ਕਿ ਪੱਥਰਬਾਜ਼ ਹੋ ਤੁਸੀਂ। ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਮਤਲਬ ਲਗਾਤਾਰ ਇੱਥੇ ਸਿੱਖਿਆ ਦਾ ਪ੍ਰਾਈਵੇਟਾਈਜੇਸ਼ਨ ਹੋ ਰਿਹਾ, ਉਹਦੇ ਚੱਲਦੇ ਕੈਂਪਸ ਦੇ ਵਿੱਚ ਬਹੁਤ ਵਾਰ ਫੀਸਾਂ ਦਾ ਵਾਧਾ ਹੋਇਆ। 2013 ਦੇ ਵਿੱਚ ਪਹਿਲੀ ਵਾਰੀ SFS ਨੇ ਫੀਸਾਂ ਦੇ ਵਾਧੇ ਉਲਟ ਸੰਘਰਸ਼ ਕੀਤਾ। 2017 ਦੇ ਵਿੱਚ ਵੱਡਾ ਫੀਸਾਂ ਦਾ ਵਾਧਾ ਹੁੰਦਾ 1100% ਦਾ। ਉਹ 1100% ਦੇ ਫੀਸਾਂ ਦੇ ਵਾਧੇ ਉਲਟ ਜਦੋਂ ਸੰਘਰਸ਼ ਚੱਲਦਾ ਹੈ, ਸ਼ਾਂਤ ਬੈਠੇ ਸਟੂਡੈਂਟ ਉੱਥੇ ਲਾਠੀਚਾਰਜ ਹੁੰਦਾ ਹੈ, ਸਟੂਡੈਂਟਸ ਤੇ ਪੁਲਿਸ ਦੇ ਵਿੱਚ ਲੜਾਈ ਹੁੰਦੀ ਹੈ। ਸਾਰੀਆਂ ਆਰਗੇਨਾਈਜੇਸ਼ਨਸ ਪੁੱਛਾਂ ਚੱਕ ਕੇ ਭੱਜ ਜਾਂਦੀਆਂ ਨੇ। ਉਹ ਤੋਂ ਬਾਅਦ ਹੁਣ ਸਾਰੇ ਕਲੇਮ ਕਰਦੇ ਨੇ ਵੀ ਅਸੀਂ ਫੀ ਹਾਈਕ ਰੋਲ ਬੈਕ ਕਰਾਇਆ, ਅਸੀਂ ਕਰਾਇਆ। ਮਤਲਬ ਜਿਹੜੀ ਇਹ ਵਾਇਲੈਂਸ ਆ, ਜਦੋਂ ਐਜੂਕੇਸ਼ਨ, ਜਦੋਂ ਫੀਸਾਂ 10,000 ਤੋਂ ਲੱਖਾਂ 'ਚ ਕੀਤੀਆਂ ਜਾਂਦੀਆਂ, ਉਹ ਸਟਰਕਚਰ ਵਾਇਲੈਂਸ ਆ। ਤੁਸੀਂ ਧੱਕੇ ਮਾਰਨ ਦੀ ਬਜਾਏ ਸਟੂਡੈਂਟਸ ਨੂੰ ਆਪਣੇ ਆਪ ਮਜਬੂਰ ਕਰ ਰਹੇ ਹੋ ਵੀ ਇੱਥੇ ਪੜ੍ਹਨਾ ਪਾਉਣ। ਮਤਲਬ ਉਹ ਜਿਹੜੀ ਇੱਕ ਉਹਨੂੰ ਅਸੀਂ ਇੰਡੋਰਸ ਕਰਦੇ ਹਾਂ, ਜੇ ਸਟੂਡੈਂਟ ਨੇ ਉਹ ਕੀਤਾ ਉਹਨੂੰ ਇੰਡੋਰਸ ਕਰਦੇ ਹਾਂ, ਅਤੇ ਉਹਦੇ ਹੀ ਚੱਲਦੇ ਫੀਸਾਂ ਦਾ ਜਿਹੜਾ ਵਾਧਾ ਉਹ ਰੁਕ ਪਾਇਆ। ਉਹੀ ਜਿਹੜੀ ਸਟਰਕਚਰ ਵਾਇਲੈਂਸ ਆ ਉਹ ਰੁਕ ਪਾਈ ਹੈ। ਨਹੀਂ, ਤੁਸੀਂ ਕੀ ਜਸਟੀਫਾਈ ਕਰ ਰਹੇ ਹੋ ਕਿ ਅਥਾਰਟੀਜ਼ 'ਤੇ ਅਟੈਕ ਕਰਨਾ ਤੁਹਾਡੇ ਵੱਲੋਂ ਜਸਟੀਫਾਈ? ਅਥਾਰਟੀਜ਼ ਨੇ ਅਟੈਕ ਕੀਤਾ ਸਟੂਡੈਂਟ 'ਤੇ ਫੀਸਾਂ ਵਧਾ ਕੇ, ਅਤੇ ਸਟੂਡੈਂਟ ਦੇ ਉੱਤੇ ਜਦੋਂ ਲਾਠੀ ਚਾਰਜ ਹੋਇਆ, ਕੀ ਅਸੀਂ ਉੱਥੇ ਚੁੱਪ ਬੈਠੇ ਕੁੱਟ ਖਾਈ ਜਾਈਏ? ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਚੁੱਪ ਬੈਠੇ ਜਸਟੀਫਾਈ ਕਰ ਰਹੇ ਹੋ ਕਿ ਤੁਸੀਂ ਆਪਦੇ ਡਿਫੈਂਸ ਦੇ ਵਿੱਚ ਕੀਤਾ, ਕਿਉਂਕਿ ਉਹ ਸਟਰਕਚਰਲ ਵਾਇਲੈਂਸ ਹੈਗੀ ਹੈ। ਅਥਾਰਟੀ ਆਪਦੀ ਪਹਿਲਾਂ ਅਥਾਰਟੀ ਸਟਰਕਚਰਲ ਵਾਇਲੈਂਸ ਕਰਦੀ ਹੈ ਫੀਸਾਂ ਵਧਾ ਕੇ, ਫਿਰ ਅਥਾਰਟੀ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਸੱਦਦੀ ਹੈ ਕਿਉਂਕਿ ਉਹਨਾਂ ਕੋਲ ਸਟੂਡੈਂਟ ਵਾਸਤੇ ਜਵਾਬ ਹੈ ਨਹੀਂਗਾ। ਠੀਕ ਹੈ, ਵਾਇਲੈਂਸ ਮਤਲਬ ਵਾਇਲੈਂਸ ਕਰਨੀ ਜਿਹੜੀ ਹੁੰਦੀ ਹੈ, ਉਹ ਜਿਹੜੀ ਓਪਰੈਸਡ ਧਿਰ ਹੁੰਦੀ ਹੈ, ਜਿਹਦੇ ਵਿੱਚ ਸਟੂਡੈਂਟਸ ਸੀ ਉਹ ਚੂਜ਼ ਨਹੀਂ ਕਰਦੇ। ਠੀਕ। ਅਗਲਾ ਕੁਐਸਚਨ ਜੋਤ ਸਿੰਘ ਮੇਰੇ ਤੁਹਾਡੇ ਤੋਂ ਹੈ। ਤੁਹਾਡੀ ਪਾਰਟੀ 'ਤੇ ਐਲੀਗੇਸ਼ਨ ਲੱਗਦਾ ਕਿ ਤੁਸੀਂ ਵੈਸੇ ਤਾਂ ਡਾਈਵਰਸਿਟੀ ਦੀ ਗੱਲ ਕਰਦੇ ਹੋ, ਪਰ ਫਿਰ ਵੀ ਕਿਤੇ ਨਾ ਕਿਤੇ ਸੱਥ ਦਾ ਜਿਹੜਾ ਨਾਮ ਹੈ ਉਹ ਇੱਕ ਰੀਜਨ ਨਾਲ ਜਾਂ ਇੱਕ ਭਾਸ਼ਾ ਨਾਲ ਐਸੋਸੀਏਟ ਹੁੰਦਾ। ਨਹੀਂ ਜੀ, ਇਹ ਗੱਲ ਗਲਤ ਹੈ। ਤੁਸੀਂ ਇਸ ਗੱਲ, ਮੈਂ ਹਰਿਆਣੇ ਤੋਂ, ਦੇਖੋ ਅਸੀਂ ਹਰਿਆਣੇ ਤੋਂ ਆ। ਸਾਡੀ ਇਲੈਕਸ਼ਨ ਇੰਚਾਰਜ ਕੁੜੀ ਅੰਕਿਤਾ ਸਿੰਧੂ, ਉਹ ਵੀ ਹਰਿਆਣੇ ਕਰਨਾਲ ਤੋਂ ਹੈ। ਉਹ ਇੱਕ ਜਾਟ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਸਾਡੇ ਵਿੱਚ ਜਿੰਨੇ ਮੈਂਬਰਸ ਨੇ, ਭਾਵੇਂ ਹਿਮਾਚਲ ਦੇ ਸਾਡੇ ਟਰੈਜਰਰ ਨੇ ਜਿਹੜੇ ਚਲਾ ਰਹੇ ਨੇ, ਜਾਂ ਜਿਹੜੇ ਅਲੱਗ-ਅਲੱਗ ਖਿੱਤਿਆਂ ਦੇ ਲੋਕ ਨੇ ਸਾਡੇ ਨਾਲ, ਅਸੀਂ ਉਹਦੇ 'ਤੇ ਵੀਡੀਓਜ਼ ਵਗੈਰਾ ਵੀ ਬਣਾਈਆਂ ਨੇ। ਲੋਕਾਂ ਨੂੰ ਪਤਾ ਉਹ ਕੰਮ ਪਹਿਲੋਂ ਤੋਂ ਕਰਦੇ ਆ ਰਹੇ ਨੇ। ਅਸੀਂ ਹਾਂ ਜ਼ਰੂਰ ਸਿੱਖ ਧਿਰ ਨਾਲ, ਅਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆਏ ਹਾਂ। ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਇਸ ਖਿੱਤੇ ਨੂੰ ਪਹਿਲੋਂ ਤੋਂ
ਪ੍ਰਮੋਟ ਜਾਂ ਉਹਨੇ ਅੱਗੇ ਵਗਾ ਕੇ ਵੈਲਫੇਅਰ ਦਾ ਲੈ ਕੇ ਚੱਲ ਰਹੇ ਸਨ, ਉਹ ਅਸੀਂ ਉਹਦੇ ਸਿਧਾਂਤ ਤੇ ਚੱਲਦੇ ਪਏ ਹਾਂ। ਉਹਦੇ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਹੈ, ਸਾਰੇ ਸਹਿਮਤ ਨੇ ਉਸ ਚੀਜ਼ ਨੂੰ ਅਸੀਂ ਡਿਲੀਵਰ ਕਰਕੇ ਦਿਖਾਇਆ। ਅੱਜ ਤੱਕ ਬਿਨਾਂ ਇਲੈਕਸ਼ਨ ਲੜੇ ਅਸੀਂ ਇੱਥੇ ਡਿਲੀਵਰ ਕਰਕੇ ਗਵਰਨਮੈਂਟ ਨਾਲ ਜਾਂ ਸੈਂਟਰਲ ਗਵਰਨਮੈਂਟ ਨਾਲ ਵਿਖਾ ਕੇ ਕਰਕੇ ਵਿਖਾਇਆ। ਆਪਣੇ ਅਗਲੇ ਸੈਗਮੈਂਟ ਵੱਲ ਚੱਲਦੇ ਹਾਂ। ਇੱਕ ਮਿੰਟ ਇਹਨਾਂ ਤੋਂ ਆਪਾਂ ਕੁਐਸਚਨ ਲੈ ਲਈਏ। ਦੇਖੋ ਜੀ, ਹੁਣ ਇਹਨਾਂ ਨੇ ਦੱਸਿਆ ਆਪਣੇ ਇੰਚਾਰਜ ਬਾਰੇ, ਇੱਥੇ ਕਿਸੇ ਨੇ ਨਹੀਂ ਪੁੱਛਿਆ ਕਿ ਉਹ ਜਾਟ ਫੈਮਿਲੀ ਤੋਂ ਕਿਹੜੀ ਫੈਮਿਲੀ ਤੋਂ। ਜਾਤੀਵਾਦ ਤੇ ਧਰਮ ਦੀ ਗੱਲ ਜਿਹੜੀ ਹੈ ਯੂਨੀਵਰਸਿਟੀ ਉਹ ਨਹੀਂ ਚਾਹੁੰਦਾ। ਯੂਨੀਵਰਸਿਟੀ ਇੱਕ ਪ੍ਰੋਗਰੈਸਿਵ ਇੱਕ ਆਈਡੀਓਲੋਜੀ ਚਾਹੁੰਦਾ ਹੈ। ਕਿਸੇ ਨੇ ਨਹੀਂ ਪੁੱਛਿਆ ਕਿ ਇੱਥੇ ਜਿਹੜਾ ਸਾਡੇ ਤੇ ਐਲੀਗੇਸ਼ਨ ਲਾਇਆ ਗਿਆ ਵੀ ਉਹ ਸਪੈਸੀਫਿਕ ਇੱਕ ਖਿੱਤੇ ਜਾਂ ਉਹਦੇ ਨਾਲ, ਮੈਂ ਤਾਂ ਉਸ ਗੱਲ ਨੂੰ ਦੱਸਿਆ ਗਿਆ। ਨਹੀਂ ਤੇ ਸਿੱਖਾਂ ਦੇ ਵਿੱਚ ਇਹ ਆਈਡੀਓਲੋਜੀ ਨਹੀਂ ਹੈ ਵੀ ਜਾਤ ਪਾਤ ਦੀ, ਸਿੰਘ ਨਾਲ ਗੱਲ ਕਰਦੇ ਜਾਂ ਕੋਰ ਨਾਲ ਕਰਦੇ ਆ। ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ। ਸਾਡੇ ਵਿੱਚ ਮੈਂ ਆਪ ਜੋਤ ਸਿੰਘ ਲਾਨਾ, ਅਸੀਂ ਕੋਈ ਸਰਨੇਮ ਕਾਸਟ ਵਾਲੇ ਸਿਧਾਂਤ 'ਚ ਨਹੀਂ ਵਰਤਦੇ। ਠੀਕ ਹੈ। ਅਗਲਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਅਸੀਂ ਅਲੱਗ-ਅਲੱਗ ਜਦੋਂ ਇੰਟਰਵਿਊਜ਼ ਲਏ ਤਾਂ ਅਸੀਂ ਇੱਕ ਕੁਐਸਚਨ ਪੁੱਛਿਆ 2-3 ਪਾਰਟੀਜ਼ ਤੋਂ ਤੇ ਉਹਨਾਂ ਦਾ ਅਲੱਗ-ਅਲੱਗ ਆਨਸਰ ਸੀ। ਉਹ ਕੁਐਸਚਨ ਇਹ ਸੀ ਕਿ PUCSC ਦੇ ਵਿੱਚ ਪਾਵਰ ਕਿਹਦੇ ਕੋਲ ਹੈ, ਤੇ ਜਿਵੇਂ ਕਿ ਸੋਈ ਦੇ ਜਿਹੜੇ ਚੇਤਨ ਸੀ ਉਹਨਾਂ ਨੇ ਕਿਹਾ ਕਿ ਸਿਰਫ ਪ੍ਰੈਜ਼ੀਡੈਂਟ ਕੋਲ ਪਾਵਰ ਹੈ। PSU ਲਲਕਾਰ ਨੇ ਕਿਹਾ ਕਿ ਪਾਵਰ ਕਿਸੇ ਕੋਲ ਵੀ ਨਹੀਂ ਹੈ, ਕਿ ਪ੍ਰੈਜ਼ੀਡੈਂਟ ਸਿਰਫ ਇੱਕ ਆਬਜ਼ਰਵਰ ਹੈ। ਉਸ ਤੋਂ ਇਲਾਵਾ SFS ਨੇ ਸੋਈ ਦੀ ਸਟੇਟਮੈਂਟ ਨੂੰ ਸਪੋਰਟ ਕੀਤਾ ਕਿ ਪਾਵਰ ਪ੍ਰੈਜ਼ੀਡੈਂਟ ਕੋਲ ਹੈ। ਤਾਂ ਹੁਣ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ, ਵਿਊਅਰਸ ਜਾਣਨਾ ਚਾਹੁੰਦੇ ਨੇ ਕਿ ਪਾਵਰ ਹੈ ਕਿਹਦੇ ਕੋਲ। ਇੱਕ ਇੱਕ ਕਰਕੇ ਪਲੀਜ਼, ਇੰਟਰਰਪਟ ਨਹੀਂ ਕਰਨਾ। ਮੈਂ ਕਿਹਾ ਸਾਡੇ ਤੋਂ ਸ਼ੁਰੂ ਕੀਤਾ ਤੁਸੀਂ। ਪਾਵਰ ਦੀ ਗੱਲ ਕਰੀਏ, 2015 ਤੇ 2019 ਦੀ ਕਾਉਂਸਲ ਦੇ ਵਿੱਚ ਅਸੀਂ ਆਏ। ਅਸੀਂ ਜਿੰਨੇ ਕੰਮ ਕਰਾਏ, ਮੈਂ ਕਹਿੰਦਾ ਅੱਜ ਤੱਕ ਜਿੰਨੀਆਂ ਪਾਰਟੀਆਂ ਕਾਉਂਸਲ ਦੇ ਵਿੱਚ ਆਈਆਂ, ਪਾਵਰ ਸੀਗੀ ਸਾਡੇ ਕੋਲ ਤਾਂ ਹੀ ਅਸੀਂ ਕੰਮ ਕਰਾਏ। 2015-2019 ਦੀ ਕਾਉਂਸਲ ਹੈ, 2 ਸਾਲ ਦੀ ਕਾਉਂਸਲ ਹੈ, ਇੱਕ ਪਾਸੇ ਰੱਖ ਲਓ ਤੇ ਬਾਕੀ ਸਾਰੀ ਕਾਉਂਸਲ ਇੱਕ ਸਾਈਡ ਕਰ ਲਓ। ਕੰਪੇਅਰ ਕਰਕੇ ਦੇਖਿਓ, ਗੂਗਲ ਸਾਰਿਆਂ ਕੋਲ ਹੈ। SOI ਤੋਂ ਵੱਧ ਕੰਮ ਕਿਸੇ ਨੇ ਨਹੀਂ ਕਰਾਇਆ। ਪਾਵਰ ਸੀ, ਕੰਮ ਕਰਾਏ, ਭਾਵੇਂ ਸੋਲਰ ਗੀਜ਼ਰ ਹੋਣ, ਭਾਵੇਂ ਵਾਸ਼ਿੰਗ ਮਸ਼ੀਨ ਹੋਵੇ, ਭਾਵੇਂ ਰਿਕਸ਼ਾਸ ਹੋਵੇ, ਕੰਮ ਕਰਾਏ ਸੀ, ਕੰਮ ਕਰਾ ਰਹੇ ਹਾਂ ਤੇ ਕੰਮ ਕਰਾਉਂਦੇ ਵੀ ਰਵਾਂਗੇ ਜੀ। ਪਾਵਰ ਹੈਗੀ ਤਾਂ ਹੀ ਉਹਦਾ ਪ੍ਰੋਪਰ ਯੂਟੀਲਾਈਜ਼ ਕੀਤਾ ਜਾਵੇ। ਨਹੀਂ, ਤੁਸੀਂ ਇਹ ਕਹਿ ਰਹੇ ਹੋ ਕਿ ਬਾਕੀ 3 ਪੋਸਟਸ ਯੂਜ਼ਲੈਸ ਨੇ, ਫਿਰ ਸਿਰਫ ਪ੍ਰੈਜ਼ੀਡੈਂਟ ਕੋਲ ਪਾਵਰ ਹੈ। ਜੀ ਅਸੀਂ ਤਾਂ ਕਹਿ ਰਹੇ ਹਾਂ ਜੀ, ਪਾਵਰ ਹੈਗੀ ਆ, ਸਾਡੇ ਕੋਲ ਸੀਗੀ। ਬਾਕੀ 3 ਸੀਟਸ ਦੀ ਲੋੜ ਹੀ ਕੀ ਹੈ ਫਿਰ? ਆਪਾਂ ਅਸੀਂ ਤਾਂ ਲੜ ਵੀ ਅਸੀਂ ਲੜੀ ਪ੍ਰੈਜ਼ੀਡੈਂਟ ਤੇ ਰਹੇ, ਮੈਂ ਆਪ ਲੜ ਰਿਹਾ। ਬਾਕੀ 3 ਪੋਸਟ ਨੂੰ ਤੁਸੀਂ ਯੂਜ਼ਲੈਸ ਕਰਾ ਅਸੀਂ ਤਾਂ ਮੈਮ ਉਹੀ ਕਹਿ ਰਹੇ ਹਾਂ ਨਾ ਗੱਲ। ਫਿਰ ਸੋਈ ਦਾ ਬਿਆਨ ਇਹ ਹੈ ਕਿ ਸਿਰਫ ਪ੍ਰੈਜ਼ੀਡੈਂਟ ਪੋਸਟ ਇਜ਼ ਇੰਪੋਰਟੈਂਟ, ਅਦਰ ਪੋਸਟਸ ਆਰ ਕੰਪਲੀਟਲੀ ਯੂਜ਼ਲੈਸ। ਠੀਕ ਹੈ। ਆਪਾਂ ਇਧਰੋਂ ਲਾਈਨ ਵਾਈਜ਼ ਸ਼ੁਰੂ ਕਰਦੇ ਹਾਂ। ਆਨਸਰਸ ਸ਼ਾਰਟ ਐਂਡ ਕ੍ਰਿਸਪ। ਬਿਲਕੁਲ। ਤੁਹਾਡਾ ਕੀ ਟੇਕ ਹੈ ਕਿ ਪ੍ਰੈਜ਼ੀਡੈਂਟ पावर सिर्फ प्रेसिडेंट को या पूरी काउंसिल? पूरी काउंसिल के पास पावर है, क्योंकि स्टूडेंट्स ने चुन के वो लोग भेजे हैं और वो स्टूडेंट्स की पावर की वजह से वहाँ बैठे। तो स्टूडेंट्स के लिए लड़ना और स्टूडेंट्स के काम करवाना पूरी की पूरी काउंसिल का काम है, सिर्फ प्रेसिडेंट का नहीं है। जो पूरी काउंसिल है ये कुछ स्टूडेंट ने सोच के वहाँ भेजी है। ठीक है। NSCI ਦਾ ਪਾਰਟਿਕੂਲਰ ਨਾ ਗੁਰਵਿੰਦਰ ਤੁਹਾਡਾ? ਦੇਖੋ ਜੀ, ਪਾਵਰ ਤਾਂ ਚਾਰੇ ਸੀਟਸ ਕੋਲ ਹੈ ਹੀ ਗਈ ਆ, ਤੇ ਸਭ ਤੋਂ ਜ਼ਿਆਦਾ ਪਾਵਰਫੁਲ ਦਾ ਸਟੂਡੈਂਟਸ ਨੇ ਜਿਹੜੇ ਉਹਨਾਂ ਨੂੰ ਚੂਜ਼ ਕਰਕੇ ਉੱਥੇ ਭੇਜਦੇ ਨੇ। ਜੇ ਕਾਉਂਸਲ ਗਲਤ ਕੰਮ ਕਰੂਗੀ ਤਾਂ ਸਟੂਡੈਂਟਸ ਕੋਲ ਪਾਵਰ ਹੈਗੀ ਆ ਕਿ ਉਹਦੇ ਅਗੇਂਸਟ ਕਰ ਸਕਣ। ਤਾਂ ਸਭ ਤੋਂ ਜ਼ਿਆਦਾ ਪਾਵਰਫੁਲ ਸਟੂਡੈਂਟਸ ਹੁੰਦੇ ਨੇ ਜਿਹੜੇ ਕਾਉਂਸਲ ਚੂਜ਼ ਕਰਦੇ ਨੇ। ਠੀਕ ਹੈ। NSCI ਦਾ ਕਹਿਣਾ ਕਿ ਪਾਵਰ ਸਟੂਡੈਂਟਸ ਕੋਲ ਹੈ, ਕਾਉਂਸਲ ਚੂਜ਼ ਕਰਕੇ ਜਿਹੜੇ ਭੇਜਦੇ ਨੇ। ਆਪਾਂ CVSS ਦਾ ਬਿਆਨ ਲੈਣੇ ਇਸੇ ਗੱਲ ਤੇ। ਦੇਖੋ ਜੀ, ਪਾਵਰ ਚਾਰਾਂ ਕੋਲ ਹੈ। ਸਟੂਡੈਂਟਸ ਜੇ ਉੱਧਰ ਉਹਨਾਂ ਨੂੰ ਜਿਤਾ ਕੇ ਭੇਜ ਰਹੇ ਹੋ, ਐਟ ਦੀ ਐਂਡ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਨਹੀਂ ਹੁੰਦੇ। ਉਹ ਪੂਰੇ ਜਿੰਨੀ ਵੀ ਸਟੂਡੈਂਟ ਕਮਿਊਨਿਟੀ ਹੈ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਆ। ਐਟ ਦੀ ਐਂਡ ਇੱਕ ਪਾਰਟੀ ਦੇ ਨਹੀਂ ਹੁੰਦੇ। ਦੂਜੀ ਗੱਲ ਇਹਨਾਂ ਨੇ ਕੀਤੀ ਵੀ ਯੂਜ਼ਲੈਸ ਹੈ, ਤੇ ਸੀਟ ਦਾ ਜਿਹੜਾ ਬਾਕੀ 3 ਸੀਟਾਂ ਹੈਗੀਆਂ ਉਹਨਾਂ ਦਾ ਇੱਕ ਆਪਾਂ ਕਰੀਏ ਵੀ ਇੱਕ ਬੇਇੱਜ਼ਤੀ ਕਰ ਰਹੇ ਹਾਂ, ਕੈਂਡੀਡੇਟਾਂ ਦੀ ਵੀ ਬੇਇੱਜ਼ਤੀ ਕਰ ਰਹੇ ਹਾਂ। ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਅਸੀਂ ਪ੍ਰੈਜ਼ੀਡੈਂਟ ਲੜ ਰਹੇ ਹਾਂ ਤਾਂ ਉਹਨਾਂ ਕੋਲ ਹੀ ਪਾਵਰ ਹੈ। ਇਹਨਾਂ ਨੂੰ ਅਲਾਇੰਸ ਮਿਲਿਆ ਹੀ ਨਹੀਂ ਜੀ, ਕਿਉਂਕਿ ਪਤਾ ਹੈ ਬੁਰਾ ਹਾਲ ਹੋਇਆ ਪਿਆ ਯੂਨੀਵਰਸਿਟੀ ਦੇ ਵਿੱਚ। ਸਿਰਫ 2 ਪੋਸਟ ਹੀ ਕੰਟੈਸਟ ਕਰ ਰਹੇ। ਪਾਵਰ ਹੈਗੀ ਹੈ ਜੀ, ਪਾਵਰ ਹੈਗੀ ਹੈ ਬਿਲਕੁਲ। ਪਰ ਅਲਾਇੰਸ ਉਹਨਾਂ ਧਿਰਾਂ ਨਾਲ ਹੋ ਰਹੀ ਹੈ। ਚਲੋ ਹੁਣ ਇੱਕ ਮਿੰਟ ਤੁਹਾਡੇ ਕੋਲ ਆ ਰਹੇ ਹਾਂ। ਸਾਡਾ ਨਵਾਂ ਫਰੰਟ ਹੈਗਾ ਜੀ, ਇਹ ਸਾਡੇ ਨਾਲ ਇੱਕ ਅਲਾਇੰਸ ਪਾਰਟਨਰ ਆਏ ਨੇ, ਤੇ ਬਾਕੀ ਸੀਟਾਂ ਤੇ ਹਜੇ ਹੌਲੀ ਹੌਲੀ ਅਸੀਂ ਗੇਨ ਕਰਕੇ ਇਸ ਵਾਰ ਜਿੱਤ ਕੇ 4 ਸੀਟਾਂ ਤੇ ਵੀ ਲੜਾਂਗੇ ਤੇ ਜਿੱਤਾਂਗੇ ਵੀ ਜੀ। ਅਸੀਂ 100% ਜਿੱਤਾਂਗੇ। ਉਹ ਧਿਰਾਵਾਂ ਨਾਲ ਇਹਨਾਂ ਦੇ ਸਮਝੌਤੇ ਆ ਜਿਹੜੇ ਇੱਕ ਪਾਸੇ ਤੇ ਕਹਿੰਦੇ ਆ ਵੀ ਅਸੀਂ ਗੈਂਗਸਟਰਵਾਦ ਖਤਮ ਕਰਨਾ ਹੈ, ਪੰਜਾਬ ਦੇ ਐਂਟੀ ਟਾਸਕ ਫੋਰਸ ਆ। ਇਹ ਮੁੱਦੇ ਤੇ ਨਾ ਹੀ ਆਪਾਂ ਗੱਲ ਕਰੀਏ ਕਿ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਕਿ ਪਾਵਰ ਕਿਹਦੇ ਕੋਲ ਹੈ, ਪ੍ਰਧਾਨ ਕੋਲ ਜਾਂ ਪੂਰੀ ਕਾਉਂਸਿਲ ਕੋਲ? ਪਾਵਰ ਉਹ 4 ਚੇਅਰਾਂ ਕੋਲੇ, ਪਰ ਗੱਲ ਇਹ ਵੀ ਡਿਪੈਂਡ ਕਰਦਾ ਵੀ ਉਹਨੂੰ ਯੂਜ਼ ਕੌਣ ਕਰਦਾ। ਉਹ ਜਿਹੜੇ ਕੈਂਡੀਡੇਟ ਨੇ ਉਹਨਾਂ 'ਚ ਵਾਕਈ ਕੋਈ ਗੱਲਬਾਤ ਹੈ ਵੀ ਉਹ ਤੁਹਾਡੀ ਗੱਲ ਰੱਖ ਸਕਣ। ਬਾਕੀ ਇਹ ਵੀ ਜਿਹੜੇ ਉੱਥੇ ਸੈਨੇਟ ਦੇ ਵਿੱਚ ਜਿੱਥੇ ਬਹਿਣ ਦੀ ਗੱਲ ਹੁੰਦੀ ਹੈ ਉੱਥੇ ਉਹਨਾਂ ਕਿਸੇ ਕੋਲ ਵੀ ਕੋਈ ਨਹੀਂ ਹੈ ਪਾਵਰ। ਉੱਥੇ ਵੋਟਿੰਗ ਦਾ ਰਾਈਟ ਹੀ ਨਹੀਂ ਹੈ ਉਹਨਾਂ ਕੋਲ। ਇਹਨਾਂ ਦੀ ਅੱਜ ਤੱਕ ਸਰਕਾਰਾਂ ਰਹੀਆਂ ਨੇ, ਸਟੇਟ 'ਚ ਰਹੀਆਂ ਨੇ, ਸੈਂਟਰ 'ਚ ਰਹੀਆਂ ਨੇ, ਕਦੀ ਅਮੈਂਡਮੈਂਟ ਕਰਕੇ ਆ ਹੀ ਨਹੀਂ ਲਿਆ ਸਕੇ। 15-16 ਹਜ਼ਾਰ ਬੱਚੇ ਨੇ ਇੱਕ ਡੈਮੋਕ੍ਰੇਸੀ ਦੇ ਵਿੱਚ ਬੰਦੇ ਚੁਣ ਕੇ ਘੱਲੇ ਨੇ, ਉੱਥੇ ਉਹਨਾਂ ਨੂੰ ਕਹਿਣ ਦਾ ਕੋਈ ਹੱਕ ਹੀ ਨਹੀਂ। ਭਾਵੇਂ ਸਾਡੀਆਂ ਫੀਸਾਂ ਵੱਧ ਜਾਣ, ਭਾਵੇਂ ਕੋਈ ਫੈਸਲੇ ਲਏ ਜਾਣ, ਉਹ ਆਪਣੀ ਮਨਮਰਜ਼ੀਆਂ ਨਾਲ ਲੈ ਲੈਂਦੇ ਨੇ। ਤੇ ਇਹਨਾਂ ਨੇ ਅੱਜ ਤੱਕ
ਇੱਥੇ ਲੈ ਕੇ ਕੀ ਆਏ ਨੇ? ਇਹਨਾਂ ਦੀ ਸਟੇਟ 'ਚ ਗਵਰਨਮੈਂਟ ਰਹੀ ਹੈ, ਸੈਂਟਰ 'ਚ ਰਹੀ ਹੈ। ਆਪਾਂ ਅੱਗੇ ਜਾਂਦੇ ਹਾਂ। ਦੇਖੋ ਜੀ, ਡਿਸੀਜਨ ਮੇਕਿੰਗ 'ਚ ਕਾਉਂਸਲ ਦੀ ਕੋਈ ਪਾਵਰ ਨਹੀਂ ਹੈ ਯੂਨੀਵਰਸਿਟੀ 'ਚ। ਜਿਹੜੀ ਸੈਨੇਟ ਡਿਸੀਜਨ ਮੇਕਿੰਗ ਬੋਡੀ ਹੈ ਯੂਨੀਵਰਸਿਟੀ ਦੀ, ਉਹਦੇ 'ਚ ਪ੍ਰੈਜ਼ੀਡੈਂਟ ਸਿਰਫ ਬਹਿ ਸਕਦਾ, ਸੁਣ ਸਕਦਾ, ਆਬਜ਼ਰਵ ਕਰ ਸਕਦਾ ਤੇ DSW ਦੇ ਥਰੂ ਇੱਕ ਚਿੱਟ ਪਾਸ ਕਰ ਸਕਦਾ, ਬਸ ਇੰਨੀ ਪਾਵਰ ਹੈ। ਪਰ ਅਗਰ ਕਾਉਂਸਲ ਕੁਝ ਕੰਮ ਕਰਾ ਸਕਦੀ ਹੈ ਤਾਂ ਅਥਾਰਟੀ 'ਤੇ ਪ੍ਰੈਸ਼ਰ ਕ੍ਰੀਏਟ ਕਰਕੇ, ਉਹਨਾਂ ਕੋਲ 18,000 ਸਟੂਡੈਂਟਸ ਦਾ ਸਾਥ ਹੈ, ਉਹ ਸਾਥ ਲੈ ਕੇ ਇੱਕ ਮੂਵਮੈਂਟ ਕ੍ਰੀਏਟ ਕਰਕੇ ਤਾਂ ਕੰਮ ਕਰਾਏ ਜਾ ਸਕਦੇ ਆ। ਪਰ ਅਗਰ ਡਿਸੀਜਨ ਮੇਕਿੰਗ 'ਚ ਪਾਵਰ ਦੀ ਗੱਲ ਕੀਤੀ ਜਾਵੇ, ਉਹ ਕਾਉਂਸਲ ਕੋਲ ਨਹੀਂ ਹੈ। ਤੇ ਜਿਹੜੀਆਂ ਬਾਕੀ ਪੋਸਟਾਂ ਨੇ ਉਹ ਯੂਜ਼ਲੈਸ ਨਹੀਂ ਨੇ। ਸਟੂਡੈਂਟਸ ਨੇ ਚੁੜ ਕੇ ਉਹਨਾਂ ਨੂੰ ਉੱਤੇ ਭੇਜਿਆ ਹੁੰਦਾ, ਉਹਨਾਂ ਦਾ ਕੰਮ ਹੁੰਦਾ ਉਸ ਤਰ੍ਹਾਂ ਦਾ ਮੂਵਮੈਂਟ ਖੜਾ ਕਰਨਾ, ਲਹਿਰ ਖੜੀ ਕਰਨੀ ਤੇ ਅਥਾਰਟੀ 'ਤੇ ਪ੍ਰੈਸ਼ਰ ਪਾ ਕੇ ਕੰਮ ਕਰਵਾਉਣਾ। ਠੀਕ ਆਪਾਂ ਤੁਹਾਡੇ ਤੋਂ ਜਵਾਬ ਤੇ ਲਵਾਂਗੇ। ਜਿਹੜੀ ਸਟੂਡੈਂਟ ਕਾਉਂਸਲ ਹੈ ਉਹ ਇੱਕ ਰਿਪਰੈਜ਼ੈਂਟੇਟਿਵ ਬੋਡੀ ਹੈ। ਮਤਲਬ ਮੈਂ ਇਸ ਆਰਗੂਮੈਂਟ ਨਾਲ ਸਹਿਮਤ ਨਹੀਂ ਹੈਗੀ ਵੀ ਉਹ ਇੱਕ ਪਾਵਰਫੁਲ ਬੋਡੀ ਹੈ, ਕਿਉਂਕਿ ਜਿਵੇਂ ਕਿ ਆਪਾਂ ਸੁਣਿਆ ਵੀ ਸੈਨੇਟ ਦੇ ਵਿੱਚ ਉਹਦੀ ਸਿਰਫ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਉਹ ਨਾ ਵੋਟ ਪਾ ਸਕਦੇ ਆ ਨਾ ਕੋਈ ਹੋਰ ਡਿਸੀਸਿਵ ਆਰਗੂਮੈਂਟ ਪਾਸ ਕਰ ਸਕਦੇ ਨੇ। ਸਟੂਡੈਂਟ ਕਾਉਂਸਲ ਇੱਕ ਰਿਪਰੈਜ਼ੈਂਟੇਟਿਵ ਪਲੇਟਫਾਰਮ ਹੈ। ਮਤਲਬ ਇਸ ਰਿਪਰੈਜ਼ੈਂਟੇਟਿਵ ਪਲੇਟਫਾਰਮ ਦੇ ਵਿੱਚ ਉਹ ਆਰਗੇਨਾਈਜੇਸ਼ਨ ਨੂੰ ਪਹੁੰਚਣਾ ਚਾਹੀਦਾ ਜਿਹਨੂੰ ਇੱਕ ਮਾਨਤਾ ਮਿਲੀ ਹੈ ਸਟੂਡੈਂਟਸ ਵੱਲੋਂ। ਮਤਲਬ ਸਟੂਡੈਂਟਸ ਦੀ ਆਪਦੀ ਆਰਗੇਨਾਈਜੇਸ਼ਨ ਨੂੰ ਪਹੁੰਚਣਾ ਚਾਹੀਦਾ ਤੇ ਇਹਦੇ ਵਿੱਚ ਕੋਈ ਪੋਸਟ ਮਤਲਬ ਫਾਲਤੂ ਨਹੀਂ ਹੈਗੀ ਮਤਲਬ। ਪਰ ਆਪਾਂ ਸਿਰਫ ਪ੍ਰੈਜ਼ੀਡੈਂਟ ਵਾਸਤੇ ਤਾਂ ਲੜਦੇ ਕਿਉਂਕਿ ਇੱਕ ਰਿਪਰੈਜ਼ੈਂਟੇਟਿਵ ਪਲੇਟਫਾਰਮ ਆਪਾਂ ਕ੍ਰੀਏਟ ਕਰਨਾ ਚਾਹੁੰਦੇ ਹਾਂ। ਠੀਕ ਹੈ ਤੁਹਾਡਾ ਕੀ ਟੇਕ ਹੈ ਇਸ ਗੱਲ? Accountability, deliberation and decentralization. These are the three pillars of any democratic process as well as an institution. हम जानते हैं इस चारों सीट्स की वैल्यू है, इसीलिए हमारी पार्टी चारों सीट्स पे कंटेस्ट कर रही है सिंगली, बिना किसी आइडियोलॉजीज़ को कोलैबोरेट किए हुए, सिर्फ वोट बैंक के लिए। तो चारों सीट्स की वैल्यू है। हाँ, अभी अगर रिप्रेजेंटेशन है, वो मानते हैं कि अभी एक रिप्रेजेंटेटिव पावर है, तो धीरे धीरे अथॉरिटेटिव पावर भी आएगी। पर डेलिब्रेशन और डिसेंट्रलाइजेशन ये हमेशा से प्राइम चीज़ रही है और रहेगी। ਠੀਕ ਹੈ। ਪੂਸੂ ਦਾ ਕਹਿਣਾ ਹੈ ਕਿ ਸਾਰਿਆਂ ਕੋਲ ਪਾਵਰ ਹੈ ਤੇ ਉਹ ਇਸ ਲਈ ਸਾਰੇ ਸੀਟਾਂ ਦੇ ਕੰਟੈਸਟ ਕਰ ਰਹੇ ਨੇ। ਮੇਰੀ ਥੋੜੀ ਜੀ, ਕਿਉਂਕਿ ਥੋੜਾ ਪਿੱਛੇ ਨੂੰ ਹੋ ਜਾਓ ਕਿਉਂਕਿ ਸਾਡੇ ਕੈਮਰਾ ਪਰਸਨ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਹੁਣ ਆਪਾਂ ਆਰੋਪ ਪ੍ਰਤੀ ਆਰੋਪ ਦਾ ਸਿਲਸਿਲਾ ਬਹੁਤ ਚਲਾ ਲਿਆ। ਆਪਾਂ ਹੁਣ ਇੱਕ ਥੋੜੇ ਜਿਹੇ ਫਨ ਸੈਗਮੈਂਟ ਵੱਲ ਜਾਵਾਂਗੇ ਜਿਹਦਾ ਸਾਡਾ ਨਾਮ ਅਸੀਂ ਦਿੱਤਾ ਪ੍ਰਧਾਨ ਨੂੰ ਕਿੰਨਾ ਗਿਆਨ। ਠੀਕ ਹੈ, ਮੇਰੇ ਕੁਝ ਇਟ ਇਜ਼ ਅ ਰੈਪਿਡ ਫਾਇਰ ਰਾਊਂਡ। ਸਿਰਫ ਇੱਕ वर्ड च अपना जवाब दो। And if you don't know the answer, the next candidate would ओके। सो पहला सवाल मेरा NSUI को लाऊंगा। पंजाब यूनिवर्सिटी दे DSW का की नाम है? वूमेन ते मैन दोनों का। ਪਾਸ ਆ ਜੀ। ओके। सैकेंड क्वेश्चन मेरा थोड़ा UIHTM डिपार्टमेंट कितने है PU च? ਕਿਹੜਾ ਜੀ? UIHTM होटल मैनेजमेंट डिपार्टमेंट ਆਪਣੇ ਨਾਰਥ ਕੈਂਪਸ ਦੇ ਕੋਲ ਆ ਜੀ, ਸਟੂਸੀ ਦੇ ਸਾਹਮਣੇ। ਸਟੂਸੀ ਦੇ ਮਤਲਬ ਨੇੜੇ ਆ ਜੀ। ओके। UIHTM मैं वैसे व्यूअर्स ਨੂੰ क्लियर कर दूंगा कि वो पिछली साइड है बोटैनिकल गार्डन ਦੇ ਅੱਗੇ। मैं DSW वाला क्वेश्चन ਤੁਸੀਂ ਪਾਸ ਲੈਣਾ ਚਾਹੋਗੇ? ਜਗਤਾਰ ਸਰ ਤੇ ਰੂਪਾਲੀ ਮੈਮ। ओके। ਅਗਲਾ क्वेश्चन मेरा ABVP ਤੋਂ PUCSC ਦੀ ਫੁੱਲ ਫਾਰਮ ਕੀ ਹੈ? पंजाब यूनिवर्सिटी कैंपस स्टूडेंट काउंसिल। ठीक है जी। सैकेंड क्वेश्चन मेरा कि PUCSC इलेक्शन ਦਾ ਚੇਅਰਮੈਨ ਕੌਣ ਹੁੰਦਾ? DSW। ओके। ਨੈਕਸਟ ਕੁਐਸਚਨ ਮਾਧਵ ਮੇਰਾ ਤੁਹਾਡੇ ਤੋਂ। ਲਿੰਗਡੋ ਕਮੇਟੀ ਆਪਾਂ ਆਪਣੇ ਵਿਊਅਰਸ ਨੂੰ ਵੀ ਦੱਸੀਏ ਜਿਹੜੀ ਹੈ ਕਿ ਇਲੈਕਸ਼ਨ ਕਰਾਉਂਦੀ ਹੈ। ਲਿੰਗਡੋ ਦੇ ਸਪੈਲਿੰਗ ਕੀ? LYNDOGH। ਓਕੇ। ਲਿੰਗਡੋ ਦੀ ਸਪੈਲਿੰਗ LYNGDOH ਮਾਧਵ ਨੇ ਸੀ। ਠੀਕ ਹੈ। ਨੈਕਸਟ ਕੁਐਸਚਨ ਮੇਰਾ ਮਾਧਵ ਤੁਹਾਡੇ ਤੋਂ AC ਜੋਸ਼ੀ ਕੌਣ ਸੀ? ਪਾਸ। ਓਕੇ। ਕੋਈ ਕੁਐਸਚਨ ਲੈਣਾ ਚਾਹੇਗਾ AC ਜੋਸ਼ੀ ਉੱਪਰ? AC ਜੋਸ਼ੀ ਕੌਣ ਸੀ? ਬੋਟਨੀ ਡਿਪਾਰਟਮੈਂਟ ਦੇ ਪ੍ਰੋਫੈਸਰ ਸੀ ਆਈ ਥਿੰਕ AC ਜੋਸ਼ੀ ਸਰ। ਨਹੀਂ, ਉਹ ਬੋਟਨੀ ਡਿਪਾਰਟਮੈਂਟ ਦੇ ਪ੍ਰੋਫੈਸਰ ਉਹ ਪਹਿਲਾਂ ਸੀਗੇ, ਪਰ ਕਿਸੇ ਹੋਰ ਨੂੰ ਕੁਐਸਚਨ ਲੈਣਾ ਮੈਂ ਦੱਸ ਦੂੰਗਾ ਆਪਣੇ ਵਿਊਅਰਸ ਨੂੰ ਕਿ AC ਜੋਸ਼ੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਜਿਨ੍ਹਾਂ ਦੇ ਨਾਮ ਤੋਂ ਆਪਣੀ AC ਜੋਸ਼ੀ ਲਾਇਬ੍ਰੇਰੀ ਦਾ ਨਾਮ। ਨੈਕਸਟ ਕੁਐਸਚਨ ਮੈਂ ਲਊਂਗਾ CYSS ਤੋਂ। ਹੂ ਇਜ਼ ਡੀਨ ਐਲੂਮਨਾਈ ਰਿਲੇਸ਼ਨ ਆਫ ਪੰਜਾਬ ਯੂਨੀਵਰਸਿਟੀ? ਡੀਨ ਅਨੁਪਮਾ ਸ਼ਰਮਾ ਮੈਮ ਨੇ। ਓਕੇ। ਸੈਕਿੰਡ ਕੁਐਸਚਨ ਮੇਰਾ ਐਡਮਿਨ ਬਲਾਕ ਦੇ ਸਾਹਮਣੇ ਆਪਣੇ ਇੱਕ ਗਾਰਡਨ ਹੈ, ਹਾਂਜੀ, ਉਹਦਾ ਪੂਰਾ ਨਾਮ ਕੀ ਹੈ? ਉਹਦਾ ਜੀ RC ਪੋਲ ਹਰਬਲ ਪਾਰਕ ਹੈਗਾ ਜੀ। ਠੀਕ ਹੈ, RC ਪੋਲ ਹਰਬਲ ਗਾਰਡਨ। ਠੀਕ ਹੈ ਤੁਹਾਡਾ। ਕ੍ਰਿਤਿਕਾ ਓਵਰ ਟੂ ਯੂ। ਤੁਹਾਡੇ ਤੋਂ ਮੇਰਾ ਕੁਐਸਚਨ ਹੈ ਹੂ ਇਜ਼ ਦ DOI ਆਫ ਪੰਜਾਬ ਯੂਨੀਵਰਸਿਟੀ? DUI ਉਹ ਲੇਡੀ ਨੇ ਇੱਕ ਮੈਨੂੰ ਮਤਲਬ ਨਾਂ ਤੇ ਨਹੀਂ ਧਿਆਨ ਪਾਸ ਹੈ। ਤੁਹਾਨੂੰ ਆਂਦਾ? ਮੈਨੂੰ ਪਤਾ ਜੀ, ਰੇਨੂ ਵੇਚ ਕਿਸ ਹੌਸਟਲ ਦੇ ਵਿੱਚ ਕੋਆਪਰੇਟਿਵ ਮੈਸ ਵਰਕ ਕਰ ਰਹੀ ਹੈ? ਪਹਿਲੋਂ 3 ਚ ਕਰਦੀ ਰਹੀ ਹੈ, ਹੁਣ ਉਹਦੇ ਸ਼ਾਇਦ ਬੰਦ ਪਈ ਉੱਥੇ। ਕਰੈਕਟ। ਨੈਕਸਟ ਕੁਐਸਚਨ ਟੂ ਯੂ। ਵੈਨ ਵਾਸ PU ਐਸਟੈਬਲਿਸ਼ਡ? in 1882। ਉਸੂ ਜਦੋਂ ਲਾਸਟ ਟਾਈਮ ਜਿੱਤੀ ਸੀ ਕਾਉਂਸਲ ਦੇ ਵਿੱਚ ਤਾਂ ਉਹਨੇ ਕਿਸ ਪਾਰਟੀ ਨਾਲ ਅਲਾਈਅੰਸ ਕੀਤਾ ਸੀ? 2016 ਚ ਸਾਡੀ ਪੂਰੀ ਪਾਰਟੀ ਕਾਉਂਸਲ ਦੇ ਵਿੱਚ ਸੀ। ਉਸ ਟਾਈਮ ਤੇ ਕਿਸ ਨਾਲ ਅਲਾਈਅੰਸ? ਸੌਰੀ ਆਈ ਡੋਨਟ ਨੋ। ਐਨੀਵਨ?
ਪੂਸੂ ਦਾ ਕਿਸ ਪਾਰਟੀ ਨਾਲ ਅਲਾਈਅੰਸ ਸੀ ਜਦੋਂ ਇਹ ਕਾਉਂਸਲ 'ਚ ਆਏ ਸੀ 2016 ਦੇ ਵਿੱਚ? ਸਟੂਡੈਂਟ ਫਰੰਟ ਸੀਗਾ ਜੀ, ਐਨਐਸਏ ਸਟੂਡੈਂਟ ਯਾ ਇਸ ਕਰੈਕਟ ਸਟੂਡੈਂਟ ਫਰੰਟ। ਤਾਂ ਹੁਣ ਆਪਾਂ ਆਵਾਂਗੇ ਤੁਹਾਡੇ ਕੋਲ, ਪੀਯੂ ਦੇ ਕਿੰਨੇ ਰੀਜਨਲ ਸੈਂਟਰਸ ਨੇ ਤੇ ਕਿੱਥੇ ਕਿੱਥੇ ਨੇ? ਪੀਯੂ ਦੇ 3 ਰੀਜਨਲ ਸੈਂਟਰਸ ਨੇ ਜੀ, ਹੁਸ਼ਿਆਰਪੁਰ, ਲੁਧਿਆਣਾ ਤੇ ਮੁਕਤਸਰ। ਕਰੈਕਟ। ਏਸੀ ਜੋਸ਼ੀ ਲਾਇਬ੍ਰੇਰੀ ਦਾ ਫਾਊਂਡੇਸ਼ਨ ਸਟੋਨ ਕਿੰਨੇ ਲੈ ਗਏ? ਜਵਾਹਰ ਲਾਲ ਨਹਿਰੂ। ਨਹੀਂ ਇਹ ਗਲਤ ਕੋਈ ਦੱਸਣਾ ਚਾਹੇਗਾ। ਏਸੀ ਜੋਸ਼ੀ ਲਾਇਬ੍ਰੇਰੀ ਦਾ ਫਾਊਂਡੇਸ਼ਨ ਸਟੋਨ ਕਿਹਨੇ ਰੱਖਿਆ ਸੀ? ਯੂਨੀਵਰਸਿਟੀ ਪ੍ਰੈਜ਼ੀਡੈਂਟ ਬਣਨਾ, ਯੂ ਸ਼ੁੱਡ ਹੈਵ ਦਿਸ ਨੌਲੇਜ। ਕਿਸੇ ਵੱਲੋਂ ਨਹੀਂ? ਨੋ ਨਹੀਂ ਆਪਾਂ ਲਰਨ ਸਮਥਿੰਗ। ਵਿਊਅਰਸ ਨੂੰ ਦੱਸ ਦਿੰਦੇ ਹਾਂ ਆਨਸਰ ਇਜ਼ ਸਰਵਪੱਲੀ ਰਾਧਾਕ੍ਰਿਸ਼ਨਨ। ਜਵਾਹਰ ਲਾਲ ਨਹਿਰੂ ਨੇ ਉਹਨਾਂ ਦੀ ਇਨੋਗ੍ਰੇਸ਼ਨ ਕੀਤੀ ਸੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਲਈ ਕਿੰਨੇ ਹੋਸਟਲਸ ਨੇ? ਸਟੂਡੈਂਟਸ ਲਈ ਇੱਥੇ ਬॉयਜ਼ ਹੋਸਟਲ 8 ਨੇ ਤੇ ਗਰਲਸ ਹੋਸਟਲ 10 ਨੇ, ਇੱਕ ਇੰਟਰਨੈਸ਼ਨਲ ਹੋਸਟਲ ਤੇ ਨਾਲ ਵਰਕਿੰਗ ਵੀਮਨ ਵਰਕਿੰਗ ਵੂਮਨ ਹੋਸਟਲ। ਹਾਂਜੀ ਹਾਂਜੀ, ਵਰਕਿੰਗ ਵੂਮਨ ਤੇ ਸਪੋਰਟਸ ਹੋਸਟਲ ਟੋਟਲ 21 ਬੱਚਿਆਂ ਲਈ ਇੱਥੋਂ। ਠੀਕ ਠੀਕ। ਡਿਪਾਰਟਮੈਂਟਸ ਕਿੰਨੇ ਨੇ? ਡਿਪਾਰਟਮੈਂਟਸ 100 ਪਲੱਸ ਨੇ। 85 ਠੀਕ ਹੈ। 84 ਦੇ ਰਾਊਂਡ ਨੇ ਤੇ 62 ਦੇ ਵਿੱਚ VOTING ਹੁੰਦੀ ਹੈ ਜੀ। 73 ਟੀਚਿੰਗ ਡਿਪਾਰਟਮੈਂਟ ਨੇ ਤੇ 68 ਦੇ ਵਿੱਚ VOTING ਹੁੰਦੀ ਹੈ। 86 डिपार्टमेंट और 68 में वोटिंग होती है। 73 ਟੀਚਿੰਗ ਡਿਪਾਰਟਮੈਂਟ। 70 ਅਕੋਰਡਿੰਗ ਟੂ ਪੰਜਾਬ ਯੂਨੀਵਰਸਿਟੀਜ਼ ਵੈਬਸਾਈਟ the departments are 78 in number approximately 80 yeah approximately। ਤਾਂ ਹੁਣ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛੂੰਗੀ, ਸਭ ਤੋਂ ਕਾਮਨ ਕੁਐਸਚਨ, ਬਟ ਯੂ ਹੈਵ ਟੂ ਆਨਸਰ ਇਟ ਇਨ 30 ਸੈਕਿੰਡਸ ਓਨਲੀ। ਮਾਈਕ ਵਿਦਡਰਾ ਕਰ ਲਾਂਗੇ ਅਸੀਂ ਜੇ ਤੁਸੀਂ ਜ਼ਿਆਦਾ ਟਾਈਮ ਲਗਾਇਆ, ਟਾਈਮ ਦੀ ਸ਼ਾਰਟੇਜ ਹੈ। ਤਾਂ ਕੁਐਸਚਨ ਮੇਰਾ ਇਹ ਹੈ ਕਿ ਜੇ ਤੁਸੀਂ ਕਾਉਂਸਲ 'ਚ ਆਉਂਦੇ ਹੋ ਤਾਂ ਪ੍ਰਾਇੋਰਿਟੀ ਲਿਸਟ ਤੇ 3 ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਵਾਓਗੇ? ਪਲੀਜ਼ ਡਿਟੇਲਡ ਆਨਸਰ ਨਹੀਂ ਦੇਣਾ, ਬੀ ਪ੍ਰੀਸਾਈਜ਼। 30 seconds starting with Academics, placements at Patty University level, security in the South Campus primarily and infrastructure। ਅਸੀਂ ਫੀਸਾਂ ਦੇ ਵਾਧੇ ਜਿਹੜਾ ਨਾਰਮਲਾਈਜੇਸ਼ਨ ਹੋ ਰਿਹਾ ਉਹਦੇ ਉਲਟ ਸੰਘਰਸ਼ ਕਰਾਂਗੇ। ਆਨਲਾਈਨ ਪੋਰਟਲ ਜਿਹੜਾ ਬੰਦ ਕਰਾਇਆ ਗਿਆ ਸੀ 2018 ਵਿੱਚ ਚਲਵਾਇਆ ਸੀ, ਉਹਨੂੰ ਰੀਇਨਸਟੇਟ ਕਰਾਵਾਂਗੇ ਤਾਂ ਕਿ ਹੋਸਟਲ ਬੇਸਿਸ 'ਤੇ ਕਰਪਸ਼ਨ ਨਾ ਹੋ ਸਕੇ। ਤੇ ਟੀਚਰਾਂ ਦੀ ਇੱਥੇ 700 ਪੋਸਟਾਂ ਖਾਲੀ ਨੇ, ਉਹਨੂੰ ਆਪਾਂ ਭਰਵਾਵਾਂਗੇ ਕਿਉਂਕਿ ਇਹਦੇ ਵਿੱਚ ਬਹੁਤ ਸਟੂਡੈਂਟਸ ਦੀ ਹਰਾਸਮੈਂਟ ਹੁੰਦੀ ਹੈ। ਰਿਸਰਚ ਸਕਾਲਰ ਨੂੰ ਕਲਾਸ ਲੈਣ ਪੈਂਦੀ ਹੈ, ਉਹ ਇੱਕ ਹਰਾਸਮੈਂਟ ਉਹਨਾਂ ਦੀ ਰਿਸਰਚ ਸਫਰ ਕਰਦੀ ਹੈ। ऑनलाइन पोर्टल फॉर होस्टल एलोकेशन। दूसरी चीज़ फ़ी हाइक जी हुई है ਉਹਦੇ अगेंस्ट स्ट्रगल। तीसरी चीज़ इत्थे जी फैकल्टी की कमी है तो रिसर्च स्कॉलर्स ਨੂੰ कंपलशन किया जाता इत्थे क्लासेस लैण वास्ते, ਉਹਦੇ अगेंस्ट स्ट्रगल। तो चौथी चीज़ कैंपस डेमोक्रेसी ते काम करना, भी पुलिस की जी लगातार एंट्री है यूनीवर्सिटी जिहदे नाल एक घुटमा माहौल तैयार किया, ਉਹਦੇ खिलाफ स्ट्रगल करना। ਪਹਿਲਾ ਜੀ ਸਾਡਾ VOTING ਰਾਈਟ ਹੋਣਾ ਚਾਹੀਦਾ ਹੈ ਕਾਉਂਸਲ ਦਾ, ਸੈਨੇਟ ਦੇ ਵਿੱਚ। ਦੂਜਾ ਸਾਡੇ ਜਿਹੜਾ ਇੱਥੇ ਫੂਡ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਬਿਹਤਰ ਕਰਨਾ ਚਾਹੀਦਾ ਹੈ। ਤੀਜਾ ਸਾਡਾ ਇਹ ਵੀ ਲਾਇਬ੍ਰੇਰੀਆਂ ਦਾ, ਜਿਵੇਂ ਇੱਥੇ ਮਸਲੇ ਨੇ ਵੀ ਥੋੜੀ ਕਪੈਸਿਟੀ ਹੁੰਦੀ, ਕਪੈਸਿਟੀ ਇਨਕਰੀਜ਼ ਹੋਣੀ ਚਾਹੀਦਾ। ਚੌਥਾ ਇਹ ਵੀ ਸਾਡੇ ਜਿਹੜੇ ਇੱਥੇ ਹੋਸਟਲਾਂ ਦੇ ਨੰਬਰ ਘੱਟਦੇ, ਅਸੀਂ ਉੱਤੇ ਇੱਕ ਜਾਂ ਦੋ ਨਵੇਂ ਹੋਸਟਲ ਬਣਵਾਏ ਜਾ ਸਕਣ ਤਾਂ ਕਿ ਦਿੱਕਤ ਨਾ ਆਵੇ। ਮੇਨ ਤਾਂ ਜੀ ਇਨਫਰਾਸਟ੍ਰਕਚਰ ਤੇ ਕੰਮ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਲੋੜ ਹੈ। ਇੱਕ ਬ੍ਰਿਜ ਬਣ ਕੇ ਅਸੀਂ ਸਟੇਟ ਗਵਰਨਮੈਂਟ ਨਾਲ ਤੇ ਯੂਨੀਵਰਸਿਟੀ ਅਥਾਰਟੀ ਤੇ ਪ੍ਰੈਸ਼ਰ ਬਣਾ ਕੇ ਨਿਊ ਬॉयਜ਼ ਹੋਸਟਲ ਤੇ ਗਰਲਜ਼ ਹੋਸਟਲ। ਦੂਜਾ ਵਿਮਨ ਸੇਫਟੀ ਲਈ ਰਾਤ ਨੂੰ 24/7 ਗਰਲਜ਼ ਹੋਸਟਲ ਹੈ, ਬਹੁਤ ਵਧੀਆ ਗੱਲ ਹੈ ਜੀ। ਉਨੀ ਸਿਕਿਉਰਿਟੀ ਵੀ ਆਪਾਂ ਨੂੰ ਚਾਹੀਦੀ ਹੈ। ਸਾਊਥ ਕੈਂਪਸ, ਤੀਜਾ ਜੀ ਸਾਊਥ ਕੈਂਪਸ ਦੇ ਵਿੱਚ ਸਾਊਥ ਕੈਂਪਸ ਦੀ ਬਿਊਟੀਫਿਕੇਸ਼ਨ ਤੇ ਇੱਕ ਫੂਡ ਕੋਰਟ ਸਾਊਥ ਕੈਂਪਸ ਦੇ ਵਿੱਚ। ਪਹਿਲੀ ਗੱਲ ਤਾਂ ਜੀ ਅਥਾਰਟੀਜ਼ ਦੀ ਡਿਕਟੇਟਰਸ਼ਿਪ ਨੂੰ ਰੋਕਣਾ ਹੈ, ਉਹਨਾਂ ਦਾ ਜਿਹੜਾ ਕੰਮ ਹੋ ਰਿਹਾ ਉਹਦੇ ਵਿੱਚ ਟਰਾਂਸਪੇਰੈਂਸੀ ਲਿਆਈ ਜਾਵੇ। ਦੂਜੀ ਪਲੇਸਮੈਂਟਸ ਦੀ ਗੱਲ ਬੱਚਿਆਂ ਦੀ, ਕਿਉਂਕਿ ਉਹਨਾਂ ਦਾ ਫਿਊਚਰ ਸਿਕਿਉਰ ਕਰਨਾ ਹੈ। ਮੇਨ ਸਾਡਾ ਇਨਫਰਾਸਟ੍ਰਕਚਰ ਤੇ ਨਾਲ ਉਹਦੇ ਕੁੜੀਆਂ ਦੀ ਸਿਕਿਉਰਿਟੀ ਤੇ ਉਹਨਾਂ ਦਾ ਫੂਡ ਹਾਈਜੀਨ, ਕਿਉਂਕਿ ਬੱਚਾ ਇੱਕ ਘਰ ਛੱਡ ਕੇ ਇੱਥੇ ਆ ਰਿਹਾ, ਉਹਦੀ ਸਿਕਿਉਰਿਟੀ ਪਹਿਲਾਂ ਤੇ ਉਹਦੀ ਹਾਈਜੀਨ ਪਹਿਲਾਂ। ਨੰਬਰ 1 ਰਿਐਲਿਟੀ ਮਾਰਕਿੰਗ ਹੈ ਜੀ, ਤੇ ਨਿਊ ਬॉयਜ਼ ਹੋਸਟਲ ਤੇ GH11 ਦੀ ਕੰਸਟਰਕਸ਼ਨ ਆ, ਇਨਫਰਾਸਟ੍ਰਕਚਰ ਆ, ਤੇ ਵਾਸ਼ਿੰਗ ਮਸ਼ੀਨ ਨੇ ਜੀ ਹੋਸਟਲ ਦੇ ਵਿੱਚ, ਤੇ ਬਾਕੀ ਬਸ ਇਹ ਮੇਨ रहेगा। हाँ जी, जेडे जो नए हॉस्टल है नए हॉस्टल्स बनवाएंगे, और जो साउथ कैंपस में एक टक शॉप तक नहीं है, डिस्पेंसरी तक नहीं है, उसका काम करवाएंगे। और जितने हमारी फैकल्टीज़ की इतनी ज़्यादा कमी है तो उसको यूनिवर्सिटी पे प्रेशर बना के, और जो स्टेट गवर्नमेंट सेंट्रल गवर्नमेंट पे प्रेशर बना के यूनिवर्सिटी को सबसे ज़रूरी चीज़ कि फंड्स की अलॉटमेंट कराएंगे। ਠੀਕ ਹੈ ਜੀ। ਤਾਂ ਇਹ ਸਨ ਸਾਡੇ ਨਾਲ 8 ਪਾਰਟੀਆਂ ਦੇ ਪ੍ਰਧਾਨ ਜਿਹੜੇ PUCSE ਦੇ 18 ਤਰੀਕ ਨੂੰ ਇਲੈਕਸ਼ਨ ਲੜ ਰਹੇ ਨੇ, ਪਰ ਵੋਟ ਪਾਉਣ ਲੱਗੇ ਨਾ ਸਵਾਲ ਦੇਖੇ ਜਾਣਗੇ ਨਾ ਜਵਾਬ ਦੇਖੇ ਜਾਣਗੇ, ਵੋਟ ਪਾਉਣ ਲੱਗੇ ਬਸ ਕਿਰਦਾਰ ਦੇਖੇ ਜਾਣਗੇ। So this was Kamaldeep Singh. I wish you all the best for the upcoming elections. May the best candidate win. And a message to our viewers, do cast your vote, vote wisely, because voting is not only a right, it is our power. Thank you.